थां तेरा वासा सहबा कोई जगह नहीं खाली। गगन पताल रमिया विच पीतर हर पत्ते हर डाली चंद सूरज चंद सूरज तारियां दा मंडल तू कैसी जोत जगाली। खोल कवाड़ जोड़ ले चरनी तेरे दर ते खड़े सवाली दाता तेरे दर ते खड़े सवाली। पंचम गुरां दे पर उपकार सदका बनिया बाणी दा सोहे जहाज संगते। पंचम गुरां दे पर उपकार सदका बनिया बाणी दा सोहे जहाज संगते। शरदा नाल पढ़िए सुनिए चित लाके बाणी सरब सवार दी काज संगते। सोची बख्शने ली अंतर आत्मा दी सचखंड तो आई आवाज संगते। चिंता मनो मुकाम दी कहे बैंका देवे लोक पर लोक दा राज संगते। देवे लोक पर लोक दा राज संगते। एक मन नू समझाउंदा समझ ना आउंदा है उस मन दी मना मन जो तैनू सच मनाउंदा है। उस मन दी मना मन जो तैनू सच मनाउंदा है। मन दी मत त्याग गुरु उपदेश कमाई दा लेके चंगी सिखिया सजना सिख कहाई दा। लेके चंगी सिखिया सजना सिख कहाई दा। आओ एक मन नू समझाउंदा समझ ना आउंदा है उस मन दी मना मन जो तैनू सच मनाउंदा है। उस मन दी मना मन जो तैनू सच मनाउंदा है। मन दी मत त्याग गुरु उपदेश कमाई दा लेके चंगी सिखिया सजना सिख कहाई दा। लेके चंगी सिखिया सजना सिख कहाई दा। आओ छल माया दा रूप जो त्रिया पराई देखे तू जो अग सड़के कौरव पांडव सो अग सेके तू। जो अग सड़के कौरव पांडव सो अग सेके तू। सारा कपट पसारा दिसदा है कमाई दा लेके चंगी सिखिया सजना सिख कहाई दा। लेके चंगी सिखिया सजना सिख कहाई दा। आओ कमल फुल तो सिख के कमल फुल तो सिख के उच्चा उठ बराइयां तो सियाने कहंदे चंगा है परहेज दुआइयां तो। सियाने कहंदे चंगा है परहेज दुआइयां तो। छड़ के बिखिया मुंह विच मिठा अमृत पाई दा लेके चंगी सिखिया सजना सिख कहाई दा। लेके चंगी सिखिया सजना सिख कहाई दा। आओ चन्न दे कोलों सिख के चानण वंड च फेरे नू पानी पास
ਪਾਸੋਂ ਸਿੱਖ ਲੈ ਵੱਡਾ ਕਰਨਾ ਡੇਰੇ ਨੂੰ, ਪਾਣੀ ਪਾਸੋਂ ਸਿੱਖ ਲੈ ਵੱਡਾ ਕਰਨਾ ਡੇਰੇ ਨੂੰ। ਚੋਟਾਂ ਸਹਿੰਦੇ ਹੋਏ ਵੀ ਚੱਲਦੇ ਹੀ ਜਾਈਦਾ, ਲੈ ਕੇ ਚੰਗੀ ਸਿੱਖਿਆ ਸਜਣਾ ਸਿੱਖ ਕਹਾਈਦਾ, ਲੈ ਕੇ ਚੰਗੀ ਸਿੱਖਿਆ ਸਜਣਾ ਸਿੱਖ ਕਹਾਈਦਾ। ਆ ਕੋਇਲ ਕੋਲੋਂ ਸਿੱਖ ਲੈ ਬੋਲੀ ਮਿੱਠੀਆਂ ਗੀਤਾਂ ਦੀ, ਕੋਇਲ ਕੋਲੋਂ ਸਿੱਖ ਲੈ ਬੋਲੀ ਮਿੱਠੀਆਂ ਗੀਤਾਂ ਦੀ, ਮਿੱਠੇ ਬੋਲ ਬੋਲ ਕੇ ਪੈਂਦੀ ਗੰਢ ਪਰੀਤਾਂ ਦੀ, ਮਿੱਠੇ ਬੋਲ ਬੋਲ ਕੇ ਪੈਂਦੀ ਗੰਢ ਪਰੀਤਾਂ ਦੀ। ਫਿੱਕਾ ਬੋਲ ਜ਼ਬਾਨੋਂ ਨਹੀਂ ਕਦੇ ਅਲਾਈਦਾ, ਲੈ ਕੇ ਚੰਗੀ ਸਿੱਖਿਆ ਸਜਣਾ ਸਿੱਖ ਕਹਾਈਦਾ, ਲੈ ਕੇ ਚੰਗੀ ਸਿੱਖਿਆ ਸਜਣਾ ਸਿੱਖ ਕਹਾਈਦਾ। ਆਓ ਕਰਕੇ ਦਿਲ ਦੀ ਖੋਜ ਰੋਜ਼ ਹੀ ਲੁੱਟ ਬਹਾਰਾਂ ਨੂੰ, ਛੱਜ ਵਾਂਗਰਾਂ ਸਿੱਖ ਲੈ ਕਰਨਾ ਦੂਰ ਵਿਕਾਰਾਂ ਨੂੰ, ਛੱਜ ਵਾਂਗਰਾਂ ਸਿੱਖ ਲੈ ਕਰਨਾ ਦੂਰ ਵਿਕਾਰਾਂ ਨੂੰ। ਵਾਂਗ ਛਾਨਣੀ ਜੋਗ ਪਦਾਰਥ ਨਹੀਂ ਗਰਾਈਦਾ, ਲੈ ਕੇ ਚੰਗੀ ਸਿੱਖਿਆ ਸਜਣਾ ਸਿੱਖ ਕਹਾਈਦਾ, ਲੈ ਕੇ ਚੰਗੀ ਸਿੱਖਿਆ ਸਜਣਾ ਸਿੱਖ ਕਹਾਈਦਾ। ਆਓ ਸਿੱਖ ਲੈ ਚੰਨ ਚਕੋਰੀ ਕੋਲ ਪ੍ਰੀਤੀ ਕਰਨੀ ਤੂੰ, ਫੇਰ ਪਵੇ ਨਾ ਮਰਨਾ, ਫੇਰ ਪਵੇ ਨਾ ਮਰਨਾ, ਮਰ ਲੈ ਐਸੀ ਮਰਨੀ ਤੂੰ, ਫੇਰ ਪਵੇ ਨਾ ਮਰਨਾ, ਮਰ ਲੈ ਐਸੀ ਮਰਨੀ ਤੂੰ। ਤਲੀ ਟਿਕਾ ਕੇ ਸੀਸ ਗਲੀ ਪ੍ਰੀਤਮ ਦੀ ਜਾਈਦਾ, ਲੈ ਕੇ ਚੰਗੀ ਸਿੱਖਿਆ ਸਜਣਾ ਸਿੱਖ ਕਹਾਈਦਾ, ਲੈ ਕੇ ਚੰਗੀ ਸਿੱਖਿਆ ਸਜਣਾ ਸਿੱਖ ਕਹਾਈਦਾ। ਆਓ ਜੀਵਨ ਏ ਗੁਰਜੰਟ ਸਿੰਘਾ ਮੁੜ ਮੁੜ ਕੇ ਮਿਲਣਾ ਨਾ, ਜੀਵਨ ਏ ਗੁਰਜੰਟ ਸਿੰਘਾ ਮੁੜ ਮੁੜ ਕੇ ਮਿਲਣਾ ਨਾ, ਟੁੱਟਿਆ ਫੁੱਲ ਦੁਬਾਰਾ ਟਹਿਣੀ ਉੱਤੇ ਖਿਲਣਾ ਨਾ, ਟੁੱਟਿਆ ਫੁੱਲ ਦੁਬਾਰਾ ਟਹਿਣੀ ਉੱਤੇ ਖਿਲਣਾ ਨਾ। ਬੈਂਕੇ ਦੀ ਲਿਖਤੀ ਚੋਂ ਸਿੱਖ ਲੈ ਢੰਗ ਲਿਖਾਈਦਾ, ਲੈ ਕੇ ਚੰਗੀ ਸਿੱਖਿਆ ਸਜਣਾ ਸਿੱਖ ਕਹਾਈਦਾ, ਲੈ ਕੇ ਚੰਗੀ ਸਿੱਖਿਆ ਸਜਣਾ ਸਿੱਖ ਕਹਾਈਦਾ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਦਰਅਸਲ ਸਿੱਖ ਦੀ ਡੈਫੀਨੇਸ਼ਨ ਹੀ ਸਿੱਖਣ ਵਾਲਾ ਹੈ, ਜਿਹੜਾ ਆਖਦਾ ਹੈ ਮੈਨੂੰ ਕੁਝ ਨਹੀਂ ਆਉਂਦਾ, ਮੈਂ ਸਿੱਖਣ ਆਇਆ ਹਾਂ, ਤਾਂ ਗੁਰੂ ਸਾਹਿਬ ਜੀ ਉਹਨੂੰ ਸਿਖਾਉਂਦੇ ਹਨ। ਔਰ ਜਿਹੜੇ ਸਿੱਖਦੇ ਨੇ ਔਰ ਸਿੱਖਦੇ ਹੀ ਰਹਿੰਦੇ ਹਨ, ਉਹਨਾਂ ਤੇ ਗੁਰੂ ਦੀ ਨਜ਼ਰ ਹੋ ਜਾਂਦੀ ਹੈ। ਔਰ ਗੁਰਦੇਵ ਕਹਿੰਦੇ ਹਨ ਨਦਰੀ ਕਰਮ ਲੰਘਾਏ ਪਾਰ, ਜਿਹੜੇ ਕਰਮ ਨਦਰੀ ਕਰਮ ਬਣ ਜਾਂਦੇ ਹਨ। ਜਾਣਿਆ ਜਿਹੜੇ ਸਿੱਖ ਦੇ ਕੀਤੇ ਹੋਏ ਕਰਮ ਗੁਰੂ ਦੀ ਸਿੱਖਿਆ ਅਨੁਸਾਰ ਗੁਰੂ ਦੀ ਨਦਰੀ ਪ੍ਰਵਾਨ ਹੋ ਜਾਂਦੇ ਹਨ। ਸਨਮਾਨਯੋਗ ਸੰਗਤ ਜੀ ਫਿਰ ਉਹਦਾ ਉਹ ਪਾਰ ਉਤਾਰਾ ਕਰ ਦਿੰਦੇ ਹਨ। ਜਿਵੇਂ ਗੁਰੂ ਬਾਬਾ ਜੀ ਕਹਿੰਦੇ ਹਨ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਿਨ੍ਹਾਂ ਦੇ ਉੱਪਰ ਗੁਰੂ ਦੀ ਕਰਮ ਨਵਾਜੀ ਹੋ ਜਾਵੇ, ਜਿਨ੍ਹਾਂ ਦੇ ਕਰਮ ਗੁਰੂ ਦੀ ਦਿੱਤੀ ਸਿੱਖਿਆ ਦੇ ਅਨੁਸਾਰ ਹੋ ਜਾਣ, ਉਹਨਾਂ ਤੇ ਗੁਰੂ ਦੀ ਨਜ਼ਰ ਹੁੰਦੀ ਹੈ। ਤੇ ਜਿਨ੍ਹਾਂ ਤੇ ਗੁਰੂ ਦੀ ਨਜ਼ਰ ਹੋਵੇ ਫਿਰ ਲੱਖਾਂ ਖੁਸ਼ੀਆਂ ਉਹਨਾਂ ਦੇ ਜੀਵਨ ਵਿੱਚ ਆ ਜਾਂਦੀਆਂ ਹਨ। ਵਡਭਾਗੀ ਹੋ ਨਗਰ, ਬੈਂਕਾਂ ਨਿਵਾਸੀ ਸੰਗਤਾਂ, ਮੇਰਾ ਇਹ ਸਾਰਾ ਹੀ ਨਗਰ ਸਤਿਗੁਰਾਂ ਦੀ ਰਹਿਮਤ ਦਾ ਬਖਸ਼ਿਸ਼ ਦਾ ਪਾਤਰ ਹੈ। ਗੁਰਦੇਵ ਨੇ ਇਸ ਧਰਤੀ ਤੇ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ। ਜਿੱਥੇ ਜਿੱਥੇ ਵੀ ਸਤਿਗੁਰੂ ਦੇ ਚਰਨ ਪਏ ਉਹ ਧਰਤੀ ਪਾਕ ਮੁਕੱਦਸ ਧਰਤੀ ਹੈ। ਜਿੱਥੇ ਮਹਾਪੁਰਖਾਂ ਨੇ ਚਰਨ ਪਾਏ ਉੱਥੇ ਗੁਰੂ ਪਿਆਰਿਆਂ ਨੇ ਵੀ ਚਰਨ ਪਾਏ। ਸੱਚਖੰਡ ਵਾਸੀ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਸੋਹਣ ਸਿੰਘ ਸਾਹਿਬ ਜੀ, ਅਸੀਂ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਅਜੇ ਜਿਹੜੀ ਰੋਈ ਆਪਣੇ ਨਗਰ ਵਿੱਚ ਜੀ ਬਾਰ-ਬਾਰ ਲੰਘਦੀ ਹੈ, ਇਹ ਅਜੇ ਪੱਕੀ ਨਹੀਂ ਸੀ, ਕੱਚੀ ਸੀ। ਔਰ ਇਹਦੇ ਅੰਦਰ ਡੰਡੀਆਂ ਬਣੀਆਂ ਹੋਈਆਂ ਸੀ। ਗੱਡਿਆਂ ਤੇ ਇੱਟਾਂ ਢੋਂਦੇ ਰਹੇ ਮਹਾਪੁਰਖ ਆਪ। ਗੱਡਿਆਂ ਤੇ ਸੁਰ ਸਿੰਘ ਤੋਂ ਇੱਟਾਂ ਲਿਆ ਕੇ ਪੰਜਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਦੀ ਸੇਵਾ ਦੇ ਵਿੱਚ
ਉਹ ਹਿੱਸੇ ਪਾਉਂਦੇ ਰਹੇ ਔਰ ਆਪਣੀ ਅਗਵਾਈ ਦੇ ਕੇ ਨਗਰ ਤੋਂ ਉਹਨਾਂ ਨੇ ਸੇਵਾ ਲਈ। ਸੇਵਾ ਸਤਿਗੁਰੂ ਸਾਹਿਬ ਜੀ ਨੇ ਲਈ। ਮਹਾਂਪੁਰਖ ਉਦਮ ਦਿੰਦੇ ਨੇ ਸਨਮਾਨਯੋਗ ਸੰਗਤ ਜੀ। ਪਾਵਨ ਦਰਬਾਰ ਦੀ ਸੇਵਾ ਦੀ ਰਮਤਾ ਸੱਚਖੰਡ ਵਾਸੀ ਬਾਬਾ ਜੀ ਹੋਰਾਂ ਨੇ ਕਰਵਾਈ ਔਰ ਇਸੇ ਤਰ੍ਹਾਂ ਹੀ ਫਿਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ ਦੇ 11ਵੇਂ ਜਾਨਸ਼ੀਨ ਮਹਾਂਪੁਰਖ ਜਿਨ੍ਹਾਂ ਦਾ ਨਾਮ ਸਤਿਕਾਰਯੋਗ ਬਾਬਾ ਦਇਆ ਸਿੰਘ ਸਾਹਿਬ ਜੀ ਹੈ ਔਰ ਉਹਨਾਂ ਦੇ ਹਰੇਕ ਕਰਮ ਦੇ ਵਿੱਚੋਂ ਦਇਆ ਝਲਕਦੀ ਹੈ। ਜਿਹੜੇ ਦਇਆ ਦੀ ਮੂਰਤ ਸਨ, ਜਿਨ੍ਹਾਂ ਦੀ ਦ੍ਰਿਸ਼ਟੀ ਦੇ ਵਿੱਚੋਂ ਅੰਮ੍ਰਿਤ ਵਰਸਦਾ ਸੀ, ਅੰਮ੍ਰਿਤ। ਔਰ ਉਹ ਅੰਮ੍ਰਿਤ ਦ੍ਰਿਸ਼ਟੀ ਜਿਨ੍ਹਾਂ ਤੇ ਪਈ ਸਨਮਾਨਯੋਗ ਸੰਗਤ ਜੀ, ਉਹਨਾਂ ਨੂੰ ਮਿੱਟੀ ਤੋਂ ਹੀਰੇ ਮੋਤੀ ਬਣਾ ਦਿੱਤਾ। ਇਹ ਮਹਾਂਪੁਰਖਾਂ ਦੀ ਨਦਰ ਦੇ ਵਿੱਚ, ਕਿਉਂਕਿ ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਹੁੰਦੀ ਹੈ। ਇਹ ਸਤਿਗੁਰੂ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਹੈ। ਜਿਹੜੇ ਅੰਮ੍ਰਿਤ ਬਾਣੀ ਦੇ ਨਾਲ ਜੁੜੇ ਰਹਿੰਦੇ ਨੇ, ਉਹਨਾਂ ਦੇ ਬੋਲ ਵੀ ਅੰਮ੍ਰਿਤ ਹੋ ਜਾਂਦੇ ਨੇ ਤੇ ਉਹਨਾਂ ਦੀ ਦ੍ਰਿਸ਼ਟੀ ਵੀ ਅੰਮ੍ਰਿਤ ਹੋ ਜਾਂਦੀ ਹੈ। ਜਦੋਂ ਮਹਾਂਪੁਰਖਾਂ ਦੀ ਹਾਜ਼ਰੀ ਦੇ ਵਿੱਚ ਰਹਿੰਦੇ ਸੀ, ਉਹਨਾਂ ਦੇ ਦਰਸ਼ਨ ਕਰਦੇ ਸੀ, ਉਦੋਂ ਉਹਨਾਂ ਦੀਆਂ ਕੁਝ ਡੂੰਘੀਆਂ ਨੁਸਤਰਾਂ, ਉਹਨਾਂ ਦੇ ਬਚਨ ਸਮਝ ਤੋਂ ਬਾਹਰੇ ਸਨ। ਹੁਣ ਸਨਮਾਨਯੋਗ ਸੰਗਤ ਜੀ ਸਰੀਰ ਕਰਕੇ ਓਹਲਾ ਕਰ ਗਏ ਤੇ ਉਹਨਾਂ ਦੀ ਰਸਨਾ ਤੋਂ ਉਚਾਰਨ ਹੋਏ ਬਚਨ ਗੁਰਬਾਣੀ ਦੀ ਕਸਵੱਟੀ ਤੇ ਬਿਲਕੁਲ ਖਰੇ ਉਤਰਦੇ ਨੇ। ਜੋ ਇੱਕ ਪੂਰਨ ਮਹਾਂਪੁਰਖ ਦੇ ਗੁਣ ਹੁੰਦੇ ਨੇ, ਉਹ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸਾਹਿਬ ਜੀ ਹੋਰਾਂ ਦੇ ਵਿੱਚ ਸਾਰੇ ਹੀ ਸਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਮਹਾਂਪੁਰਖਾਂ ਦੇ ਉਪਰੰਤ ਜੋ ਬਖਸ਼ਿਸ਼ਾਂ ਰਹਿਮਤਾਂ ਸੱਚਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਸੋਹਣ ਸਿੰਘ ਸਾਹਿਬ ਜੀ ਹੋਰਾਂ ਦੀ ਰਸਨਾ ਤੋਂ ਹੀ ਬਚਨ ਹੋ ਗਏ ਕਿ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਸੇਵਾਵਾਂ ਸਭ ਕਸਰਾਂ ਕੱਢ ਦੇਣੀਆਂ ਹਨ। ਤੋ ਉਹ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਬਾਬਾ ਜੀ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੇ ਸੱਚਖੰਡ ਜਾਣ ਦੇ ਉਪਰੰਤ ਕਿੰਨੀਆਂ ਕੁ ਸੇਵਾਵਾਂ ਮਹਾਂਪੁਰਖਾਂ ਨੇ ਨਿਭਾਈਆਂ। ਕਿੱਡੇ ਕਿੱਡੇ ਵੱਡੇ ਪਹਿਰੇ ਸ਼ਤਾਬਦੀਆਂ ਦੇ ਅੰਦਰ ਗੁਰੂ ਕੇ ਲੰਗਰਾਂ ਦੇ, ਗੁਰੂ ਘਰਾਂ ਦੀਆਂ ਇਮਾਰਤਾਂ ਦੇ ਦੀਵਾਨ ਹਾਲ ਆਪਾਂ ਦੇਖਿਆ ਹੈ। ਕਿੱਡਾ ਵੱਡਾ ਦੀਵਾਨ ਹਾਲ ਔਰ ਕਿੱਡੀ ਵੱਡੀ ਸੇਵਾ ਹੁੰਦੀ ਹੈ। ਜਿਹੜੇ ਗੁਰਮੁਖ ਪਿਆਰਿਆਂ ਦੀ ਜ਼ਿੰਮੇਵਾਰੀ ਡਿਊਟੀ ਮਹਾਂਪੁਰਖਾਂ ਨੇ ਲਾਈ, ਉਹ ਵੀ ਅੱਜ ਦੇ ਜੋੜ ਮੇਲੇ ਦੇ ਅੰਦਰ ਹਾਜ਼ਰ ਹਨ। ਇਹ ਕਿੱਡਾ ਵੱਡਾ ਕਾਰਜ ਹੈ ਔਰ ਇਦਾਂ ਦੇ ਪਤਾ ਨਹੀਂ ਕਿੰਨੇ ਕੁ ਕਾਰਜ ਇਹ ਜੋ ਡਿਊਟੀ 6ਵੇਂ ਪਾਤਸ਼ਾਹ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ ਦੀ ਲਾਈ ਹੈ, ਉਹ ਮਹਾਂਪੁਰਖ ਸੀਨੇ ਪਸੀਨੇ ਨਿਭਾ ਰਹੇ ਨੇ। 12ਵੀਂ ਜਗ੍ਹਾ ਤੇ 12ਵੇਂ ਜਾਨਸ਼ੀਨ ਮਹਾਂਪੁਰਖ ਬਾਬਾ ਜੀ ਹਰ ਸਾਲ ਦੀ ਤਰ੍ਹਾਂ ਜਿਵੇਂ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸਾਹਿਬ ਜੀ, ਅਸੀਂ ਵੇਖਿਆ ਹੈ ਕਿ ਜੋ ਅੰਮ੍ਰਿਤ ਵੇਲੇ ਤੋਂ ਮਹਾਂਪੁਰਖਾਂ ਨੇ ਆ ਜਾਣਾ, 5ਵੇਂ ਪਾਤਸ਼ਾਹ ਦੇ ਅਸਥਾਨਾਂ ਤੇ ਜੋ ਆਪਾਂ ਸਾਲਾਨਾ ਜੋੜ ਮੇਲਾ 27 ਹਾੜ ਵਾਲੇ ਦਿਨ ਦਾ ਹੈ, ਭੋਗ ਦੇ ਸਮੇਂ ਦੇ ਉਪਰੰਤ ਸਾਰਾ ਦਿਨ ਦੀਵਾਨਾਂ ਦੇ ਵਿੱਚ ਹਾਜ਼ਰੀ, ਸਾਰਾ ਦਿਨ ਮੱਲ ਅਖਾੜੇ, ਫਿਰ ਨਾਲ ਮਹੱਲਿਆਂ ਦੀ ਹਾਜ਼ਰੀ। ਔਰ ਉਸੇ ਤਰ੍ਹਾਂ ਹੀ ਸਨਮਾਨਯੋਗ ਸੰਗਤ ਜੀ ਅੱਜ ਮਹਾਂਪੁਰਖ ਬਾਬਾ ਜੀ ਸਾਨੂੰ ਪਿਆਰ ਦੇ ਕੇ ਨਵਾਜ ਰਹੇ ਹਨ। ਨਗਰ ਨਿਵਾਸੀ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਵਿਸ਼ੇਸ਼ ਹਾਜ਼ਰੀ ਮਹਾਂਪੁਰਖ ਲਵਾਉਣ ਵਾਸਤੇ ਪਹੁੰਚੇ। ਭਾਵੇਂ ਕਿ ਬੇਅੰਤ ਥਾਵਾਂ ਤੇ 5-7 ਥਾਵਾਂ ਤੇ ਅੱਜ ਬਾਬਾ ਜੀ ਦੀ ਹਾਜ਼ਰੀ, ਦਾਓ ਕੇ ਨਗਰ ਸੱਚਖੰਡ ਵਾਸੀ ਬਾਬਾ ਜੀ ਦੀ ਯਾਦ ਦੇ ਅੰਦਰ ਸਮਾਗਮ, ਉੱਥੇ ਹਾਜ਼ਰੀ ਲਵਾਉਣ ਦੇ ਉਪਰੰਤ ਮਹਾਂਪੁਰਖ ਆਪਣੇ ਪਾਸ ਹਾਜ਼ਰ ਹੋਏ ਹਨ। ਬਾਬਾ ਜੀ ਨੂੰ ਜੀਓ ਆਇਆਂ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਅਸੀਂ ਸਦਾ ਹੀ ਰਿਣੀ ਹਾਂ। ਜੋ ਪਿਆਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਦਰ ਕਰਨੇ ਸਾਡੇ ਨਗਰ ਨੂੰ ਦੇ ਕੇ ਨਵਾਜਿਆ। ਬਜ਼ੁਰਗ ਇਹ ਵੀ ਦੱਸਦੇ ਨੇ ਕਿ ਸੱਚਖੰਡ ਵਾਸੀ ਬਾਬਾ ਸੋਹਣ ਸਿੰਘ ਸਾਹਿਬ ਜੀ ਕਿਹਾ ਕਰਦੇ ਸੀ, ਬੈਂਕਾ ਸਾਡੀ ਲਿੰਕਾ ਹੈ। ਤਾਂ ਲਿੰਕਾ ਦਾ ਖਿਤਾਬ ਆਪਣੇ ਨਗਰ ਨੂੰ ਮਿਲਿਆ ਹੈ। ਏਡੀਆਂ ਵੱਡੀਆਂ ਰਹਿਮਤਾਂ ਬਖਸ਼ਿਸ਼ਾਂ ਹਰੇਕ ਨਗਰ ਨੂੰ ਨਹੀਂ ਮਿਲਦੀਆਂ। ਆਪਾਂ ਵਡਭਾਗੀ ਹਾਂ, ਏਡੇ ਵੱਡੇ ਘਰ ਦੇ ਨਾਲ ਜੁੜੇ ਹਾਂ। ਗੁਰਦੇਵ ਦੇ ਚਰਨਾਂ ਦੇ ਵਿੱਚ ਸਾਰੇ ਇੱਕ ਵਾਰੀ ਹਾਜ਼ਰੀ ਲਵਾਓ ਔਰ ਕੋਈ ਇਤਿਹਾਸਕ ਮਜ਼ਮੂਨ ਆਪ ਗੁਰੂ ਦੀਆਂ ਸੰਗਤਾਂ ਦੇ ਨਾਲ ਸਾਂਝਾ ਕਰ ਸਕੀਏ। 40 ਮਿੰਟ ਢਾਡੀ ਜਥੇ ਨੇ ਹਾਜ਼ਰੀ ਲਾਈ ਹੈ ਔਰ ਸਮੇਂ ਦੀ ਵੰਡ ਦੇ ਵਿੱਚੋਂ 40 ਮਿੰਟ ਹੀ ਸਾਡੇ ਹਿੱਸੇ ਆਉਂਦਾ ਹੈ। ਗਿਆਨੀ ਗੁਰਿੰਦਰਪਾਲ ਸਿੰਘ ਜੀ ਬੈਂਕਾ ਸਾਹਿਬ, ਉਹ ਕਹਿੰਦੇ ਹਨ ਕਿ ਅਸੀਂ 2-2:15 ਵਜੇ ਤੱਕ ਹਾਜ਼ਰ ਹੋ ਜਾਵਾਂਗੇ। ਇਸ ਕਰਕੇ ਉਹਨਾਂ ਦੇ ਆਉਣ ਤੱਕ ਆਪਾਂ ਗੁਰ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ। ਬਲ ਬਖਸ਼ੋ, ਅਸੀਸ ਬਖਸ਼ੋ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਵੀਰ ਰਸ ਭਰਿਆ ਪ੍ਰਸੰਗ ਢਾਡੀ ਜਥੇ ਦੇ ਕੋਲੋਂ ਸਰਵਣ ਕਰ ਰਹੇ ਸੀ। ਇਹ ਇਤਿਹਾਸ ਹੀ ਹੈ ਜਿਹੜਾ ਸਾਡੀ ਅਗਵਾਈ ਕਰਦਾ ਹੈ, ਸਾਨੂੰ ਜਜ਼ਬਾ ਬਖਸ਼ਦਾ ਹੈ। ਨਹੀਂ ਤਾਂ
ਇਹ ਜਿਹੜਾ ਕਿਸਾਨੀ ਸੰਘਰਸ਼ ਜਿਹੜਾ ਮੋਰਚਾ ਲੱਗਾ ਹੋਇਆ ਹੈ, ਇੱਕ ਇਕੱਲੇ ਪੰਜਾਬ ਦਾ ਨਹੀਂ ਹੈ, ਜਾਂ ਇਕੱਲੇ ਪੰਜਾਬ ਦੇ ਸਿੱਖਾਂ ਦਾ ਜਾਂ ਕਿਸਾਨਾਂ ਦਾ ਨਹੀਂ ਹੈ। ਇਹ ਸਾਰੇ ਦੇਸ਼ ਦੀ ਕਿਸਾਨੀ ਨੂੰ ਪ੍ਰਭਾਵਿਤ ਕਰਦਾ ਹੈ। ਦੇਸ਼ ਦੇ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਵੀ ਜਾਤ ਔਰ ਮਜ਼ਹਬ ਦੇ ਨਾਲ ਤਾਲੁਕ ਰੱਖਦਾ ਕੋਈ ਵੀ ਕਿਸਾਨ ਹੈ, ਇਹ ਉਹਦੇ ਵਾਸਤੇ ਮਾੜਾ ਹੈ। ਸਨਮਾਨਯੋਗ ਸੰਗਤ ਜੀ, ਇਸ ਕਿਸਾਨੀ ਸੰਘਰਸ਼ ਦੇ ਅੰਦਰ ਪੰਜਾਬ ਦੇ ਕਿਸਾਨ ਗੁਰੂ ਕੇ ਸਿੱਖ ਹੀ ਕਿਉਂ ਲੀਡ ਕਰ ਰਹੇ ਨੇ ਇਸ ਸੰਘਰਸ਼ ਨੂੰ? ਕਾਰਨ ਇਹ ਹੈ ਕਿ ਸਾਡਾ ਜਿਹੜਾ ਇਤਿਹਾਸ ਹੈ, ਸਾਡੇ ਗੁਰੂਆਂ ਦਾ ਤੇ ਗੁਰੂ ਦੇ ਨਵਾਜੇ ਸਿੱਖਾਂ ਦਾ, ਸ਼ਹੀਦਾਂ ਦਾ, ਉਹ ਸਾਨੂੰ ਜਜ਼ਬਾ ਦਿੰਦਾ ਹੈ। ਨਾ ਕਦੇ ਜ਼ਬਰਦਸਤੀ ਸਾਡੇ ਸਤਿਗੁਰਾਂ ਨੇ ਪ੍ਰਵਾਨ ਕੀਤੀ ਤੇ ਨਾ ਕਦੇ ਗੁਰੂ ਦੇ ਸਿੰਘਾਂ ਨੇ ਪ੍ਰਵਾਨ ਕੀਤੀ। ਜ਼ਬਰਦਸਤੀ ਕਿਸੇ ਦੇ ਨਾਲ ਵੀ ਹੁੰਦੀ ਸੀ। ਆਪ ਜੀ ਨੇ ਸੁਣਿਆ ਢਾਡੀ ਸਿੰਘਾਂ ਦੇ ਕੋਲੋਂ ਪ੍ਰਸੰਗ, ਇਹ ਨਹੀਂ ਵੇਖਿਆ ਕਿ ਉਹ ਪੰਡਤ ਹੈ ਜਾਂ ਉਹ ਹੋਰ ਕਿਸੇ ਧਰਮ ਦੇ ਨਾਲ ਤਾਲੁਕਾਤ ਰੱਖਦਾ ਹੈ। ਸਾਡਾ ਵਿਰੋਧ ਜ਼ੁਲਮ ਦੇ ਨਾਲ ਹੈ, ਸਾਡਾ ਵਿਰੋਧ ਜ਼ਬਰਦਸਤੀ ਦੇ ਨਾਲ ਹੈ। ਔਰ ਗੁਰਦੇਵ ਵੀ ਕਹਿੰਦੇ ਹਨ, ਜ਼ੋਰ ਕੀਆ ਸੋ ਜ਼ੁਲਮ ਹੈ। ਜ਼ਬਰਦਸਤੀ ਕਰਨੀ ਹੀ ਜ਼ੁਲਮ ਹੁੰਦਾ ਹੈ, ਔਰ ਸਮੇਂ ਦੀ ਹਕੂਮਤ ਜ਼ਬਰਦਸਤੀ ਕਰ ਰਹੀ ਹੈ। ਅਸੀਂ ਕਹਿੰਦੇ ਹਾਂ ਸਾਨੂੰ ਇਹ ਜਿਹੜੇ ਆਰਡੀਨੈਂਸ ਜਾਰੀ ਕਰਕੇ ਕਾਲੇ ਕਾਨੂੰਨ ਬਣਾ ਦਿੱਤੇ, ਇਹ ਸਾਨੂੰ ਨਹੀਂ ਚਾਹੀਦੇ, ਤੇ ਉਹ ਕਹਿੰਦੇ ਅਸੀਂ ਜ਼ਬਰਦਸਤੀ ਥੋਪਣੇ ਆ। ਤਾਂ ਅਸੀਂ ਕਹਿੰਦੇ ਹਾਂ ਜ਼ਬਰਦਸਤੀ ਸਾਡੇ ਗੁਰੂ ਨੇ ਤੇ ਗੁਰੂ ਦੇ ਸਿੰਘਾਂ ਨੇ ਕਦੇ ਪ੍ਰਵਾਨ ਹੀ ਨਹੀਂ ਕੀਤੀ। ਸਨਮਾਨਯੋਗ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੇ ਜੀਵਨ ਕਾਲ ਦੇ ਅੰਦਰ ਬਹੁਤ ਸਾਰਾ ਇਤਿਹਾਸ ਸਾਨੂੰ ਵੀਰ ਰਸੀ ਜਜ਼ਬਾ ਬਖਸ਼ਦਾ ਹੈ, ਸਾਨੂੰ ਇਹ ਹਿੰਮਤ ਦਿੰਦਾ ਹੈ, ਸਾਨੂੰ ਇਹ ਉਦਮ ਦਿੰਦਾ ਹੈ ਕਿ ਸਾਡੇ ਹੱਕ ਸਾਡੇ ਹੀ ਕਿਉਂ, ਹੋਰਨਾਂ ਦੇ ਵੀ ਹੱਕਾਂ ਬਦਲੇ ਅਸੀਂ ਲੜਦੇ ਆਏ ਤੇ ਸਾਡੇ ਹੱਕ ਅਸੀਂ ਵਾਪਸ ਕਿਵੇਂ ਲਿਆਉਣੇ ਆ, ਇਹ ਗੁਰੂ ਦਾ ਇਤਿਹਾਸ ਹੀ ਸਾਨੂੰ ਸਿਖਾਉਂਦਾ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਖੋਇਆ ਹੋਇਆ ਗੁਰੂ ਘਰ ਦਾ ਹੱਕ ਸ਼ਾਹੀ ਕਿਲੇ ਲਾਹੌਰ ਦੇ ਵਿੱਚੋਂ ਵਾਪਸ ਲੈ ਕੇ ਆਂਦਾ। 2 ਘੋੜੇ ਵਾਰੋ ਵਾਰੀ ਦਿਲਬਾਗ ਤੇ ਗੁਲਬਾਗ ਗੁਰਦੇਵ ਦੀ ਆਗਿਆ ਪਾ ਕੇ ਗਏ ਤੇ ਸ਼ਾਹੀ ਕਿਲੇ ਲਾਹੌਰ ਦੀਆਂ ਕੰਧਾਂ ਟਪਾ ਕੇ ਰਾਵੀ ਦਰਿਆ ਵਿੱਚ ਦੀ ਠੇਲ ਕੇ ਦੋਵੇਂ ਘੋੜੇ ਲਿਆ ਗੁਰੂ ਘਰ ਦੇ ਵਿੱਚ ਹਾਜ਼ਰ ਕੀਤੇ। ਗੁਰਦੇਵ ਨੇ ਛਾਤੀ ਨਾਲ ਲਾ ਕੇ ਆਖਿਆ, ਬਿਧੀ ਚੰਦ ਸ਼ੀਨਾ ਗੁਰ ਸੀਨਾ ਭਾਓ ਭਗਤ ਲੀਨਾ। ਤੇ ਇਹ ਜਿਹੜੀ ਭਾਵਨਾ ਵਿੱਚ ਤੁਸੀਂ ਲੀਨ ਹੋ ਬਿਧੀ ਚੰਦ ਜੀ, ਕਮੀ ਕਦੇ ਨਾ ਹੈ। ਇਸ ਭਾਵਨਾ ਦੇ ਵਿੱਚ ਅੱਗੇ ਵੀ ਕਦੇ ਕਮੀ ਨਹੀਂ ਆਵੇਗੀ। ਸਦੀਵੀ ਕਾਲ ਸਦਾ ਸਾਂਝ ਤੇਰੀ ਪੁਸ਼ਤੈਨੀ। ਸਦੀਵੀ ਕਾਲ ਜਿਵੇਂ ਤੁਸੀਂ ਗੁਰੂ ਘਰ ਦੇ ਪ੍ਰਤੀ ਭਾਵਨਾ ਵਿਖਾਈ ਹੈ, ਇਸੇ ਤਰ੍ਹਾਂ ਦੁਨੀਆ ਵੇਖੇਗੀ ਤੁਹਾਡੀ ਅੰਸ-ਬੰਸ ਮਹਾਂਪੁਰਖ, ਤੁਹਾਡੇ ਗੱਦੀ ਨਸ਼ੀਨ। ਇਸੇ ਤਰ੍ਹਾਂ ਇਹ ਭਾਵਨਾ ਕਮੀ ਕਦੇ ਨਾ ਹੈ, ਕਦੇ ਵੀ ਕਮੀ ਨਹੀਂ ਆਵੇਗੀ। ਇਹ ਗੁਰਦੇਵ ਦੀ ਰਸਨਾ ਦੇ ਬਚਨ ਨੇ ਤੇ ਇਤਿਹਾਸ ਵਿੱਚ ਸਾਨੂੰ ਦਰਜ ਮਿਲਦੇ ਨੇ। ਕਦੇ ਸ਼ਬਦ ਉਹ ਅਗੇਤਰ ਹੁੰਦਾ ਹੈ ਤੇ ਆਉਣ ਵਾਲੇ ਸਮੇਂ ਦਾ ਬਿਆਨ ਕਰਦਾ ਹੈ ਕਿ ਕਦੇ ਵੀ ਨਹੀਂ ਕਮੀ ਆਵੇਗੀ। ਇਹ ਭਾਵਨਾ ਇਸੇ ਤਰ੍ਹਾਂ ਬਣੀ ਰਹੇਗੀ। ਤਾਂ ਆਪਾਂ ਵੇਖ ਰਹੇ ਹਾਂ ਸੱਚਖੰਡ ਵਾਸੀ ਮਹਾਂਪੁਰਖਾਂ ਦੇ ਮਨ ਵਿੱਚ ਗੁਰੂ ਦੀ ਪ੍ਰਤੀ ਭਾਵਨਾ ਤੇ ਅਜੋਕੇ ਸਮੇਂ ਦੇ ਅੰਦਰ ਮੌਜੂਦਾ ਮਹਾਂਪੁਰਖ, ਬਹੁਤਾ ਕਹਿਣ ਦੀ ਜ਼ਰੂਰਤ ਨਹੀਂ, ਆਪ ਸਾਰੇ ਮਹਾਂਪੁਰਖਾਂ ਦੇ ਸੰਗੀ ਸਾਥੀ ਹੋ, ਜਾਣਦੇ ਹੋ। ਤੋ ਮਹਾਰਾਜ ਸੱਚੇ ਪਾਤਸ਼ਾਹ ਦੀ ਆਗਿਆ ਦੇ ਨਾਲ ਦੋਵੇਂ ਘੋੜੇ ਕੱਢ ਲਿਆਂਦੇ। ਜਦੋਂ ਦੂਜਾ ਘੋੜਾ ਲੈਣ ਗਏ ਸਨ ਗੁਲਬਾਗ, ਉਦੋਂ ਲਲਕਾਰ ਕੇ ਤੇ ਵੰਗਾਰ ਕੇ ਆਏ ਸਨ ਬਾਬਾ ਬਿਧੀ ਚੰਦ ਸਾਹਿਬ ਜੀ। ਆਖਿਆ ਸ਼ਾਹਜਹਾਨ ਦੇ ਕਰਮਚਾਰੀਆਂ ਨੂੰ, ਕਰਿੰਦਿਆਂ ਨੂੰ, ਨਾ ਮੈਂ ਕਾਹੀ ਸੀ ਤੇ ਨਾ ਮੈਂ ਨਜੂਮੀ ਹਾਂ। ਮੈਂ ਹਾਂ 6ਵੇਂ ਪਾਤਸ਼ਾਹ ਦਾ ਸਿੱਖ ਤੇ ਨਾ ਮੈਂ ਮੇਰਾ ਬਿਧੀ ਚੰਦ। ਪਹਿਲਾ ਘੋੜਾ ਵੀ ਮੈਂ ਲੈ ਕੇ ਗਿਆ ਸੀ, ਦੂਜਾ ਘੋੜਾ ਵੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੈਂ ਲੈ ਚੱਲਿਆ। ਜੇ ਤੁਹਾਡੇ ਝੂਠੇ ਬਾਦਸ਼ਾਹ ਦੀਆਂ ਬਾਹਾਂ ਦੇ ਵਿੱਚ ਬਲ ਹੈ ਤੇ ਇਹ ਗੁਰੂ ਕਿਆਂ ਤੋਂ ਘੋੜੇ ਲੈ ਲਵੇ, ਇਹ ਗੁਰੂ ਘਰ ਦਾ ਹੱਕ ਹੈ, ਤੋਂ ਅਸੀਂ ਲੈ ਚੱਲੇ। ਇੰਨੀ ਗੱਲ ਕਹਿ ਕੇ ਪਲਾਕੀ ਮਾਰੀ, ਕੰਧ ਟਪਾਈ ਘੋੜੇ ਨੂੰ, ਤੇ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ ਗਾਉਂਦੇ ਹੋਏ ਪਹੁੰਚ ਗਏ ਗੁਰਦੇਵ ਦੇ ਚਰਨਾਂ ਦੇ ਅੰਦਰ। ਇਧਰ ਬਾਬਾ ਜੀ ਦੀ ਲਲਕਾਰ ਵੰਗਾਰ ਦਿਨ ਚੜ੍ਹਦਿਆਂ ਪਹੁੰਚੀ ਸ਼ਾਹਜਹਾਨ ਤੱਕ। ਆਖਿਆ ਬਾਦਸ਼ਾਹ ਸਲਾਮਤ, ਇਹ ਜਿਹੜੀਆਂ ਗਤੀਵਿਧੀਆਂ ਗੁਰੂ ਘਰੋਂ ਸ਼ੁਰੂ ਹੋ ਰਹੀਆਂ ਨੇ, ਇਹ ਸਰਕਾਰ ਦੇ ਤਖਤ ਨੂੰ ਹਿਲਾ ਦੇਣਗੀਆਂ। ਉਹ ਦਿਨ ਦੂਰ ਨਹੀਂ ਜਦੋਂ ਦਿੱਲੀ ਦੇ ਤਖਤ ਤੇ ਗੁਰੂ ਕਾਬਜ ਹੋ ਜਾਵੇ। ਏਡੀ ਵੱਡੀ ਚੁਣੌਤੀ, ਸਮੇਂ ਦੀ ਹਕੂਮਤ ਨੂੰ ਲਲਕਾਰ ਕੇ ਇੱਕ ਫਕੀਰ ਗੁਰੂ ਦਾ ਚੇਲਾ ਤੇ ਲਲਕਾਰ ਕੇ ਘੋੜੇ ਲੈ ਕੇ ਚਲਿਆ ਗਿਆ। ਸਾਨੂੰ ਕੁਝ ਕਰਨਾ ਚਾਹੀਦਾ ਹੈ। ਸ਼ਾਹਜਹਾਨ ਅੱਗ ਬਬੂਲਾ ਹੋਇਆ। ਪਹਿਲਾਂ ਵੀ 2 ਵਾਰ ਬੁਰੀ ਤਰ੍ਹਾਂ ਹਾਰ ਚੁੱਕੀ ਹੈ ਦੇਸ਼ ਦੀ ਹਕੂਮਤ ਗੁਰੂ ਘਰ ਦੇ ਨਾਲ ਮੱਥਾ ਲਾ ਕੇ। ਹੁਣ ਤੀਜੀ ਵਾਰ ਇਹਨੇ ਖਾਨਾ ਜਰਨੈਲਾਂ ਦੀ ਸਭਾ ਬੁਲਾਈ। ਲੱਗੀ ਹੋਈ ਸਭਾ ਦੇ ਵਿੱਚ ਇਹਨੇ ਪਾਨਾਂ ਵਾਲਾ ਬੀੜਾ ਰੱਖ ਕੇ ਇੱਕ ਤਕਰੀਰ ਕੀਤੀ ਗੁਰੂ ਨੂੰ ਬੰਦੀ ਬਣਾ ਕੇ ਲਿਆਉਣ ਦੀ। ਆਓ ਸੁਣੋ।
ਸ਼ਾਹਜਹਾਨ ਹੈ ਭੜਕਿਆ ਗੁੱਸੇ ਵਿੱਚ ਆ ਕੇ, ਮੁਖੋਂ ਏਦਾਂ ਆਖਦਾ ਉਹ ਸਭਾ ਬਲਾ ਕੇ, ਮੁਖੋਂ ਏਦਾਂ ਆਖਦਾ ਉਹ ਸਭਾ ਬਲਾ ਕੇ। ਉਹ ਕਹਿੰਦਾ ਲੈ ਕੇ ਫੌਜ ਨੂੰ ਬਿਨ ਦੇਰੀ ਜਾਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਾਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਾਵੋ। ਆਓ ਨਵੇਂ ਨਵੇਂ ਜੋ ਸੂਰਮੇ ਫਿਰਦਾ ਹੈ ਸਾਜੀ, ਲਾ ਦੇਵੋ ਜੋ ਅਸਾਂ ਨੂੰ ਪਾਉਂਦੇ ਨੇ ਭਾਜੀ, ਲਾ ਦੇਵੋ ਜੋ ਅਸਾਂ ਨੂੰ ਪਾਉਂਦੇ ਨੇ ਭਾਜੀ। ਘੋੜੇ ਕੱਢਣ ਦੀ ਸਜ਼ਾ ਜੋ ਲਿਆ ਕੇ ਭਗਤਾਓ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਿਆਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਿਆਵੋ। ਆਓ ਕਹਿੰਦਾ ਸੱਚਾ ਪਾਤਸ਼ਾਹ ਪਿਆ ਕਹਾਵੇ, ਕਹਿੰਦਾ ਸੱਚਾ ਪਾਤਸ਼ਾਹ ਪਿਆ ਕਹਾਵੇ, ਬਣ ਵੱਡਾ ਸੁਲਤਾਨ ਜੋ ਪਿਆ ਫੌਜ ਸਜਾਵੇ, ਬਣ ਵੱਡਾ ਸੁਲਤਾਨ ਜੋ ਪਿਆ ਫੌਜ ਸਜਾਵੇ। ਬੇੜੀਆਂ ਜਾ ਕੇ ਉਸ ਦੇ ਪੈਰਾਂ ਵਿੱਚ ਪਾਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਿਆਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਿਆਵੋ। ਓ ਸ਼ਸਤਰ ਧਾਰੀ ਸੂਰਮਾ ਓ ਫਿਰਦਾ ਬਣਿਆ, ਦੋ ਤਲਵਾਰਾਂ ਪਹਿਣ ਕੇ ਫਿਰਦਾ ਹੈ ਤਣਿਆ, ਦੋ ਤਲਵਾਰਾਂ ਪਹਿਣ ਕੇ ਫਿਰਦਾ ਹੈ ਤਣਿਆ। ਬਣਿਆ ਮਾਲਿਕ ਤਖਤ ਦਾ ਉਸ ਤਾਈਂ ਨਵਾਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਿਆਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਿਆਵੋ। ਆਓ ਕਰੇ ਲੰਘਣਾ ਹੁਕਮ ਦੀ ਔਰਤਾਂ ਨਾ ਡਰਦਾ, ਹਰ ਗੱਲ ਵਿੱਚ ਹੈ ਆਪਣੀ ਮਨ ਮਰਜ਼ੀ ਕਰਦਾ, ਹਰ ਗੱਲ ਵਿੱਚ ਹੈ ਆਪਣੀ ਮਨ ਮਰਜ਼ੀ ਕਰਦਾ। ਲਿਆ ਕੇ ਮੇਰੇ ਸਾਹਮਣੇ ਇਸਲਾਮ ਮਨਾਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਿਆਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਿਆਵੋ। ਆਓ ਤੱਤੀ ਲੋਤੇ ਉਸ ਦੇ ਪਿਓ ਤਾਈਂ ਤਪਾਇਆ, ਤੱਤੀ ਲੋਤੇ ਉਸ ਦੇ ਪਿਓ ਤਾਈਂ ਤਪਾਇਆ, ਲੱਗਦਾ ਉਹ ਸਮਾਂ ਹੈ ਹੁਣੇ ਉਸ ਦਾ ਆਇਆ, ਲੱਗਦਾ ਉਹ ਸਮਾਂ ਹੈ ਹੁਣੇ ਉਸ ਦਾ ਆਇਆ। ਭੁੱਲਿਆ ਹੈ ਉਹ ਸਮੇਂ ਨੂੰ ਚੇਤੇ ਕਰਵਾਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਿਆਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਿਆਵੋ। ਆਓ ਪੜਦੇ ਨੇ ਸਿੱਖ ਉਸ ਦੇ ਰਾਗਾਂ ਵਿੱਚ ਬਾਣੀ, ਕਰੀ ਮਨਾਈ ਉਸ ਨੇ ਸਾਡੀ ਨਾ ਜਾਣੀ, ਕਰੀ ਮਨਾਈ ਉਸ ਨੇ ਸਾਡੀ ਨਾ ਜਾਣੀ। ਸਣੇ ਫੌਜ ਗੁਰਜੰਟ ਸਿੰਘਾ ਪਿੰਜਰੇ ਵਿੱਚ ਪਾਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਿਆਵੋ, ਫੜ ਸਿੱਖਾਂ ਦੇ ਗੁਰੂ ਨੂੰ ਜਿੰਦਾ ਹੀ ਲਿਆਵੋ। ਸਮੇਂ-ਸਮੇਂ ਤੇ ਦੇਸ਼ ਦੀ ਹਕੂਮਤ ਵੱਲੋਂ ਗੁਰੂ ਘਰ ਦੇ ਖਿਲਾਫ ਐਸੀਆਂ ਕਰੜੀਆਂ ਤਕਰੀਰਾਂ ਪੇਸ਼ ਹੁੰਦੀਆਂ ਰਹੀਆਂ। ਕਵਿਤਾ ਦੇ ਅੰਦਰ ਦੀਨ ਦੁਨੀਆ ਦੇ ਮਾਲਕ ਜਿਹੜੇ ਗੁਰੂ ਦਾ ਵੈਰ ਹੀ ਕਿਸੇ ਦੇ ਨਾਲ ਨਹੀਂ ਹੈ, ਉਸ ਗੁਰੂ ਦੇ ਪ੍ਰਤੀ ਸਮੇਂ ਦੀ ਹਕੂਮਤ ਵੱਲੋਂ ਬਾਦਸ਼ਾਹ ਵੱਲੋਂ ਤਕਰੀਰ ਕੀਤੀ ਗਈ। ਕੋਈ ਸੂਰਮਾ ਮਰਦ ਜਰਨੈਲ ਉੱਠੇ ਜਿਹੜਾ ਸੱਚੇ ਪਾਤਸ਼ਾਹ ਅਖਵਾਉਣ ਵਾਲੇ ਗੁਰੂ ਨੂੰ ਜਿੰਦਾ ਬੰਦੀ ਬਣਾ ਕੇ ਲੈ ਕੇ ਆਵੇ, ਤੇ ਨਾਲ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਵੀ ਜ਼ਿਕਰ ਹੋਇਆ। ਉਹ ਸਿਖੜੇ ਨੂੰ ਵੀ ਲੈ ਕੇ ਆਵੇ ਜਿਹੜਾ ਘੋੜੇ ਕੱਢ ਕੇ ਲੈ ਕੇ ਗਿਆ। ਤਕਰੀਰ ਤਾਂ ਸਾਰੇ ਸੁਣ ਰਹੇ ਨੇ ਪਰ ਉੱਠਦਾ ਕੋਈ ਨਹੀਂ, ਕਿਉਂਕਿ ਇਸ ਤੋਂ ਪਹਿਲਾਂ 2 ਵਾਰ ਜਿਹੜੇ ਤਕਰੀਰ ਮੰਨ ਕੇ ਗਏ ਨਾ ਤਾਂ ਗੁਰੂ ਨੂੰ ਜਿੱਤ ਕੇ ਪਰਤੇ ਤੇ ਨਾ ਜਿੰਦਾ ਪਰਤੇ। ਹੁਣ ਤੀਜੀ ਵਾਰ ਕੌਣ ਉੱਠੇ? ਫੇਰ ਆਵਾਜ਼ ਦਿੰਦਾ ਜੀ। ਤੀਜੀ ਵਾਰ ਕੜਕ ਕੇ ਬੋਲਿਆ, ਕਹਿਣ ਲੱਗਾ ਲੱਖ ਲਾਹਨਤ ਹੈ ਤੁਹਾਨੂੰ ਆਪਣੇ ਆਪ ਨੂੰ ਜਰਨੈਲ ਅਖਵਾਉਣ ਤੇ। ਸਰਕਾਰ ਦੀਆਂ ਤਨਖਾਹਾਂ ਲੈਂਦੇ ਹੋ, ਕੇਵਲ ਦੁੰਬੇ ਖਾਣ ਵਾਸਤੇ ਮੇਰੇ ਕੋਲੇ ਰਹਿੰਦੇ ਹੋ। ਸਰਕਾਰੀ ਸ਼ਾਹੀ ਤਾਕਤ ਹੁੰਦਿਆਂ, ਇੰਨੀਆਂ ਫੌਜਾਂ ਹੁੰਦਿਆਂ ਇੱਕ ਫਕੀਰ ਤੋਂ ਡਰਦੇ ਹੋ। ਤੁਸੀਂ ਸਾਰੇ ਹੀ ਜਿਹੜੇ ਬੈਠੇ ਹੋਏ ਹੋ, ਤੁਹਾਡੇ ਵਿੱਚ ਜਰਨੈਲ ਕੋਈ ਨਹੀਂ। ਇਹ ਸਾਰਾ ਲੜਾ ਬੇਗ ਨੂੰ ਜਾ ਰਿਹਾ ਸੀ, ਕਿਉਂਕਿ ਇਹੋ ਹੀ ਜਰਨੈਲਾਂ ਦੇ ਵਿੱਚ ਆਪਣੇ ਆਪ ਨੂੰ ਜ਼ਿਆਦਾ ਫੰਨੇ ਖਾਂ ਬਹੁਤਾ ਵੱਡਾ ਜਰਨੈਲ ਸਮਝਦਾ ਸੀ। ਜਦੋਂ ਇਹਨੇ ਜਾਣਿਆ ਕਿ ਲਾਹਨਤਾਂ ਸਾਰੀਆਂ ਮੇਰੇ ਵੱਲੇ ਆ ਰਹੀਆਂ ਨੇ, ਸ਼ਰਮਿੰਦਾ ਹੋਇਆ, ਉੱਠਿਆ ਪਾਨਾਂ ਵਾਲਾ ਬੀੜਾ
ਇਹਨੇ ਕਾੜ ਕਾੜ ਕਰਦਿਆਂ ਚੱਬਿਆ ਤੇਗ ਪਗੜੀ ਤੇ ਵੱਢ ਉਹਦੇ ਗੁਰੂ ਨੂੰ ਬੰਦੀ ਬਣਾ ਕੇ ਲਿਆਉਣ ਦੀ ਇਹਨੇ ਤਕਰੀਰ ਜਿਹੜੀ ਬਾਦਸ਼ਾਹ ਨੇ ਕੀਤੀ ਸੀ ਉਹਦੇ ਪ੍ਰਤੀ ਲੱਗੀ ਜਰਨੈਲਾਂ ਦੀ ਸਭਾ ਦੇ ਵਿੱਚ ਇੱਕ ਹਲਫ ਲਿਆ। ਪੰਨ ਵਾਲਾ ਬੀੜਾ ਲੱਲਾ ਬੇਗ ਚੁੱਕਿਆ, ਸਾਵੇਂ ਬਾਦਸ਼ਾਹ ਦੇ ਹੋ ਕੇ ਇੰਜ ਬੁੱਕਿਆ, ਸਾਵੇਂ ਬਾਦਸ਼ਾਹ ਦੇ ਹੋ ਕੇ ਇੰਜ ਬੁੱਕਿਆ। ਸ਼ਹਿਨशाह ਤੁਸਾਂ ਦਾ ਹੁਕਮ ਵਜਾਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ। ਮੇਰੇ ਉੱਤੇ ਹੋਵੇ ਰਹਿਮਤ ਰਸੂਲ ਦੀ, ਗੱਲ ਤੁਸਾਂ ਕੋਲੇ ਕਰਾਣਾ ਫਜ਼ੂਲ ਦੀ, ਗੱਲ ਤੁਸਾਂ ਕੋਲੇ ਕਰਾਣਾ ਫਜ਼ੂਲ ਦੀ। ਤੁਸਾਂ ਨਾਲ ਕੀਤੇ ਕੌਲ ਨੂੰ ਨਿਭਾਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ। ਆਓ ਚਾਹੇ ਜਾ ਕੇ ਜੰਗਲਾਂ ਦੇ ਵਿੱਚ ਵਸ ਜੇ, ਚਾਹੇ ਜਾ ਕੇ ਜੰਗਲਾਂ ਦੇ ਵਿੱਚ ਵਸ ਜੇ, ਉੱਡ ਜੇ ਆਕਾਸ਼ੀ ਧਰਤੀ ਚ ਤਸ ਜੇ, ਉੱਡ ਜੇ ਆਕਾਸ਼ੀ ਧਰਤੀ ਚ ਤਸ ਜੇ। ਅੰਬਰ ਜ਼ਮੀਨ ਉੱਪਰ ਝੁਕਾਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ। ਫੌਜਾਂ ਨੇ ਸਜਾਈਆਂ ਉਹਨੇ ਬਹੁਤ ਪਾਰੀਆਂ, ਹੋਣਗੀਆਂ ਜਾਨਾਂ ਰੱਬ ਨੂੰ ਪਿਆਰੀਆਂ, ਹੋਣਗੀਆਂ ਜਾਨਾਂ ਰੱਬ ਨੂੰ ਪਿਆਰੀਆਂ। ਓ ਤੜੋਂ ਕੱਟ ਸੀਸ ਤੇ ਗਤੇ ਨਚਾਵਾਂਗਾ, ਤੇ ਗਤੇ ਨਚਾਵਾਂਗਾ, ਤੇ ਗਤੇ ਨਚਾਵਾਂਗਾ। ਤੜੋਂ ਕੱਟ ਸੀਸ ਤੇ ਗਤੇ ਨਚਾਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ। ਕੋੜੇ ਬਿਧੀ ਚੰਦ ਆਪ ਲਿਆ ਕੇ ਮੋੜੇਗਾ, ਗੁਰੂ ਦੇ ਸਮੇਤ ਉਹ ਵੀ ਹੱਥ ਜੋੜੇਗਾ, ਗੁਰੂ ਦੇ ਸਮੇਤ ਉਹ ਵੀ ਹੱਥ ਜੋੜੇਗਾ। ਅੱਖਾਂ ਵਿੱਚ ਘੱਟਾ ਕਾਫਰਾਂ ਦੇ ਪਾਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ। ਗੁਰੂ ਦੇ ਸਮੇਤ ਸਿੱਖ ਬਾਗੀ ਬਣੇ ਨੇ, ਮੂਰੇ ਸਰਕਾਰ ਦੇ ਲੈਤੇ ਗੰਤਣੇ ਨੇ, ਮੂਰੇ ਸਰਕਾਰ ਦੇ ਲੈਤੇ ਗੰਤਣੇ ਨੇ। ਸਾਹਮਣੇ ਤੁਸਾਂ ਦੇ ਲਾਣ ਕੇ ਨਵਾਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ। ਪਾਈ ਤੇ ਭਣੇਵਾਂ ਦੋ ਭਤੀਜੇ ਨਾਲ ਹੈ, 35,000 ਫੌਜਾਂ ਪਈਆਂ ਚਾਲ ਹੈ, 35,000 ਫੌਜਾਂ ਪਈਆਂ ਚਾਲ ਹੈ। ਲੋਭ ਵਿੱਚ ਸੋਚਦਾ ਜਗੀਰਾਂ ਪਾਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ। ਸ਼ਾਹਜਹਾਨ ਕੋਲ ਪਾ ਹੁਕਮ ਚੱਲਿਆ, ਭਾਈ ਰੂਪੇ ਵਾਲਾ ਰਸਤਾ ਹੈ ਮੱਲਿਆ, ਭਾਈ ਰੂਪੇ ਵਾਲਾ ਰਸਤਾ ਹੈ ਮੱਲਿਆ। ਓ ਸੋਚੇ ਗੁਰਜੰਟ ਸਿੰਘਾ ਜਿੱਤ ਜਾਵਾਂਗਾ, ਜਿੱਤ ਜਾਵਾਂਗਾ, ਜਿੱਤ ਜਾਵਾਂਗਾ। ਸੋਚੇ ਗੁਰਜੰਟ ਸਿੰਘਾ ਜਿੱਤ ਜਾਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ, ਗੁਰੂ ਨੂੰ ਬਣਾ ਕੇ ਬੰਦੀ ਲੈ ਕੇ ਆਵਾਂਗਾ। ਇਹਨੇ ਲੱਗੀ ਸਭਾ ਦੇ ਵਿੱਚ ਆਖਿਆ, ਬਾਦਸ਼ਾਹ ਸਲਾਮਤ ਸਰਕਾਰ ਮੈਨੂੰ ਅਮਦਾਦ ਦੇਵੇ, ਮੈਂ ਉਸ ਗੁਰੂ ਨੂੰ ਬੰਦੀ ਬਣਾ ਕੇ ਵਿਧੀ ਚੰਦ ਦੇ ਸਮੇਤ ਹਜੂਰ ਦੀ ਕਚਹਿਰੀ ਦੇ ਵਿੱਚ ਹਾਜ਼ਰ ਕਰ ਦੇਵਾਂਗਾ। ਖੁਸ਼ ਹੋਇਆ ਬਾਦਸ਼ਾਹ ਸ਼ਾਹਜਹਾਨ ਇਹਦੇ ਇਸ ਬਿਆਨ ਨੂੰ ਸੁਣ ਕੇ। ਉਹਨੇ ਆਖਿਆ, ਤੈਨੂੰ ਇਹ ਪੇਸ਼ਕਾਰੀ ਹੈ ਲੱਲਾ ਬੇਗ, ਇਹਨਾਂ ਜਰਨੈਲਾਂ ਦੀ ਲੱਗੀ ਸਭਾ ਦੇ ਵਿੱਚੋਂ ਤੂੰ ਆਪਣੀ ਮਰਜ਼ੀ ਦੇ ਜਰਨੈਲ ਚੁਣ ਸਕਦਾ ਹੈ, ਤੇ ਤੈਨੂੰ 35,000 ਦੀ ਫੌਜ ਨਾਲ ਦਿੱਤੀ ਜਾਵੇਗੀ ਜੇ ਤੂੰ ਗੁਰੂ ਨੂੰ ਬੰਦੀ ਬਣਾਉਣ ਜਾਣਾ ਹੈ। ਇਹਨੇ ਨਿਗਾਹ ਕਮਾਈ ਜਰਨੈਲਾਂ ਦੀ ਸਭਾ ਦੇ ਵਿੱਚ, ਇਹਦੀ ਨਜ਼ਰੀ ਪਿਆ ਇਹਦਾ ਭਰਾ ਗਾਜੀ ਕਮਰ ਬੇਗ, ਇਹਨੇ ਇਸ਼ਾਰਾ ਕੀਤਾ, ਇਹਦਾ ਸਗਾ ਭਾਈ ਕਮਰ ਬੇਗ ਉੱਠਿਆ। ਕਮਰ ਬੇਗ ਦੇ ਦੋ ਪੁੱਤਰ ਨੇ, ਸ਼ਮਸ਼ ਬੇਗ ਤੇ ਕਾਸ਼ਮ ਬੇਗ, ਚੰਗੇ ਜਵਾਨ ਹੈ। ਇੱਕ ਕਹਾਵਤ ਆਪਾਂ ਸੁਣਦੇ ਕਿ ਅੰਨਾ ਵੰਡੇ ਰੋੜੀਆਂ ਤੇ ਮੁੜ ਮੁੜ ਆਪਣਿਆਂ ਨੂੰ। ਇਹਨੇ ਜਾਣਿਆ 35,000 ਸੈਨਾ ਮਿਲ ਗਈ ਹੈ,
ਤੇ ਗੁਰੂ ਨੂੰ ਫੜਨਾ ਮੇਰੇ ਵਾਸਤੇ ਤਾਂ ਮਾਮੂਲੀ ਜੀ ਖੇਡ ਹੈ। ਜਿਹੜੀਆਂ ਜਗੀਰਾਂ ਜਿਹੜੇ ਇਨਾਮ ਮਿਲਦੇ ਬਗਾਨਿਆਂ ਘਰੇ ਕਿਉਂ ਜਾਣ, ਆਪਣੇ ਘਰ ਵਿੱਚ ਹੀ ਲੈ ਕੇ ਆਉਣ। ਪਹਿਲਾ ਜਰਨੈਲ ਆਪਣੇ ਭਰਾ ਨੂੰ ਉਠਾ ਲਿਆ, ਕਮਰ ਬੇਗ ਨੂੰ। ਇਹਦੇ ਭਤੀਜੇ ਜਾਣਿਆ ਕਮਰ ਬੇਗ ਦੇ 2 ਪੁੱਤਰ ਸ਼ਮਸ਼ ਬੇਗ ਤੇ ਕਾਸ਼ਮ ਬੇਗ ਉੱਠ ਪਏ। ਤੇ ਪੰਜਵਾਂ ਜਰਨੈਲ ਇੱਕ ਲੋੜੀਂਦਾ ਇਹ ਮਨ ਦੇ ਵਿੱਚ ਲੋਭ ਨੇ ਉਛਾਲਾ ਮਾਰਿਆ, ਸਰਕਾਰੀ ਜਗੀਰ ਜਾਇਦਾਦ ਇਨਾਮਾਂ ਨੂੰ ਬਾਹਰ ਕਿਉਂ ਜਾਣ ਦੇਣਾ, ਭੈਣ ਦੇ ਘਰ ਵਿੱਚ ਹੀ ਕਿਉਂ ਨਾ ਲਿਆਂਦਾ ਜਾਏ। ਇਹਦਾ ਭਾਣਜਾ ਚੰਗਾ ਜਵਾਨ ਹੈ ਤੇ ਨਾਲ ਤੀਰ ਅੰਦਾਜ਼ ਵੀ ਬੜਾ। ਇਹਨੇ ਇਸ਼ਾਰਾ ਕੀਤਾ ਤੇ ਇਹਦਾ ਭਾਣਜਾ ਕਾਬਲੀ ਬੇਗ ਉੱਠਿਆ। 5 ਜਰਨੈਲ ਤਿਆਰ ਹੋ ਗਏ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖਿਲਾਫ ਮਹਾਰਾਜ ਤੇ ਚੜ੍ਹਾਈ ਕਰਕੇ ਜਾਣ ਲਈ। ਦੁਬਾਰਾ ਰਿਪੀਟ ਕਰਾਂਗਾ, ਪਹਿਲਾ ਲੱਲਾ ਬੇਗ, ਦੂਜਾ ਇਹਦਾ ਭਰਾ ਕਮਰ ਬੇਗ। ਕਮਰ ਬੇਗ ਦੇ 2 ਪੁੱਤਰ ਜਾਣਿਆ, ਲੱਲਾ ਬੇਗ ਦੇ 2 ਭਤੀਜੇ ਸ਼ਮਸ਼ ਬੇਗ ਤੇ ਕਾਸ਼ਮ ਬੇਗ, ਤੇ ਪੰਜਵਾਂ ਇਹਨਾਂ ਦਾ ਭਾਣਜਾ ਕਾਬਲੀ ਬੇਗ। 35,000 ਦੀ ਫੌਜ ਲੈ ਕੇ ਲਾਹੌਰ ਤੋਂ ਡੰਕਿਆਂ ਤੇ ਚੋਟਾਂ ਲਾਉਂਦੇ ਤੁਰੇ ਤੇ ਪਹੁੰਚ ਗਏ ਭਾਈ ਰੂਪੇ। ਇੱਥੇ ਆ ਕੇ ਪਤਾ ਲੱਗਾ ਕਿ ਮਹਾਰਾਜ ਦਾ ਪੜਾਅ ਤਾਂ ਅੱਗੇ ਚਲਿਆ ਗਿਆ ਹੈ। ਗੁਰਦੇਵ ਡਰਦੇ ਹੋਏ ਨਹੀਂ ਗਏ ਕਿਸੇ ਤੋਂ। ਮਹਾਰਾਜ ਜਾਣਦੇ ਸਨ ਕਿ ਬਿਧੀ ਚੰਦ ਜੀ ਵੰਗਾਰ ਕੇ ਆਏ ਹੈ, ਸਮੇਂ ਦੀ ਹਕੂਮਤ ਨੂੰ ਵੰਗਾਰਿਆ ਜਾਵੇ ਤੇ ਉਹ ਪਿੱਛੇ ਰਹਿ ਜਾਵੇ, ਇਹ ਗੱਲ ਨਹੀਂ ਹੋ ਸਕਦੀ। ਸਰਕਾਰ ਫੌਜ ਦੀ ਚੜ੍ਹਾਈ ਜ਼ਰੂਰ ਕਰਵਾਵੇਗੀ। ਤਾਂ ਅਸੀਂ ਨਹੀਂ ਚਾਹੁੰਦੇ ਕਿ ਬਸੋਂ ਵਾਲੇ ਥਾਂ ਤੇ ਕਿਸੇ ਦਾ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋਵੇ। ਇਸ ਕਰਕੇ ਖੁੱਲੀ ਥਾਂ ਦੀ ਤਲਾਸ਼ ਵਿੱਚ ਗੁਰਦੇਵ ਅੱਗੇ ਕਾਂਗੜ ਵੱਲ ਚਲੇ ਗਏ ਸੀ। ਭਾਈ ਕੇ ਰੂਪੇ ਆ ਕੇ ਇਹਨਾਂ ਨੂੰ ਪਤਾ ਲੱਗਾ ਕਿ ਇੱਥੋਂ ਦਾ ਗੁਰੂ ਜੀ ਦਾ ਪੜਾਅ ਅੱਗੇ ਚਲਿਆ ਗਿਆ ਹੈ। ਇੱਥੇ ਇੱਕ ਵਾਰੀ ਇਹਨੇ ਫੌਜਾਂ ਦਾ ਟਿਕਾਓ ਕਰਵਾ ਲਿਆ। ਸਾਰੀਆਂ ਫੌਜਾਂ ਦੇ ਵਿੱਚ ਨਿਗਾਹ ਮਾਰੀ। ਇਹਦੀਆਂ ਅੱਖਾਂ ਦੇ ਸਾਹਮਣੇ ਬੜਾ ਸ਼ਾਸਤਰ ਦਿਮਾਗ ਦਾ ਤੇ ਤੀਸ਼ਣ ਬੁੱਧੀ ਵਾਲਾ ਬੰਦਾ ਹਸਨ ਖਾਨ। ਇਹਨੇ ਹਸਨ ਖਾਨ ਨੂੰ ਉਠਾਇਆ। ਇਹਨੇ ਆਖਿਆ, ਹਸਨ ਖਾਨਾ ਜਾ ਭੇਸ ਉਲਟਾ ਕੇ ਜਾ, ਗੁਰੂ ਦੀਆਂ ਫੌਜਾਂ ਵਿੱਚ ਦਾਖਲ ਹੋ ਤੇ ਜਾ ਕੇ CID ਲੈ ਕੇ ਆ। ਜਿਵੇਂ ਅੱਜ ਵੀ ਬਹੁਤ ਸਾਰੇ ਬੰਦੇ ਸਾਡੀ ਮੁਹਿੰਮ ਵਿੱਚ ਵਾਰ ਦਿੱਤੇ ਗਏ ਨੇ। ਉਥੋਂ ਪਤਾ ਲੱਗ ਰਿਹਾ ਹੈ ਕਿ ਇਸ ਮੋਰਚੇ ਨੂੰ ਫੇਲ ਕਰਨ ਵਾਸਤੇ ਬਹੁਤ ਸਾਰੀ ਘੁਸਪੈਠ ਕੀਤੀ ਜਾ ਰਹੀ ਹੈ। ਸੁਚੇਤ ਹੋਣ ਦੀ ਲੋੜ ਹੈ। ਸਰਕਾਰਾਂ ਇਦਾਂ ਕਰਦੀਆਂ ਹੁੰਦੀਆਂ। ਹਸਨ ਖਾਨ ਭੇਸ ਉਲਟਾ ਕੇ ਗਿਆ ਤੇ ਹੁਣ ਉੱਪਰਲਾ ਭੇਖ ਤਾਂ ਬਣਾ ਲਿਆ ਸਿੱਖਾਂ ਵਾਲਾ, ਤੇ ਜੇ ਬੰਗਲੇ ਦੇ ਵਿੱਚ ਚਿੱਟੇ ਖੰਭ ਹੈ ਤੇ ਹੰਸ ਦੇ ਵੀ, ਤੇ ਉਹ ਆਖੀ ਆਪਸ ਵਿੱਚ ਰਲ ਜਾਣ, ਕਦੇ ਨਹੀਂ ਰਲ ਸਕਦੇ। ਹੰਸਾ ਹੀਰਾ ਮੋਤੀ ਚੁਗਣਾ, ਪੱਗ ਡੱਡਾ ਭਾਲਣ ਜਾਵੇ। ਉਹਦੇ ਵਿਚਾਰ, ਉਹਦੀ ਰਹਿਣੀ ਸਹਿਣੀ ਸਿੱਖਾਂ ਵਿੱਚ ਕਿਵੇਂ ਰਲੇ। ਤੇ ਨਾਲੇ ਜਿੱਥੇ ਬਾਬਾ ਬਿਧੀ ਚੰਦ ਸਾਹਿਬ ਵਰਗੇ ਪਾਰਖੂ ਸਿੱਖ ਗੁਰੂ ਦੀ ਤਾਬਿਆ ਰਹਿੰਦੇ ਹੋਣ, ਉੱਥੇ ਕੋਈ ਭੇਸ ਉਲਟਾ ਕੇ ਕਿਵੇਂ ਰਹਿ ਸਕਦਾ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਪਛਾਣ ਲਿਆ ਇਹਨੂੰ, ਧੌਣ ਤੋਂ ਪਕੜ ਕੇ ਠਿੱਬੀ ਮਾਰ ਕੇ ਹੇਠਾਂ ਸੁੱਟ ਲਿਆ। ਜਿਹੜਾ ਗੁਰੂ ਘਰ ਦੀ CID ਸੂਹ ਲੈਣ ਵਾਸਤੇ ਆਇਆ ਸੀ, ਬਾਬਾ ਬਿਧੀ ਚੰਦ ਸਾਹਿਬ ਤੋਂ ਜੁੱਤੀਆਂ ਖਾਂਦਾ ਹੋਇਆ ਮਾਫੀਆਂ ਇੰਜ ਮੰਗਦਾ। ਲੱਲਾ ਬੇਗ ਹੈ ਗੁਰਾਂ ਦੇ ਵੱਲੇ ਆਇਆ, ਤੇ ਲੈ ਕੇ ਜੰਗੀ ਲਾਣਾ ਬਾਣਾ ਜੀ। ਸੂਇਆ ਹਸਨ ਖਾਂ ਭੇਜਿਆ ਸਿਖਾ ਕੇ, ਜਿੱਥੇ ਸੀ ਗੁਰਾਂ ਦਾ ਟਿਕਾਣਾ ਜੀ, ਜਿੱਥੇ ਸੀ ਗੁਰਾਂ ਦਾ ਟਿਕਾਣਾ ਜੀ। ਲਿਆ ਸਿੱਖ ਨੇ ਪਛਾਣ ਕੱਚਾ ਪਿੱਲਾ, ਤੇ ਕਾਬੂ ਕੀਤਾ ਕੋਲੋਂ ਲੰਘਦਾ। ਧੌਲਾ ਖਾ ਕੇ ਬਾਬੇ ਬਿਧੀ ਚੰਦ ਕੋਲੋਂ ਹਸਨ ਖਾਨ ਮਾਫੀ ਮੰਗਦਾ, ਹਸਨ ਖਾਨ ਮਾਫੀ ਮੰਗਦਾ। ਕਿੰਨੀ ਫੌਜ ਹੈ ਗੁਰਾਂ ਦੇ ਡੇਰੇ ਅੰਦਰ, ਇਹ ਲੈਣ ਲਈ ਖਬਰ ਆਇਆ ਸੀ। ਰਹੂੰ ਕਈ ਦਿਨ ਜਾਉ ਨਾ ਪਛਾਣਿਆ, ਇਹ ਰੱਖ ਕੇ ਸਬਾਰੇ ਆਇਆ ਸੀ, ਇਹ ਰੱਖ ਕੇ ਸਬਾਰੇ ਆਇਆ ਸੀ। ਜਿੱਥੇ ਰਹਿੰਦੇ ਨੇ ਬਹਾਦਰ ਤੇ ਪਾਰਖੂ, ਉੱਥੇ ਕੋਈ ਕਿੱਦਾਂ ਖੰਗਦਾ। ਧੌਲਾ ਖਾ ਕੇ ਬਾਬੇ ਬਿਧੀ ਚੰਦ ਕੋਲੋਂ ਹਸਨ ਖਾਨ ਮਾਫੀ ਮੰਗਦਾ, ਹਸਨ ਖਾਨ ਮਾਫੀ ਮੰਗਦਾ। ਸਾਰੀ ਭੇਜ ਕੇ ਰਿਪੋਰਟ ਲੱਲਾ ਬੇਗ ਨੂੰ, ਤੇ ਲੈਣਾ ਚਾਹੁੰਦਾ ਸੀ ਇਨਾਮ ਜੀ। ਪੈਦਾ ਹੋਇਆ ਨਾ ਤੇ ਕੁੱਟ ਖਾਦੀ ਵਾਧੂ ਦੀ, ਬੁਰਾ ਹੋ ਗਿਆ ਇੰਜਾਮ ਜੀ, ਬੁਰਾ ਹੋ ਗਿਆ ਇੰਜਾਮ ਜੀ। ਕੀ ਨਿਕਲੂ ਨਤੀਜਾ ਨਹੀਂ ਸੀ ਜਾਣਦਾ, ਰੰਗ ਵਿੱਚ ਪਏ ਭੰਗ ਦਾ। ਧੌਲਾ ਖਾ ਕੇ ਬਾਬੇ ਬਿਧੀ ਚੰਦ ਕੋਲੋਂ ਹਸਨ ਖਾਨ ਮਾਫੀ ਮੰਗਦਾ, ਹਸਨ ਖਾਨ ਮਾਫੀ ਮੰਗਦਾ। ਇਹਦੀ ਕਰਕੇ ਪਛਾਣ ਪੂਰੀ ਸਿੱਖ ਨੇ, ਇਹਦੀ ਕਰਕੇ
करके पछाण पूरी सिख ने ध्यान गिचियों सी फड़िया सज्जे हाथ नाल खब्बी गल उत्ते वट के सी चाटा जड़िया वट के सी चाटा जड़िया ਇਹਦੇ ਪੈ ਗਿਆ ਚਵਾੜੇ ਉੱਤੇ ਛਾਪਾ ਤੇ ਚਿਹਰਾ ਹੋਇਆ ਪੀਲੇ ਰੰਗ ਦਾ ਧੌਲਾ ਖਾ ਕੇ ਬਾਬੇ ਬਿਧੀ ਚੰਦ ਕੋਲੋਂ ਹਸਨ ਖਾਨ ਮਾਫੀ ਮੰਗਦਾ ਹਸਨ ਖਾਨ ਮਾਫੀ ਮੰਗਦਾ कर गुरां दा है शीशे दी न्याई चमक अपनी फलाउंदा ए आवे जेहो जई रख कोई पावना फल ओहो जिहा पाउंदा ए फल ओहो जिहा पाउंदा ए ਜਿਹਾ ਵੇਖੇ ਕੋਈ ਤੇ ਆਇਓ ਨੂੰ ਵੇਖੀਏ ਇਹ ਬਚਨ ਗੁਰੂ ਕੇ ਅੰਗ ਦਾ ਧੌਲਾ ਖਾ ਕੇ ਬਾਬੇ ਬਿਧੀ ਚੰਦ ਕੋਲੋਂ ਹਸਨ ਖਾਨ ਮਾਫੀ ਮੰਗਦਾ ਹਸਨ ਖਾਨ ਮਾਫੀ ਮੰਗਦਾ कीता हुक्म ते गुरां ने छड़ाया ते मुख चों बचन बोल दे जाके सच्चो सच दसी लल्ला बेग नू ओ सिख ना जरा भी डोल दे सिख ना जरा भी डोल दे ਅਸਾਂ ਹੱਥਾਂ ਵਿੱਚ ਲਈਆਂ ਤੇ ਗਾ ਤਿੱਖੀਆਂ ਤੇ ਪੈਨਿਆਂ ਨਾ ਜੋੜਾ ਵੰਗਦਾ ਧੌਲਾ ਖਾ ਕੇ ਬਾਬੇ ਬਿਧੀ ਚੰਦ ਕੋਲੋਂ ਹਸਨ ਖਾਨ ਮਾਫੀ ਮੰਗਦਾ ਹਸਨ ਖਾਨ ਮਾਫੀ ਮੰਗਦਾ माफी मंग के कन्ना नू हथ ला के माफी मंग के कन्ना नू हथ ला के हसन खां परत चलिया अगे छंद विच सुनिए संगत जी भाणा जो वरत चलिया भाणा जो वरत चलिया लिखे सच गुरजंट सिंह बैंकिया हो गया ऐलान जंग दा धौला खा के बाबे बिधी चंद कोलों हसन खान माफी मंगदा हसन खान माफी मंगदा ਗੁਰਦੇਵ ਦੀ ਬਾਣੀ ਦਾ ਫਰਮਾਨ ਹੈ ਜੈਸੀ ਮਨਸਾ ਤੈਸੀ ਦਸ਼ਾ ਜੈਸਾ ਕਰਮ ਤੈਸੀ ਲਿਵ ਲਾਵੇ ਗੁਰੂ ਘਰ ਸੀਸੇ ਦੀ ਨਿਆਈ ਹੈ ਜਿਹੋ ਜੀ ਇੱਥੇ ਕੋਈ ਭਾਵਨਾ ਲੈ ਕੇ ਆਵੇ ਉਸੇ ਤਰ੍ਹਾਂ ਦਾ ਫਲ ਉਹਨੂੰ ਭੁਗਤ ਜਾਂਦਾ ਹੈ ਮਾੜੀ ਭਾਵਨਾ ਲੈ ਕੇ ਆਇਆ ਹਸਨ ਖਾਨ ਪਕੜਿਆ ਗਿਆ ਜੁੱਤੀਆਂ ਵੱਜੀਆਂ ਮਹਾਰਾਜ ਨੇ ਇਹਨੂੰ ਛਡਾਇਆ ਤੇ ਪੁੱਛਿਆ ਭਾਈ ਤੂੰ ਕੌਣ ਤੇ ਕੀ ਕਰਨ ਆਇਆ ਸੀ ਇਹਨੇ ਆਖਿਆ ਜੀ ਮੈਂ ਹਸਨ ਖਾਨ ਲੱਲਾ ਬੇਗ ਦਾ ਭੇਜਿਆ ਸੀਆਈਡੀ ਲੈਣ ਵਾਸਤੇ ਆਇਆ ਸੀ ਭਾਰੀ ਫੌਜਾਂ ਲੈ ਕੇ ਸ਼ਾਹਜਹਾਨ ਦਾ ਭੇਜਿਆ ਲੱਲਾ ਬੇਗ ਤੁਹਾਡੇ ਵੱਲ ਆ ਰਿਹਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਤੂੰ ਸੱਚ ਬੋਲਿਆ ਇਹ ਤੇ ਇਹਦਾ ਫਲ ਅਸੀਂ ਤੈਨੂੰ ਇਹ ਦਿੰਨੇ ਆ ਤੂੰ ਚੜਿਆ ਜਾ ਇੱਥੇ ਅਸੀਂ ਇਹਦੋਂ ਅੱਗੇ ਤੈਨੂੰ ਕੋਈ ਸਜ਼ਾ ਨਹੀਂ ਦੇਵਾਂਗੇ ਤੇ ਜਾ ਕੇ ਸੱਚੋ ਸੱਚ ਦੱਸ ਦੇਵੀਂ ਕਿ ਗੁਰੂ ਕੀ ਸਿੱਖੀ ਦਾ ਇਹ ਸਿਧਾਂਤ ਹੈ ਭੈ ਕਾਹੂ ਕੋ ਦੇਤ ਨਹਿ ਭੈ ਮਾਨ ਤਾਣ ਬਿਨਾਂ ਗੱਲ ਤੋਂ ਸਿੱਖ ਕਦੇ ਕਿਸੇ ਨੂੰ ਡਰਾਉਂਦੇ ਨਹੀਂ ਤੇ ਕਿਸੇ ਦਾ ਡਰ ਮੰਨਦੇ ਵੀ ਨਹੀਂ ਜੇ ਭਾਜੀ ਪਾਈ ਹੈ ਤੇ ਨਿਉਂਦਰੇ ਦੀ ਵੀ ਉਡੀਕ ਰੱਖਣ ਜੀ ਆਇਆਂ ਨੂੰ ਜਿਹੜੇ ਆ ਰਹੇ ਨੇ ਮੁੜਿਆ ਹਸਨ ਖਾਨ ਲੱਲਾ ਬੇਗ ਨੇ ਦੂਰ ਤੋਂ ਵੇਖਿਆ ਬਸਤਰ ਸਾਰੇ ਲਿਬੜੇ ਹੋਏ ਨੇ ਪਾਟੇ ਹੋਏ ਨੇ ਲਾਸ਼ਾਂ ਪਈਆਂ ਸਰੀਰ ਤੇ ਬੁਰਾ ਹਾਲ ਉਹਨੇ ਆਖਿਆ ਖਾਨ ਜੀ ਕੀ ਹਾਲਤ ਬੜੀ ਮਾੜੀ ਹੋਈ ਹੈ ਤੇ ਹਸਨ ਖਾਨ ਨੇ ਆਖਿਆ ਮੇਰੀ ਤਾਂ ਹਾਲਤ ਹੀ ਮਾੜੀ ਹੋਈ ਹੈ ਜੇ ਤੂੰ ਇਹਦੋਂ ਅੱਗੇ ਚਲਿਆ ਗਿਆ ਤੇ ਤੂੰ ਵਾਪਸ ਪਰਤਨ ਜੋਗਾ ਨਹੀਂ ਰਹਿ ਜਾਣਾ ਚੰਗੀ ਗੱਲ ਹੈ ਇੱਥੋਂ ਵਾਪਸ ਮੁੜ ਜਾ ਤੇਰੀ ਜਾਨ ਬਚ ਜਾਵੇਗੀ ਇਹਨੇ ਆਖਿਆ ਇਉਂ ਲੱਗਦਾ ਹੈ ਕਿ ਖਾਨ ਜੀ ਤੁਹਾਨੂੰ ਗੁਰੂ ਕਿਆਂ ਨੇ ਗਰਮ ਗਰਮ ਸਵਾਦੀ ਕੜਾਹ ਕੁਝ ਜ਼ਿਆਦਾ ਖਵਾ ਦਿੱਤਾ ਕਰਮਚਾਰੀ ਸਾਡੇ ਉਹ ਤੇ ਬੋਲੀ ਉਹਨਾਂ ਦੀ ਬੋਲਦੇ ਹੋ ਮੈਂ ਲੱਲਾ ਬੇਗ ਸਿਪਾ ਸਲਾਰ ਬਾਦਸ਼ਾਹ ਦਾ ਸਮੇਂ ਦੀ ਹਕੂਮਤ ਦਾ ਜਰਨੈਲ ਤੇ ਮੇਰੇ ਨਾਲ 4 ਬੁਰਜਾਂ ਵਰਗੇ ਜਰਨੈਲ 35000 ਦੀ ਸੈਨਾ ਲੈ ਕੇ ਆਇਆ ਹੈ ਤੇ ਤੂੰ ਕਹਿੰਦਾ ਬਿਨਾ ਕੁਝ ਕੀਤੇ ਹੀ ਵਾਪਸ ਮੁੜ ਜਾਵਾਂ ਕੀ ਮੂੰਹ ਵਿਖਾਵਾਂਗਾ ਜਾ ਕੇ ਬਾਦਸ਼ਾਹ ਨੂੰ ਮੈਂ ਤਾਂ ਅੱਗੇ ਜਾਵਾਂਗਾ ਮੇਰੀਆਂ ਫੌਜਾਂ ਦੀ ਗਿਣਤੀ ਵੇਖ ਤੇ ਹੌਸਲੇ ਵੇਖ ਤੂੰ ਹੌਸਲਾ ਢਾਉਣ ਦੀ ਗੱਲ ਕਿਉਂ ਕਰਦਾ ਹਸਨ ਖਾਨ ਬੋਲੇ ਹਸਨ ਖਾਨ ਆਖਿਆ ਲੱਲਾ ਬੇਗ ਤਾਈ ਪੂਰੇ ਹੋਣਗੇ ਦਿਲੀ ਅਰਮਾਨ ਮੁਸ਼ਕਲ ਗਿਣਤੀ ਵਿੱਚ ਸਿੱਖ ਭਾਵੇਂ ਹੈਣ ਥੋੜੇ ਆ ਦਲਾਂ ਤੇਰਿਆਂ ਤੋਂ ਜਿੱਤੇ ਜਾਣ ਮੁਸ਼ਕਲ ਭਾਵੇਂ ਲੱਖ ਮਿਰਗਾਵਲੀ ਹੋਏ ਇਕੱਠੀ ਸ਼ੇਰ ਇੱਕ ਤੇ ਵੀ ਕਾਬੂ ਪਾਣ ਮੁਸ਼ਕਲ ਜਿਹੜੀ 35000 ਦਾ ਤੂੰ ਮਾਣ ਕਰਦਾ ਇਹ ਮਿਰਗਾਵਲੀ ਦੀ ਤਰ੍ਹਾਂ ਹਿਰਨਾਂ ਦੀ ਤਰ੍ਹਾਂ
ਹਿਰਨ ਭਾਵੇਂ ਸੈਂਕੜੇ ਚੁੰਗੀਆਂ ਮਾਰਦੇ ਫਿਰਨ, ਜਦੋਂ ਜੰਗਲ ਦੇ ਵਿੱਚ ਸ਼ੇਰ ਗਰਜਦਾ ਏ ਤੇ ਉਹ ਸਾਰੇ ਦੌੜ ਜਾਂਦੇ, ਕੋਈ ਨਹੀਂ ਦਿਸਦਾ। ਤੂੰ ਆਪਣੀ ਜਾਨ ਜੋਖਮ ਵਿੱਚ ਪਾ ਬੈਠਣੀ ਉਹ ਤੇ 35,000 ਨੇ ਇੱਥੇ ਲੱਭਣਾ ਨਹੀਂ। ਚੰਗੀ ਗੱਲ ਹੈ, ਵਾਪਸ ਮੁੜ ਜਾ। ਨਾ ਮੰਨਿਆ ਸਨਮਾਨਯੋਗ ਸੰਗਤ ਜੀ, ਕੁੱਟ ਕੇ ਫੌਜਾਂ ਵਿੱਚੋਂ ਬਾਹਰ ਕੱਢ ਦਿੱਤਾ। ਹਸਨ ਖਾਨ ਗੁਰੂ ਘਰੇ ਆਇਆ, ਮਹਾਰਾਜ ਨੇ ਇਹਨੂੰ ਫੌਜਾਂ ਵਿੱਚ ਭਰਤੀ ਕਰ ਲਿਆ। ਰਾਤ ਸਿੱਖਾਂ ਨੂੰ ਸੁੱਤੇ ਪਏ ਜਾਣ ਕੇ ਹਮਲਾ ਕਰਦਾ ਏ, ਸਿੱਖ ਮੋੜਵਾਂ ਜਵਾਬ ਦਿੰਦੇ ਨੇ। ਸਨਮਾਨਯੋਗ ਸੰਗਤ ਜੀ, ਰਾਤ ਦੇ ਯੁੱਧ ਦੇ ਅੰਦਰ ਪੈਰ ਉਖਾੜ ਦਿੱਤੇ ਗੁਰੂ ਕੇ ਸਿੰਘਾਂ ਨੇ। ਇਹਨਾਂ ਜਾਣਿਆ ਗਿਣਤੀ ਦੇ ਸਿੱਖ ਹੈ, ਰਾਤੋਂ ਰਾਤ ਮਾਰ ਕੇ ਤੇ ਦਿਨ ਚੜ੍ਹਦਿਆਂ ਨੂੰ ਅਗਲੇ ਦਿਨ ਦੀਆਂ ਸ਼ਾਮਾਂ ਤੱਕ ਬਾਦਸ਼ਾਹ ਦੇ ਕੋਲੇ ਗੁਰੂ ਨੂੰ ਬੰਦੀ ਬਣਾ ਕੇ ਤੇ ਇਨਾਮਾਂ ਦੇ ਹੱਕਦਾਰ ਬਣ ਜਾਵਾਂਗੇ। ਰਾਤੋਂ ਰਾਤ ਹੀ ਸਾਰਾ ਕੰਮ ਮੁਕਾਉਣਾ ਚਾਹੁੰਦੇ ਸੀ, ਪਰ ਗੁਰੂ ਕੇ ਸਿੱਖਾਂ ਨੇ ਇਹਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਦਿਨ ਚੜ੍ਹਿਆ, ਰਣ ਦਾ ਬਿਗਲ ਵੱਜਿਆ। ਸਨਮਾਨਯੋਗ ਸੰਗਤ ਜੀ, ਹੁਣ ਮੈਂ 3 ਕਵਿਤਾਵਾਂ ਦੇ ਵਿੱਚ ਜਿਹੜਾ ਮਜਮੂਨ ਆਰੰਭਿਆ ਹੈ ਨਾ, ਉਹਨੂੰ ਨਤੀਜੇ ਤੱਕ ਲਿਜਾਣ ਦਾ ਯਤਨ ਕਰਨਾ ਹੈ। ਗਿਆਨੀ ਗੁਰਿੰਦਰਪਾਲ ਸਿੰਘ ਜੀ ਬੈਂਕਾ ਉਹ ਨੇੜੇ ਹੀ ਪਹੁੰਚ ਚੁੱਕੇ ਨੇ ਤੇ ਕੁਝ ਕੁ ਮਿੰਟਾਂ ਤਾਂ ਹੀ ਉਹ ਦੀਵਾਨ ਵਿੱਚ ਹਾਜ਼ਰ ਹੋ ਜਾਣਗੇ। ਜਿਵੇਂ ਹੀ ਉਹ ਦੀਵਾਨ ਵਿੱਚ ਹਾਜ਼ਰ ਹੋਣ, ਆਪਾਂ ਫਤਿਹ ਬੁਲਾ ਦੇਵਾਂਗੇ। ਸਨਮਾਨਯੋਗ ਸੰਗਤ ਜੀ, ਗਿਆ ਇਹ ਲੱਲਾ ਬੇਗ ਦਿਨ ਚੜ੍ਹਦੇ ਦੇ ਨਾਲ ਇਹਨੇ ਫੌਜਾਂ ਦੀ ਗਿਣਤੀ ਪੂਰੀ ਕਰ ਲਈ 35,000। ਪਹਿਲਾਂ ਇਹਨੇ ਇੱਕ ਸੁਲਾ ਦਾ ਸੁਨੇਹਾ ਵੀ ਭੇਜਿਆ, ਕਿਉਂਕਿ ਇਹ ਸਰਕਾਰ ਦੀ ਨੀਤੀ ਹੁੰਦੀ ਹੈ, ਸ਼ਾਮ ਨੀਤੀ ਪਹਿਲਾਂ ਗਵਰਨਮੈਂਟ ਖੇਡਦੀ ਹੈ। ਰਾਜਨੀਤੀ ਦੇ 4 ਪਾਵੇ ਹੁੰਦੇ ਨੇ, ਕਲਗੀਧਰ ਪਾਤਸ਼ਾਹ ਨੇ ਬਾਣੀ ਅੰਦਰ ਦੱਸੇ ਨੇ। ਗੁਰਦੇਵ ਕਹਿੰਦੇ ਸ਼ਾਮ ਦਾਮ ਔਰ ਦੰਡ ਭੇਦ, ਇਹ ਦੰਡ ਤੇ ਭੇਦ ਤੀਜੀ ਤੇ ਚੌਥੀ ਤੇ ਪਹਿਲੀਆਂ 2 ਸ਼ਾਮ ਨੀਤੀ ਤੇ ਦਾਮ ਨੀਤੀ, ਸ਼ਾਮ ਦਾਮ ਤੇ ਦੰਡ ਤੇ ਭੇਦ। ਪਹਿਲਾਂ ਪਿਆਰ ਦੇ ਨਾਲ ਕਿਸੇ ਨੂੰ ਮਨਾ ਲੈਣਾ, ਜੇ ਕੋਈ ਪਿਆਰ ਨਾਲ ਨਹੀਂ ਮੰਨਦਾ ਕੁਝ ਲਾਲਚ ਦੇ ਕੇ ਬਣਾਉਣ ਦਾ ਯਤਨ ਕਰਨਾ, ਜੇ ਕੋਈ ਲਾਲਚ ਦੇ ਨਾਲ ਵੀ ਨਹੀਂ ਮੰਨਦਾ ਫਿਰ ਉਹਨੂੰ ਦੰਡ ਦੇ ਕੇ ਜਾਣਾ, ਝੂਠੇ ਪਰਚੇ ਕਰਾ ਦਿਓ, ਜੁਰਮਾਨੇ ਪਵਾ ਦਿਓ, ਕਿਸੇ ਨਾ ਕਿਸੇ ਤਰ੍ਹਾਂ ਬੰਦਾ ਆਪਣੀ ਪਾਰਟੀ ਵਿੱਚ ਆ ਜਾਣਾ। ਇਹਨੂੰ ਕਹਿੰਦੇ ਨੇ ਦੰਡ ਨੀਤੀ। ਤੇ ਜੇ ਤਿੰਨੇ ਹੀ ਫੇਲ ਹੋ ਜਾਣ, ਚੌਥੀ ਸਭ ਤੋਂ ਘਾਤਕ ਹੈ ਭੇਦ ਨੀਤੀ, ਪਾੜੋ ਤੇ ਰਾਜ ਕਰੋ ਨੀਤੀ। ਸਨਮਾਨਯੋਗ ਸੰਗਤ ਜੀ, 1857 ਦੇ ਵਿੱਚ ਅੰਗਰੇਜ਼ ਇਸ ਨੀਤੀ ਦੇ ਨਾਲ ਸਾਡੇ ਵਿੱਚ ਆਇਆ। ਮੈਂ ਬੇਨਤੀ ਕਰਾਂ, ਅਤੀਤ ਨੂੰ ਨਾ ਭੁੱਲਿਆ ਕਰੀਏ। ਅਤੀਤ ਸਾਨੂੰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਕਿਵੇਂ ਰਹਿਣਾ ਹੈ ਤੇ ਕਿਵੇਂ ਦੁਸ਼ਮਣ ਦੀ ਚਾਲ ਤੋਂ ਬਚਣਾ ਹੈ, ਸਾਨੂੰ ਇਹ ਜਾਚ ਸਿਖਾਉਂਦਾ ਹੈ। ਇਸੇ ਕਰਕੇ ਅਸੀਂ ਸੰਗਤ ਵਿੱਚ ਬੈਠ ਕੇ ਇਤਿਹਾਸ ਸੁਣਨਾ ਹੈ। ਅਸੀਂ ਸੁਚੇਤ ਹੋ ਜਾਈਏ, ਸਾਡੇ ਨਾਲ ਪਹਿਲਾਂ ਕੀ ਹੋਇਆ ਦੁਬਾਰਾ ਉਹ ਗਲਤੀ ਨੂੰ ਨਾ ਦੁਹਰਾਈਏ। ਉਹ ਖਾਲਸੇ ਦਾ ਰਾਜ ਜਿਹੜੀ ਹੰਨੇ ਹੰਨੇ ਦੀ ਮੀਰੀ ਮਹਾਰਾਜਾ ਰਣਜੀਤ ਸਿੰਘ ਨੇ, ਪਹਿਲਾਂ ਮਿਸਲਾਂ ਦਾ ਰਾਜ, ਕਿੰਨੀਆਂ ਮੱਲਾਂ ਮਾਰੀਆਂ ਗੁਰੂ ਕੇ ਯੋਧਿਆਂ ਨੇ, ਕਿੰਨੀ ਵਾਰ ਦਿੱਲੀ ਫਤਿਹ ਕੀਤੀ। ਤੇ ਸਨਮਾਨਯੋਗ ਸੰਗਤ ਜੀ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਦੇ ਰਾਜ ਤੋਂ ਇੱਕ ਮਜ਼ਬੂਤ ਖਾਲਸਾ ਰਾਜ ਕਾਇਮ ਕੀਤਾ। ਉਸ ਖਾਲਸੇ ਰਾਜ ਦੇ ਅੰਦਰ ਹਰੀ ਸਿੰਘ ਨਲੂਏ ਵਰਗੇ ਜਰਨੈਲਾਂ ਦੀਆਂ ਕੀਮਤੀ ਜਾਨਾਂ ਗਈਆਂ। ਬਾਬਾ ਫੂਲਾ ਸਿੰਘ ਅਕਾਲੀ, ਐਸੇ ਧਰਮੀ ਯੋਧਿਆਂ ਨੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ, ਬਾਬਾ ਵੀਰ ਸਿੰਘ ਵਰਗਿਆਂ ਮਹਾਪੁਰਖਾਂ ਨੇ। ਪਰ ਸਨਮਾਨਯੋਗ ਸੰਗਤ ਜੀ, ਖੋਟੀ ਨੀਤੀ ਨੇ ਉਹ ਰਾਜ ਸਾਡੇ ਤੋਂ ਖੋਹ ਲਿਆ। ਉਦੋਂ ਵੀ ਇਹੀ ਨੀਤੀ ਸੀ ਜਿਹੜੀ ਅੱਜ ਵਰਤੀ ਜਾ ਰਹੀ ਹੈ। ਧਿਆਨ ਦੇਣਾ, ਇਹਦਾ ਕੰਪੈਰੀਮੈਂਟ ਕਰੀਏ ਤੇ ਪਤਾ ਲੱਗਦਾ ਹੈ। ਉਦੋਂ ਵੀ ਅੰਗਰੇਜ਼ ਕਹਿੰਦਾ ਸੀ ਮੈਂ ਤਾਂ ਵਪਾਰ ਕਰਨ ਵਾਸਤੇ ਆਉਣਾ, ਮੈਂ ਤਾਂ ਵਪਾਰ ਕਰਨਾ ਹੈ। ਤੇ ਸਿੱਖ ਰਾਜ ਦੀਆਂ ਫੌਜਾਂ ਜਦੋਂ ਕਿਤੇ ਵਿਰੋਧ ਵਿੱਚ ਹੁੰਦੀਆਂ ਸੀ ਨਾ ਡੋਗਰਿਆਂ ਦੇ, ਤੇ ਉਹ ਕਹਿੰਦੇ ਸੀ ਅੰਗਰੇਜ਼ ਕਿਹੜਾ ਇੱਥੇ ਰਾਜਾ ਬਣ ਜੇ ਲੱਗਾ ਆ ਕੇ, ਉਹਨਾਂ ਦਾ ਵਪਾਰ ਕਰਨ ਵਾਸਤੇ ਆਉਣਾ। ਕੰਪਨੀ ਦਾ ਨਾਮ ਸੀ ਈਸਟ ਇੰਡੀਆ ਕੰਪਨੀ। ਈਸਟ ਇੰਡੀਆ ਕੰਪਨੀ ਦਾ ਨਾਮ ਲੈ ਕੇ ਵਪਾਰ ਦਾ ਬਹਾਨਾ ਬਣਾ ਕੇ ਅੰਗਰੇਜ਼ ਆਇਆ ਤੇ ਇਥੋਂ ਦਾ ਮਾਲਕ ਬਣ ਕੇ ਬਹਿ ਗਿਆ। ਫਿਰ ਕਿਵੇਂ ਅੰਗਰੇਜ਼ ਕੱਢਿਆ ਫਾਂਸੀਆਂ ਦੇ ਰੱਸੇ ਝੂਟ ਕੇ। ਗੁਰੂ ਕੇ ਸਿੱਖਾਂ ਦੀਆਂ ਕਿੰਨੀਆਂ ਕੁਰਬਾਨੀਆਂ ਹੋਈਆਂ। ਪੂਰਾ 100 ਸਾਲ ਸਾਡੇ ਦੇਸ਼ ਤੇ ਅੰਗਰੇਜ਼ ਨੇ ਰਾਜ ਕੀਤਾ। ਤੇ ਨੀਤੀ ਜਿਹੜੀ ਅੱਜ ਵਰਤੀ ਜਾ ਰਹੀ ਹੈ ਕਿ ਅੰਬਾਨੀਆਂ ਅਡਾਨੀਆਂ ਕਿਵੇਂ ਤੁਹਾਡੀ ਜ਼ਮੀਨ ਖੋਹ ਲੈਣੀ, ਉਹ ਤਾਂ ਵਪਾਰ ਕਰਨ ਆ ਰਹੇ ਨੇ। ਸਨਮਾਨਯੋਗ ਸੰਗਤ ਜੀ, ਜਦੋਂ ਸਰਕਾਰੀ ਖਰੀਦ ਨਾ ਰਹੀ, ਜਦੋਂ ਮੰਡੀਕਰਨ ਨਾ ਰਿਹਾ, ਤਾਂ MSP ਦਾ ਕੀ ਮੁੱਲ ਰਹੇਗਾ? MSP ਮੈਕਸਿਮਮ ਸਪੋਰਟ ਪ੍ਰਾਈਸ, ਜਿਹੜਾ ਸਾਡਾ ਨਿਯਤ ਕੀਤਾ ਹੋਇਆ ਮੁੱਲ, ਜਦੋਂ ਉਹਦੇ ਨਾਲੋਂ 2-3 ਸਾਲ ਦੁੱਗਣਾ ਮੁੱਲ, ਜਿਵੇਂ ਜੀਓ ਦੀਆਂ ਸਿਮਾਂ ਪਹਿਲਾਂ ਫ੍ਰੀ ਵੇਚ ਦਿੱਤੀਆਂ, 3-3 ਸਾਲ ਇਹਨਾਂ ਦੇ ਵਿੱਚ ਪੈਸੇ ਪਾਉਣ ਦੀ ਲੋੜ ਨਹੀਂ, ਇੰਟਰਨੈਟ ਪਾਉਣ ਦੀ ਲੋੜ ਨਹੀਂ, ਤੇ 2 ਸਾਲ ਨਹੀਂ ਨਿਕਲੇ, ਦੂਜੇ ਕਨੈਕਸ਼ਨਾਂ ਦੇ ਨਾਲੋਂ ਵੀ ਉਹਨਾਂ ਦਾ ਡਬਲ ਉਹ ਬਿੱਲ ਸਾਨੂੰ ਭਰਨਾ ਪਿਆ। ਜਾਣਿਆ ਇੱਕ ਵਾਰੀ ਲਾਲਚ ਦੇ ਕੇ ਤੇ ਇਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਆਈਏ, ਫਿਰ ਆਪਣੀ ਮਨ ਮਰਜ਼ੀ ਕਰਾਂਗੇ। ਇਹ ਬਹੁਤ ਕੋਝੀ ਚਾਲ ਹੈ ਜਿਹੜੀ ਖੇਡੀ ਜਾ ਰਹੀ ਹੈ। ਤਕੜੇ ਹੋ ਕੇ ਏਕਤਾ ਇਤਫਾਕ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ
ਕਿਰਪਾ ਕਰੋ ਇਸ ਮੁਹਿੰਮ ਦੇ ਵਿੱਚ ਸਾਨੂੰ ਫਤਿਹ ਮਿਲੇ। ਦਲ ਪੰਥ ਬਾਬਾ ਬਿਧੀ ਚੰਦ ਸਾਹਿਬ ਵੱਲੋਂ ਵੱਡਾ ਯੋਗਦਾਨ, ਜਦੋਂ ਤੋਂ ਹੀ ਇਹ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਹੀ ਮਹਾਂਪੁਰਖਾਂ ਵੱਲੋਂ ਜਿੱਥੇ ਵਸਤਰਾਂ ਦੀ ਲੋੜ ਹੈ, ਜਲ ਪਾਣੀ ਦੀ, ਗੁਰੂ ਦੀਆਂ ਲੰਗਰਾਂ ਦੀਆਂ ਰਸਤਾਂ, ਉਹ ਨਿਰੰਤਰ ਦਲ ਪੰਥ ਦੀਆਂ ਫੌਜਾਂ ਮਹਾਂਪੁਰਖਾਂ ਦੇ ਭੇਜੇ ਹੋਏ ਸਿੰਘ ਉੱਥੇ ਜਥੇਬੰਦੀ ਵੱਲੋਂ ਸੇਵਾਵਾਂ ਨਿਭਾ ਰਿਹਾ ਤੇ ਬਾਬਾ ਜੀ ਵੀ ਉੱਥੇ ਜਾ ਕੇ ਆਏ ਔਰ ਆਵਾਜ਼ ਬੁਲੰਦ ਕਰਕੇ ਕੁਝ ਮਾਲੀ ਸਹਾਇਤਾ ਵੀ ਦਲ ਪੰਥ ਵੱਲੋਂ ਹਾਜ਼ਰ ਕਰਕੇ ਆਏ। ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਆਪਾਂ ਸਾਰੇ ਕਿਸਾਨ ਹਾਂ, ਤੋਂ ਸਾਰੇ ਇਸ ਮੁਹਿੰਮ ਦੇ ਅੰਦਰ ਆਪਾਂ ਤਕੜੇ ਹੋ ਕੇ ਮੋਰਚਾ ਮਾਰੀਏ। ਤੋਂ ਆਓ ਆਪਾਂ ਜੁੜੀਏ ਇਤਿਹਾਸ ਦੇ ਨਾਲ। ਪਹਿਲਾਂ ਸੁਲਾਹ ਦਾ ਸੁਨੇਹਾ ਭੇਜਿਆ ਗਿਆ, ਗੁਰੂ ਜੀ ਘੋੜੇ ਵਾਪਸ ਕਰ ਦੇਵੇ, ਬਿਧੀ ਚੰਦ ਮਾਫੀ ਮੰਗ ਲਵੇ ਬਾਦਸ਼ਾਹ ਤੋਂ, ਤੇ ਗੱਲ ਇੱਥੇ ਹੀ ਮੁੱਕ ਜਾਵੇ। ਗੁਰਦੇਵ ਨੇ ਆਖਿਆ ਲੱਲਾ ਬੇਗ ਤੂੰ 35,000 ਲੈ ਕੇ ਆ ਰਿਹਾ ਹੈ ਤੇ 16 ਸਫਾਈ ਕਰਨ ਤਾਂ ਨਹੀਂ ਆ ਰਿਹਾ, ਤੂੰ ਰਾਜੀਨਾਮਾ ਕਰ ਨਹੀਂ ਆ ਰਿਹਾ। ਜੇ ਬਾਜੀ ਪਾਈਏ ਤੇ ਨੇਂਦਰੇ ਦੀ ਵੀ ਢੀਕ ਰੱਖੀ ਦੀ, ਫਿਰ ਰਾਤ ਹਮਲਾ ਕਰ ਦਿੱਤਾ, ਪਹਿਲਾਂ ਹੀ ਸੁਲਾਹ ਦਾ ਸੁਨੇਹਾ ਭੇਜ ਦੇਣ ਨੂੰ। ਹੁਣ ਇਸ ਤਰ੍ਹਾਂ ਨਹੀਂ, ਹੁਣ ਫੈਸਲਾ ਰਣ ਮੈਦਾਨ ਦੇ ਵਿੱਚ ਹੋਵੇਗਾ। ਦਿਨ ਚੜਿਆ, ਰਣ ਦਾ ਬਿਗਲ ਵੱਜਿਆ। ਉਧਰ ਮੁਗਲਿਆ ਹਕੂਮਤ ਦਾ ਪਹਿਲਾ ਜਰਨੈਲ ਲੱਲਾ ਬੇਗ ਦਾ ਭਾਈ ਕਮਰ ਬੇਗ ਰਣ ਮੈਦਾਨ ਦੇ ਅੰਦਰ 7000 ਗਿਣਤੀ ਲੈ ਕੇ ਆਇਆ। 35,000 ਫੌਜ ਦੀ ਤਕਸੀਮ ਹੋਈ, ਡਿਵਾਈਡ ਹੋਈ। 7 5 35 ਇੱਕ ਜਰਨੈਲ ਦੇ ਹਿੱਸੇ 7000 ਗਿਣਤੀ ਆਈ। 7000 ਦਾ ਆਪਣਾ ਜਿਹੜਾ ਫੌਜ ਦਾ ਦਸਤਾ ਲੈ ਕੇ ਕਮਰ ਬੇਗ ਵਧਿਆ। ਕਮਰ ਬੇਗ ਦੇ ਮੁਕਾਬਲੇ ਤੇ ਗੁਰੂ ਕਾ ਸਿੱਖ ਭਾਈ ਰਾਏ ਜੋਧ ਗੁਰੂ ਜੀ ਦੀ ਆਗਿਆ ਪਾ ਕੇ ਹੇ ਇੰਜ ਗੱਜਿਆ। ਰਨ ਵਿੱਚ ਆਇਆ ਹੈ ਕਮਰ ਬੇਗ ਜੀ, ਤੀਰ ਹੈ ਚਲਾਉਂਦਾ ਗਾ ਧਰੇ ਹੈ ਤੇਗ ਜੀ। ਇਹਦੇ ਸਾਵੇਂ ਆਣ ਸਿੱਖ ਸੂਰਾ ਸੱਜਿਆ, ਜੋਧਿਆਂ ਦੇ ਵਾਂਗੂ ਰਾਏ ਜੋਧ ਗੱਜਿਆ। ਇੱਕ ਦੂਜੇ ਤਾਈਂ ਦੋਵੇਂ ਚਾਹੁੰਦੇ ਮਾਰਨਾ, ਚਾਹੁੰਦੇ ਰਣ ਵਿੱਚ ਸੀਸ ਨੂੰ ਉਤਾਰਨਾ। ਵੱਜੇ ਰਣ ਸਿੰਘੇ ਤੇ ਨਗਾਰਾ ਵੱਜਿਆ, ਵੱਜੇ ਰਣ ਸਿੰਘੇ ਤੇ ਨਗਾਰਾ ਵੱਜਿਆ, ਜੋਧਿਆਂ ਦੇ ਵਾਂਗੂ ਰਾਏ ਜੋਧ ਗੱਜਿਆ। ਜਿਹੜਾ ਅੱਗੇ ਆਇਆ ਉਹਨੂੰ ਮਾਰ ਸੁੱਟਿਆ, ਆਣ ਕੇ ਕਮਰ ਬੇਗ ਨਾਲ ਜੁੱਟਿਆ। ਛੱਡ ਕੇ ਮੈਦਾਨ ਜੋ ਕਦੇ ਨਾ ਭੱਜਿਆ, ਜੋਧਿਆਂ ਦੇ ਵਾਂਗੂ ਰਾਏ ਜੋਧ ਗੱਜਿਆ। ਤੁਰਕ ਦੇ ਕੋਲੋਂ ਜਦੋਂ ਤੀਰ ਮੁੱਕ ਗਏ, ਸਵਾਸ ਇਹਦੇ ਜਾਣ ਲੋ ਅਖੀਰ ਮੁੱਕ ਗਏ। ਤੀਰ ਇਹਦਾ ਸਿੱਖ ਦੇ ਕੋਈ ਨਾ ਵੱਜਿਆ, ਜੋਧਿਆਂ ਦੇ ਵਾਂਗੂ ਰਾਏ ਜੋਧ ਗੱਜਿਆ। ਹੱਥ ਵਿੱਚ ਸਿੱਖ ਦੇ ਦੁਤਾਰੀ ਸਾਂਗ ਹੈ, ਤੱਕ ਕੇ ਤੁਰਕੀ ਅੱਗੇ ਪੁੱਟੀ ਲਾਂਗ ਹੈ। ਵੈਰੀ ਘਰ ਵਾਰ ਸਿੱਖ ਉੱਤੇ ਰੱਜਿਆ, ਜੋਧਿਆਂ ਦੇ ਵਾਂਗੂ ਰਾਏ ਜੋਧ ਗੱਜਿਆ। ਸਤ ਕਰਤਾਰ ਬੋਲ ਕੇ ਚਲਾਈਏ, ਸਤ ਕਰਤਾਰ ਬੋਲ ਕੇ ਚਲਾਈਏ, ਛਾਤੀ ਵਿੱਚ ਸਾਂਗ ਸਿੱਖ ਨੇ ਧਸਾਈਏ। ਦਿੱਤਾ ਏ ਉਦੇੜ ਸੀ ਨਮਾਜ਼ ਕੱਜਿਆ, ਜੋਧਿਆਂ ਦੇ ਵਾਂਗੂ ਰਾਏ ਜੋਧ ਗੱਜਿਆ। ਸਿੱਖ ਤੋਂ ਕਮਰ ਬੇਗ ਗਿਆ ਮਾਰਿਆ, ਛੰਦ ਤੋਰ ਜੰਟ ਸਿੰਘ ਨੇ ਉਚਾਰਿਆ। ਨਸਣਾ ਮੈਦਾਨਾਂ ਮਰਦਾਂ ਨੂੰ ਲੱਜਿਆ, ਨਸਣਾ ਮੈਦਾਨਾਂ ਮਰਦਾਂ ਨੂੰ ਲੱਜਿਆ, ਜੋਧਿਆਂ ਦੇ ਵਾਂਗੂ ਰਾਏ ਜੋਧ ਗੱਜਿਆ। ਭਾਈ ਰਾਏ ਜੋਧ ਤੇ ਤੀਰਾਂ ਦੀ ਬੰਛਾਰ ਕੀਤੀ ਕਮਰ ਬੇਗ ਨੇ। ਕਮਰ ਬੇਗ ਦੇ ਪੱਥੇ ਵਿੱਚੋਂ ਤੀਰ ਮੁੱਕ ਗਏ। ਆਪ ਜੀ ਨੇ ਸੁਣਿਆ ਤੁਰਕ ਦੇ ਕੋਲੋਂ ਜਦੋਂ ਤੀਰ ਮੁੱਕ ਗਏ, ਸਵਾਸੇ ਦੇ ਜਾਣ ਲਓ ਅਖੀਰ ਮੁੱਕ ਗਏ। ਤੀਰ ਕਾਦੇ ਮੁੱਕੇ, ਦੇ ਸਾਹ ਮੁੱਕ ਗਏ। ਆਮੋ ਸਾਹਮਣਾ ਮੁਕਾਬਲਾ ਹੋਇਆ। ਗੁਰੂ ਕੇ ਸਿੱਖ ਨੇ ਸਾਂਗ ਦਾ ਭਰਵਾਂ ਵਾਰ ਕੀਤਾ, ਇਹਦਾ ਸੀਨਾ ਪਾੜ ਦਿੱਤਾ। ਰਣ ਮੈਦਾਨ ਵਿੱਚ ਢਹਿ ਢੇਰੀ ਹੋਏ। ਭਾਈ ਰਾਏ ਜੋਧ ਦੇ ਵਾਰ ਦੇ ਨਾਲ ਪਹਿਲਾ ਜਰਨੈਲ ਕਮਰ ਬੇਗ ਮਾਰਿਆ ਜਾ ਚੁੱਕਾ ਹੈ। ਲੱਲਾ ਬੇਗ ਦਾ ਭਰਾ, ਕਮਰ ਬੇਗ ਦਾ ਭਾਈ ਤੇ ਸ਼ਮਸ਼ ਬੇਗ ਦਾ ਅੱਬੂ ਜਾਨ ਮਾਰਿਆ ਗਿਆ। ਤੇ ਸ਼ਮਸ਼ ਬੇਗ ਕ੍ਰੋਧ ਦੇ ਵਿੱਚ ਆਇਆ, ਇਹਦੇ ਪਰਵੱਟੇ ਤਣ ਗਏ, ਇਹਦੇ ਡੌਲੇ ਫੜਕੇ, ਇਹਦੀਆਂ ਅੱਖਾਂ ਦੇ ਅੰਦਰ ਅੱਗ ਦੇ ਅੰਗਿਆਰ ਦੇ ਵਾਂਗ ਲਾਲ ਹੋ ਗਈਆਂ ਇਹਦੀਆਂ ਅੱਖਾਂ। ਇਹਨੇ ਆਪਣੇ ਚਾਚੇ ਲੱਲਾ ਬੇਗ ਤੋਂ ਆਗਿਆ ਨਹੀਂ ਮੰਗੀ। ਇਹਨੇ ਵੇਖਿਆ ਅੱਬੂ ਜਾਨ ਨੂੰ ਇੰਨੀ ਦੁਰਦਸ਼ਾ ਦੇ ਨਾਲ ਮਾਰਿਆ ਗਿਆ ਰਣ ਮੈਦਾਨ ਦੇ ਅੰਦਰ, ਮੈਂ ਆਪਣੇ ਅੱਬੂ ਜਾਨ ਦਾ ਬਦਲਾ ਲੈ ਕੇ ਆਪਣੀ ਪਹੁੰਚ ਗੁਰੂ ਤੱਕ ਬਣਾਵਾਂਗਾ। ਰਣ ਮੈਦਾਨ ਵੱਲੇ ਲੈ ਕੇ ਆਪਣੇ ਹਿੱਸੇ ਆਉਂਦੀ 7000 ਗਿਣਤੀ ਨੂੰ ਵਾਹੋ ਦਾ ਹੀ ਵਧਣ ਲੱਗਾ। ਮਾਰੇ ਜਾ ਚੁੱਕੇ ਕਮਰ ਬੇਗ ਦਾ ਪੁੱਤਰ ਸ਼ਮਸ਼ ਬੇਗ ਲੱਲਾ ਬੇਗ ਦਾ ਭਤੀਜਾ। ਇਹਨੂੰ ਦੂਰ ਤੋਂ ਆਉਂਦਿਆਂ ਗੁਰਦੇਵ ਦੇ ਨੇੜੇ ਖੜੇ ਹਸਨ ਖਾਨ ਨੇ ਵੇਖਿਆ, ਕਿਉਂਕਿ ਉਹ ਜਾਣਦਾ ਸੀ ਫੌਜਾਂ ਵਿੱਚ ਕਿਹੜਾ ਜਰਨੈਲ ਕਿਹੋ। ਹਸਨ ਖਾਨ ਨੇ ਉਂਗਲੀ ਦਾ ਇਸ਼ਾਰਾ ਕਰਕੇ ਦੱਸਿਆ, ਮਹਾਰਾਜ ਉਹ ਜਿਹੜਾ ਜਰਨੈਲ ਅੱਗੇ ਵਧਿਆ ਆਉਂਦਾ ਹੈ ਉਹ ਕੋਈ ਆਮ ਜਰਨੈਲ ਨਹੀਂ ਹੈ। ਜਿੱਥੇ ਉਹ ਚੰਗਾ ਸ਼ਸਤਰਾਂ ਦੀ ਸਿੱਖਿਆ ਵਿੱਚ ਨਿਪੁੰਨ ਹੈ,
ਉੱਥੇ ਸਰੀਰ ਦਾ ਵੀ ਬੜਾ ਬਲੀ ਹੈ, ਉਹਦੇ ਮੁਕਾਬਲੇ ਤੇ ਕੋਈ ਆਮ ਨਹੀਂ, ਕੋਈ ਜ਼ੋਰਦਾਰ ਤਜਰਬੇਕਾਰ ਸਿੱਖ ਜਰਨੈਲ ਭੇਜਿਆ ਜਾਵੇ। ਗੁਰਦੇਵ ਮੁਸਕਰਾ ਕੇ ਬਾਬਾ ਬਿਧੀ ਚੰਦ ਸਾਹਿਬ ਵੱਲੇ ਵੇਖਦੇ ਇਸ਼ਾਰਾ ਕਰਦੇ ਨੇ ਤੇ ਗੁਰਦੇਵ ਕਹਿੰਦੇ ਬਿਧੀ ਚੰਦ ਜੀ, ਹਸਨ ਖਾਨ ਦੱਸਦਾ ਹੈ ਕਿ ਜ਼ੋਰਦਾਰ ਬੜਾ ਹੈ ਸ਼ਮਸ਼ ਬੇਗ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਬੜੀ ਨਿਰਮਾਣਤਾ ਦੇ ਨਾਲ ਗੁਰਦੇਵ ਦੇ ਚਰਨਾਂ ਤੇ ਸੀਸ ਧਰਿਆ ਤੇ ਆਖਿਆ, ਮਹਾਰਾਜ ਸਾਹਿਬ ਕੀਟੀ ਬਲ ਧਰੇ ਫੀਲ ਉਸ ਦਾ ਖਾਣਾ। ਜੇ ਮਾਲਕ ਛੋਟੀ ਜੀ ਕੀੜੀ ਤੇ ਨਜ਼ਰੇ ਰਹਿਮਤ ਕਰ ਦੇਵੇ ਤੇ ਉਹ ਵੱਡੇ ਵੱਡੇ ਹਾਥੀਆਂ ਨੂੰ ਧਰਤੀ ਤੇ ਪਟਕਾ ਮਾਰਦੀ ਹੈ। ਰਹਿਮਤ ਆਪ ਜੀ ਦੀ ਵਰਤਨੀ ਹੈ, ਆਪ ਜੀ ਦਾ ਸੀਸ ਤੇ ਮਿਹਰ ਭਰਿਆ ਹੱਥ ਹੋਵੇ ਤੇ ਇਹ ਸ਼ਮਸ਼ ਬੇਗ ਕੋਈ ਚੀਜ਼ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ, ਥਾਪੜਾ ਦਿੱਤਾ। ਬਿਧੀ ਚੰਦ ਸ਼ੇਰ ਜਿਮਤਾਇਓ ਲੈ ਕੇ 550 ਸਿੱਖਾਂ ਦਾ ਜਥਾ ਨਾਲ 7000 ਦੀ ਗਿਣਤੀ ਲੈ ਕੇ ਵੱਧ ਰਹੇ ਸ਼ਮਸ਼ ਬੇਗ ਦੇ ਨਾਲ ਮਹਾਨ ਸਿੱਖ ਜਰਨੈਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਦਾ ਟਾਕਰਾ ਇੰਜ ਹੋਇਆ। ਅੱਬੂ ਜਾਨ ਮਦਾਨੇ ਮਰਿਆ ਏ, ਗਲ ਚਮਚ ਬੇਗ ਨਾ ਜਰਿਆ ਏ, ਲੈ ਤੇਗ ਉਦਮ ਚੱਟ ਕਰਿਆ ਏ, ਕਹਿੰਦਾ ਵਧ ਕੇ ਹੱਲਾ ਬੋਲ ਦਿਓ, ਜਿਹੜਾ ਵੀ ਅੱਗੇ ਆਉਂਦਾ ਏ ਉਹਨੂੰ ਪੈਰਾਂ ਦੇ ਵਿੱਚ ਰੋਲ ਦਿਓ। ਫੌਜਾਂ ਨੇ ਬੋਲਿਆ ਧਾਵਾ ਜੀ, ਰਣ ਪਾਈ ਰੋਲੀ ਕਾਵਾਂ ਜੀ, ਕਿੰਨੇ ਮਰੇ ਮੈਂ ਕਿਵੇਂ ਸੁਣਾਵਾਂ ਜੀ, ਵਜੇ ਰਣ ਤੱਤੇ ਵਿੱਚ ਲੋੜੇ ਨੇ, ਪਰ ਵਗੇ ਖੂਨ ਦੇ ਖਾਲ ਜਦੋਂ ਨਾਰਦ ਨੇ ਨੱਕੇ ਮੋੜੇ ਨੇ। ਓ ਤੁਰਕਾਂ ਨੇ ਤੀਰ ਚਲਾ ਦਿੱਤੇ, ਜੈ ਅਲੀ ਨਾਰੇ ਲਾ ਦਿੱਤੇ, ਰਾਣੇ ਅੰਦਰ ਪੇਚੇ ਪਾ ਦਿੱਤੇ, ਜਿੱਤ ਲੈਣਾ ਚਾਉਣ ਜਗੀਰਾਂ ਨੂੰ, ਸਿੱਖਾਂ ਨੇ ਸੁੱਤ ਪਲਾ ਦਿੱਤੀ, ਹੱਥ ਲੈ ਤਿੱਖੀਆਂ ਸ਼ਮਸ਼ੀਰਾਂ ਨੂੰ। ਰਾਣੇ ਅੰਦਰ ਲੱਗੀਆਂ ਝੜੀਆਂ ਨੇ, ਵੱਧ ਵੱਧ ਕੇ ਫੌਜਾਂ ਲੜੀਆਂ ਨੇ, ਲੋਥਾਂ ਤੇ ਲੋਥਾਂ ਚੜੀਆਂ ਨੇ, ਹੋਇਆ ਲਹੂ ਮੇਜ ਦਾ ਗਾਰਾ ਏ, ਰਣ ਸਿੰਘੇ ਤੁਰੀ ਨਫੀਰੀ ਤੇ ਕਿਤੇ ਵੱਜਦਾ ਪਿਆ ਨਗਾਰਾ ਏ। ਆਓ ਸਿੱਖਾਂ ਨੇ ਆਹੂ ਲਾ ਦਿੱਤੇ, ਰਾਣੇ ਅੰਦਰ ਪੜਥੂ ਪਾ ਦਿੱਤੇ, ਚਾੜਿਆ ਏ ਮਾਰ ਮਕਾ ਦਿੱਤੇ, ਪਿੱਠ ਦੇ ਮੈਦਾਨੋਂ ਭੱਜ ਰਹੇ, ਪਰ ਸਿੱਖ ਸੂਰਮੇ ਸਤਿਗੁਰ ਦੇ ਲੈ ਓਟ ਗੁਰਾਂ ਦੀ ਗੱਜ ਰਹੇ। ਤੱਕਿਆ ਹੈ ਸ਼ਮਸ਼ ਬੇਗ ਜਦੋਂ ਤੇਜੀ ਦਾ ਕੀਤਾ ਵੇਗ, ਜਦੋਂ ਹੱਥ ਲੈ ਕੇ ਤਿੱਖੀ ਤੇਗ, ਜਦੋਂ ਗੁੱਸਾ ਅੰਦਰ ਭਰਿਆ ਪੀਤਾ ਏ, ਬਦਲੇ ਦਾ ਭਾਂਬੜ ਭੜਕ ਪਿਆ ਦਿੱਤਾ, ਕ੍ਰੋਧ ਨੇ ਜਦੋਂ ਪਲੀਤਾ ਏ। ਆ ਦਿਲ ਛਮਛ ਬੇਗ ਦਾ ਕਟਿਆ ਜੀ, ਰਣ ਬਿਧੀ ਚੰਦਿਆ ਡਟਿਆ ਜੀ, ਦਿਲ ਛਮਛ ਬੇਗ ਦਾ ਕਟਿਆ ਜੀ, ਰਣ ਬਿਧੀ ਚੰਦਿਆ ਡਟਿਆ ਜੀ, ਜੋ ਕਦੇ ਨਾ ਪਿੱਛੇ ਹਟਿਆ ਜੀ, ਸਤਿਗੁਰ ਦਾ ਬਣਿਆ ਸੀਨਾ ਏ, ਇਹਨੂੰ ਦੁਨੀਆ ਸੀਸ ਝੁਕਾਉਂਦੀ ਏ, ਇਹਦਾ ਨਾਮ ਬਿਧੀ ਚੰਦ ਛੀਨਾ ਏ। ਹਿੱਕਾ ਤਾਣ ਸੂਰਮੇ ਖੜ ਗਏ ਨੇ, ਆਪਸ ਵਿੱਚ ਦੋਵੇਂ ਲੜ ਗਏ ਨੇ, ਫੁੱਲ ਢਾਲਾਂ ਉੱਪਰੋਂ ਚੜ ਗਏ ਨੇ, ਫਲ ਤੇਗਾਂ ਦੇ ਵੀ ਟੁੱਟ ਪਏ, ਹੋ ਗਏ ਨੇ ਹੱਥੇ ਦੋਵੇਂ ਜੀ, ਆ ਵਿੱਚ ਅਖਾੜੇ ਜੁੱਟ ਪਏ। ਆਓ ਸੀ ਸ਼ਮਸ਼ ਬੇਗ ਨੂੰ ਮਾਣ ਬੜਾ, ਜੋ ਤਕੜਾ ਤੇ ਬਲਵਾਨ ਬੜਾ, ਅੱਗੋਂ ਬਿਧੀ ਚੰਦ ਵੀ ਜਵਾਨ ਬੜਾ, ਉਹਨੇ ਐਸਾ ਦਾ ਚਲਾਇਆ ਏ, ਧਰਤੀ ਤੇ ਸੁੱਟਿਆ ਫੜ ਧੌਣੋਂ, ਫਿਰ ਚੰਗਾ ਗੋਡਾ ਵਾਇਆ ਏ। ਤਲ ਲਾਤੀ ਉੱਤੇ ਲੱਤ ਪਾੜੇ ਜੀ, ਜਰਾ ਸੰਦ ਨੂੰ ਭੀਮ ਜੋ ਪਾੜੇ ਜੀ, ਛੰਦ ਸਿਰੇ ਬੈਂਕੀਆ ਚਾਰੇ ਜੀ, ਠਾਕੁਰ ਮਾਨਕ ਪੈ ਗਾਉਂਦੇ ਨੇ, ਬਿਧੀ ਚੰਦ ਬਹਾਦਰ ਧੰਨ ਕਹੋ, ਗੁਰਚੇਤ ਕਵੀ ਸ਼ਰਤ ਆਉਂਦੇ ਨੇ। 7000 ਫੌਜਾਂ ਦੀ 550 ਸਿੱਖਾਂ ਨੇ ਸੱਥਰ ਵਿਛਾ ਦਿੱਤੇ, ਲਹੂ ਮਿੱਝ ਦੀ ਕਹਾਣੀ ਬਣਾ ਦਿੱਤੀ ਰਣ ਮੈਦਾਨ ਦੇ ਅੰਦਰ। ਬਾਬਾ ਬਿਧੀ ਚੰਦ ਸਾਹਿਬ ਤੇ ਸ਼ਮਸ਼ ਬੇਗ ਦੀਆਂ ਲੱਗੀਆਂ ਤੇਗਾਂ ਖੜਕਣ, ਐਡਾ ਜ਼ਬਰਦਸਤ ਕਮਸਾਨ ਦਾ ਯੁੱਧ ਹੋਇਆ, ਢਾਲਾਂ ਦੇ ਫੁੱਲ ਟੁੱਟ ਕੇ ਧਰਤੀ ਤੇ ਜਾ ਪਏ ਤੇ ਤੇਗਾਂ ਦੇ ਫਲ ਟੁੱਟ ਗਏ। ਲੜਦਿਆਂ ਲੜਦਿਆਂ ਦੋਵੇਂ ਬਹਾਦਰ ਜਰਨੈਲ ਬਾਬਾ ਬਿਧੀ ਚੰਦ ਸਾਹਿਬ ਜੀ ਵੀ ਤੇ ਸ਼ਮਸ਼ ਬੇਗ ਵੀ ਉਹ ਨਿਹੱਥੇ ਹੋ ਗਏ। ਇਸ ਤੋਂ ਅੱਗੇ ਜੰਗ ਦਾ ਦ੍ਰਿਸ਼ ਢਾਡੀ ਕਲਾ ਦੇ ਪੈਗੰਬਰ ਢਾਡੀ ਕਹਿ ਲਵਾਂ ਤਾਂ ਕਥਨੀ ਨਹੀਂ ਹੈ, ਜਿਨ੍ਹਾਂ ਨੇ ਢਾਡੀ ਕਲਾ ਨੂੰ ਬਹੁਤ ਕੁਝ ਦਿੱਤਾ ਹੈ।
ਬਾਪੂ ਸੋਹਣ ਸਿੰਘ ਜੀ ਸੀਤਲ ਸਾਹਿਬ ਗੁਰਪ੍ਰਵਾਸੀ, ਉਹ ਅਗਲਾ ਜਿਹੜਾ ਨਕਸ਼ਾ ਹੈ ਉਹ ਬੜਾ ਸੁੰਦਰ ਖਿੱਚਦੇ ਨੇ। ਉਹ ਕਹਿੰਦੇ ਨੇ ਸ਼ਮਸ਼ ਬੇਗ ਤੇ ਬਿਧੀ ਚੰਦ ਆ ਬੜੇ ਅਖਾੜੇ, ਸ਼ਮਸ਼ ਬੇਗ ਤੇ ਬਿਧੀ ਚੰਦ ਆ ਬੜੇ ਅਖਾੜੇ, ਦੋਵੇਂ ਇੱਕੋ ਜ਼ੋਰ ਦੇ ਨਹੀਂ ਲਿੱਸੇ ਮਾੜੇ, ਤੇਗਾਂ ਲੜ ਲੜ ਟੁੱਟੀਆਂ ਛੱਡ ਕੇ ਚੰਗਿਆੜੇ, ਸ਼ਮਸ਼ ਨੂੰ ਫੜ ਬਿਧੀ ਚੰਦ ਫਿਰ ਭੋਏ ਪਛਾੜੇ, ਲੱਤ ਤੇ ਲੱਤ ਧਰ ਚੀਰਿਆ ਅੱਧ ਵਿੱਚੋਂ ਪਾੜੇ, ਜਰਾ ਸੰਧ ਦੇ ਭੀਮ ਨੇ ਜਿਉਂ ਕੀਤੇ ਭਾੜੇ, ਭਲਵਾਨਾਂ ਵਾਲਾ ਦਾ ਮਾਰ ਕੇ ਧਰਤੀ ਤੇ ਸੁੱਟ ਲਿਆ ਤੇ ਇਹਦੀ ਖੱਬੀ ਲੱਤ ਤੇ ਆਪਣੀ ਸੱਜੀ ਲੱਤ ਧਰ ਕੇ ਇਹਦੀ ਸੱਜੀ ਲੱਤ ਨੂੰ ਆਪਣੇ ਦੋਹਾਂ ਕਰ ਕਮਲਾਂ ਵਿੱਚ ਜਕੜ ਕੇ ਜ਼ੋਰ ਨਾਲ ਝਟਕਾ ਦਿੱਤਾ ਤੇ ਦੋ ਫਾੜ ਕਰ ਦਿੱਤਾ ਰਣ ਮੈਦਾਨ ਦੇ ਅੰਦਰ। ਪਿਛਲੀਆਂ ਯੁੱਗਾਂ ਦਾ ਇਤਿਹਾਸ ਤੁਹਾਡੇ ਵਡੇਰਿਆਂ ਨੇ ਦੁਬਾਰਾ ਦੁਹਰਾ ਦਿੱਤਾ ਗੁਰੂ ਕਾਲ ਦੇ ਅੰਦਰ ਹੋਈਆਂ ਜੰਗਾਂ ਵਿੱਚ। ਜਿਵੇਂ ਕ੍ਰਿਸ਼ਨ ਜੀ ਨੇ ਇਸ਼ਾਰਾ ਕੀਤਾ ਸੀ, ਜਰਾਸੰਧ ਦੁਬਾਰਾ ਜਦੋਂ ਵੀ ਕੋਈ ਘਾਵ ਲੱਗਦਾ ਸੀ ਤੇ ਮਿਲ ਜਾਂਦਾ ਸੀ, ਮਾਰਿਆ ਨਹੀਂ ਸੀ ਜਾਂਦਾ। ਤੇ ਸਨਮਾਨਯੋਗ ਸੰਗਤ ਜੀ, ਕ੍ਰਿਸ਼ਨ ਜੀ ਅਗਵਾਈ ਕਰ ਰਹੇ ਸੀ ਪਾਂਡਵਾਂ ਦੇ ਨਾਲ ਉਸ ਯੁੱਧ ਦੇ ਅੰਦਰ, ਤੇ ਦਾਤਨ ਪਾੜ ਕੇ ਇਸ਼ਾਰਾ ਕੀਤਾ। ਜਿਹੜੇ ਚੇਤਨ ਹੁੰਦੇ ਨੇ ਉਹ ਇਸ਼ਾਰੇ ਸਮਝ ਲੈਂਦੇ। ਕ੍ਰਿਸ਼ਨ ਜੀ ਨੇ ਦਾਤਨ ਦੋ ਫਾੜ, ਜਿਵੇਂ ਨਿਹੰਗ ਸਿੰਘ ਕਰਦੇ ਆ ਇਸ ਤਰ੍ਹਾਂ ਦਾਤਨ ਦੋ ਫਾੜ ਕਰਕੇ ਇੱਕ ਪਾਸਾ ਉਧਰ ਸੁੱਟ ਦਿੱਤਾ ਤੇ ਇੱਕ ਉਧਰ ਸੁੱਟ ਦਿੱਤਾ। ਭੀਮ ਨੇ ਇਸ਼ਾਰਾ ਸਮਝ ਕੇ ਜਰਾਸੰਧ ਨੂੰ ਲੱਤ ਤੇ ਲੱਤ ਧਰ ਕੇ ਦੋ ਫਾੜ ਕਰ ਦਿੱਤਾ, ਫਿਰ ਦੁਬਾਰਾ ਉਹ ਜੁੜ ਨਾ ਸਕਿਆ। ਉਹੀ ਇਤਿਹਾਸ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਦੁਬਾਰਾ ਦੁਹਰਾ ਦਿੱਤਾ ਤੀਜੀ ਜੰਗ ਦੇ ਅੰਦਰ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਐਸੀ ਰਹਿਮਤ ਵਰਤੀ ਇਤਿਹਾਸ ਦੇ ਵਿੱਚ, ਜਦੋਂ ਵੀ ਯੁੱਧ ਵੱਲ ਨੂੰ ਧਾਵਾ ਬੋਲਣ ਦਾ ਜ਼ਿਕਰ ਆਵੇ ਤੇ ਇਤਿਹਾਸ ਕਹਿੰਦਾ ਬਿਧੀ ਚੰਦ ਸ਼ੇਰ ਜਿਵੇਂ ਧਾਇਓ, ਜਿਵੇਂ ਸ਼ੇਰ ਦਿਹਾੜ ਮਾਰ ਕੇ ਪੈਂਦਾ ਹੈ ਨਾ ਆਪਣੇ ਸ਼ਿਕਾਰ ਤੇ, ਸ਼ੇਰ ਵਾਲੀ ਦਹਾੜ ਦੇ ਨਾਲ ਅੱਗੇ ਵਧਿਆ ਕਰਦੇ ਸੀ। ਜਿੱਥੇ ਪਰਉਪਕਾਰੀ ਹਨ, ਕਿਤੇ ਲੋੜ ਪਈ ਕੁੱਕੂ ਅਨੰਤੇ ਨੂੰ ਬਖਸ਼ਾਉਣ ਵਾਸਤੇ ਆਪ ਗੁਰਦੇਵ ਦੇ ਚਰਨਾਂ ਦੇ ਵਿੱਚ ਮਾਫੀਆਂ ਮੰਗਦੇ ਨੇ। ਜੇ ਕਿਤੇ ਲੋੜ ਪਈ ਪਾਵਨ ਪਵਿੱਤਰ ਗੁਰਬਾਣੀ ਦਾ ਉਤਾਰਾ ਬੜੇ ਸ਼ੌਂਕ ਦੇ ਨਾਲ ਕਰਦੇ ਨੇ। ਜੇ ਲੋੜ ਪਈ ਤੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਸੇਵਾ ਸੰਭਾਲੀ। ਜੇ ਮਹਾਰਾਜ ਦਾ ਹੁਕਮ ਲੱਗਾ ਤੇ ਸੱਚਖੰਡ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੋਣ ਦੀ ਸੇਵਾ ਨਿਭਾਏ। ਜੇ ਹੁਕਮ ਲੱਗਾ ਤੇ ਸ਼੍ਰੀ ਲੰਕਾ ਤੱਕ, ਟਾਪੂਆਂ ਤੱਕ ਇੰਨੇ ਵੱਡੇ ਦਾਇਰੇ ਦੇ ਵਿੱਚ ਵਿਚਰ ਕੇ ਗੁਰੂ ਘਰ ਦੀ ਕਾਰ ਭੇਟਾ ਇਕੱਠੀ ਕਰਕੇ ਗੁਰੂ ਘਰ ਪਹੁੰਚਾਉਂਦੇ ਰਹੇ। ਕਿੰਨੀਆਂ ਸੇਵਾਵਾਂ ਗਿਣੀਆਂ ਨਹੀਂ ਜਾ ਸਕਦੀਆਂ। ਸਨਮਾਨਯੋਗ ਸੰਗਤ ਜੀ, ਇਹ ਜਿਹੜੀ ਰਹਿਮਤ ਹੁੰਦੀ ਹੈ ਨਾ, ਜਿਹੜੀ ਬਖਸ਼ਿਸ਼, ਜਿਹੜੀ ਗੁਰੂ ਦੀ ਦਾਤ ਹੁੰਦੀ ਹੈ, ਉਹ ਕਥਨੀ ਦੇ ਨਾਲ ਨਹੀਂ ਬਿਆਨ ਕੀਤੀ ਜਾਂਦੀ, ਉਹ ਅੱਖਾਂ ਦੇ ਨਾਲ ਸੰਗਤ ਵੇਖ ਰਹੀ ਹੈ। ਐਸੇ ਸਮੇਂ ਦੇ ਅੰਦਰ ਵੀ, ਇੰਨੇ ਕਠਿਨ ਸਮੇਂ ਦੇ ਅੰਦਰ, ਜਦੋਂ ਕੋਈ ਮੋਟਰਾਂ ਗੱਡੀਆਂ, ਰੇਲ ਵੀ ਨਹੀਂ ਸੀ ਉਦੋਂ ਅਜੇ ਆਈ, ਤੇ ਮਹਾਂਪੁਰਖ ਉਹਨਾਂ ਸਮਿਆਂ ਦੇ ਅੰਦਰ ਵੀ ਪੈਦਲ ਯਾਤਰਾ ਸੱਚਖੰਡ ਹਜੂਰ ਸਾਹਿਬ ਤੱਕ, ਪਟਨਾ ਸਾਹਿਬ ਤੱਕ ਲੈ ਕੇ ਗਏ। ਇਸ ਦੇ ਉਪਰੰਤ ਕਿੱਡੀ ਵੱਡੀ ਕਾਲਣਾ ਬਾਬਾ ਦਇਆ ਸਿੰਘ ਸਾਹਿਬ ਜੀ ਤੇ ਅੱਜ ਸਨਮਾਨਯੋਗ ਸੰਗਤ ਜੀ, ਦਲ ਪੰਥ ਦੇ ਅੰਦਰ ਆਪਣੇ ਕੋਲੇ ਦਲ ਪੰਥ ਆਉਂਦਾ ਹੈ। 350 ਸਾਲ ਪਹਿਲਾਂ ਜਿਵੇਂ ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਵਿਚਰਦੀਆਂ ਸੀ, ਇਨ ਬਿਨ ਅੱਜ ਦੇ ਸਮੇਂ ਵੀ ਉਸੇ ਤਰ੍ਹਾਂ ਵਿਚਰਨਾ। ਕਈ ਸਿਰ ਫਿਰੇ ਕਹਿੰਦੇ ਜੀ ਨਿਹੰਗ ਸਿੰਘਾਂ ਦੀ ਕੀ ਦੇਣ ਹੈ ਅਜੋਕੇ ਸਮੇਂ ਦੇ ਅੰਦਰ, ਉਦੋਂ ਤਾਂ ਲੋੜ ਸੀ, ਜੰਗਾਂ ਯੁੱਧਾਂ ਦਾ ਸਮਾਂ ਸੀ। ਉਹਨਾਂ ਦਾ ਜਵਾਬ ਇਹ ਹੈ ਕਿ ਜੇ ਨਿਹੰਗ ਸਿੰਘ ਨਾ ਹੋਣ ਮੌਜੂਦਾ ਸਮੇਂ ਦੇ ਅੰਦਰ, ਤੇ ਸਾਨੂੰ ਕੌਣ ਦੱਸੇ ਕਿ ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਕਿਹੋ ਜੀਆਂ ਸਨ, ਉਹਨਾਂ ਦੀ ਮਰਿਆਦਾ ਕਿਹੋ ਜੀ ਸੀ। ਉਹ ਕਿਵੇਂ ਘੋੜਿਆਂ ਦੇ ਕਾਠੀਆਂ ਦੇ ਉੱਤੇ ਵੀ ਨਿੱਧਰੇ ਹੀ, ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਵੀ ਤੇ ਪੋਹ ਮਾਘ ਦੇ ਪਾਲਿਆਂ ਦੇ ਵਿੱਚ ਵੀ ਦਿਨ ਕੱਟ ਲੈਂਦੇ ਸੀ, ਸਾਨੂੰ ਕੌਣ ਦੱਸੇ। ਕਿਉਂਕਿ ਸਾਡੇ ਪ੍ਰਚਾਰ ਨੇ, ਸਾਡੇ ਗਿਆਨ ਨੇ, ਸਾਡੀ ਤਰਕ ਨੇ ਇਹੋ ਜਿਹਾ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਸਵਾਲ ਭਰ ਦਿੱਤਾ ਹੈ। ਉਹਨਾਂ ਨੇ ਮੰਨਣਾ ਨਹੀਂ, ਉਹਨਾਂ ਨੇ ਕਹਿਣਾ ਅਸੀਂ ਥਿਊਰੀ ਨੂੰ ਨਹੀਂ ਮੰਨਦੇ, ਪ੍ਰੈਕਟੀਕਲ ਵਿਖਾਓ। ਉਹਨਾਂ ਕਹਿਣਾ ਅਸੀਂ ਨਹੀਂ ਮੰਨਦੇ ਕਿ ਕਿਵੇਂ ਘੋੜਿਆਂ ਦੀਆਂ ਕਾਠੀਆਂ ਤੇ ਵੀ ਕੋਈ ਠੰਡ ਦੇ ਦਿਨਾਂ ਦੇ ਵਿੱਚ ਰਹਿ ਲੈਂਦਾ ਸੀ। ਅਸੀਂ ਨਹੀਂ ਮੰਨਦੇ ਏਡੇ ਏਡੇ ਬਰਤਨਾਂ ਦੇ ਵਿੱਚ ਸਰਬਲੋ ਦੇ ਭਾਂਡੇ ਇੰਨਾ ਚਿਰ ਮਾਂਜ ਕੇ ਰੇਤ ਦੇ ਨਾਲ ਕੋਈ ਖਾਂਦਾ ਸੀ। ਕਿਵੇਂ ਵਿਖਾਵਾਂਗੇ ਸਨਮਾਨਯੋਗ ਸੰਗਤ ਜੀ। ਸ਼ਸਤਰ ਵਿਦਿਆ, ਘੋੜ ਸਵਾਰੀ, ਗੁਰੂ ਕਲਗੀਧਰ ਪਿਤਾ ਜੀ ਦਾ 52 ਹੁਕਮਾਂ ਦੇ ਵਿੱਚ ਇੱਕ ਹੁਕਮ ਹੈ ਕਿ ਸਿੱਖਾਂ ਨੇ ਰੋਜ਼ ਹੀ ਸ਼ਸਤਰ ਦਾ ਤੇ ਘੋੜ ਸਵਾਰੀ ਦਾ ਅਭਿਆਸ ਕਰਨਾ ਹੈ। ਤੇ ਕਿਹੜੀ ਸ਼੍ਰੇਣੀ ਹੈ ਪੰਥ ਦੇ ਵਿੱਚ ਜਿਹੜੀ ਮਹਾਰਾਜ ਦਾ ਇਹ ਕੌਲ, ਇਹ ਜਿਹੜਾ ਹੁਕਮ ਪਾਲ ਰਹੀ ਹੈ। ਨਿਹੰਗ ਸਿੰਘਾਂ ਤੋਂ ਬਗੈਰ ਕੋਈ ਵਿਖਾਵੇ ਕਿਹੜੀ ਸ਼੍ਰੇਣੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਪੰਥਕ ਰੁਤਬਾ ਹੈ। ਅਕਾਲ ਤਖਤ ਸਾਹਿਬ ਦੇ ਅੰਦਰ ਵੀ ਜਿਹੜੀ ਰਹਿਤਨਾਮਾ ਦੀ ਪੁਸਤਕ ਜਾਰੀ ਹੋਈ ਹੈ, ਰਹਿਤਨਾਮੇ ਦੀ, ਉਹਦੇ ਅੰਦਰ 2 ਪ੍ਰਕਾਰ ਦੀ ਰਹਿਣੀ ਲਿਖੀ ਹੈ।
ਸ਼ਖਸੀ ਰਹਿਣੀ ਤੇ ਪੰਥਕ ਰਹਿਣੀ। ਸ਼ਖਸੀ ਰਹਿਣੀ ਜਿਵੇਂ ਆਪਾਂ ਘਰਾਂ ਦੇ ਵਿੱਚ ਰਹਿੰਦੇ, ਗ੍ਰਸਤੀ ਜੀਵਨ ਤੇ ਘਰਾਂ ਵਿੱਚ ਰਹਿੰਦਿਆਂ ਵਿਚਰਦਿਆਂ ਗੁਰੂ ਦੀ ਸਿੱਖੀ ਦੇ ਨਾਲ ਵੀ ਜੁੜੇ ਰਹਿਣਾ, ਪਰ ਅਸੀਂ ਉਹ ਮਰਿਆਦਾ ਨਹੀਂ ਰੱਖ ਸਕਦੇ ਜਿਹੜੀ ਪੰਥਕ ਰਹਿਣੀ ਦੇ ਅੰਦਰ ਗੁਰੂ ਦੀ ਤਾਬਿਆ ਵਿੱਚ ਰਹਿਣ ਵਾਲੇ ਗੁਰੂ ਕੇ ਸਿੱਖ ਹਜ਼ੂਰੀ ਸਿੱਖ ਰੱਖਦੇ ਸੀ। ਉਹ ਮਰਿਆਦਾ, ਉਹ ਪੰਥਕ ਰਹਿਣੀ ਦਾ ਸਬੂਤ ਕੌਣ ਦੇਵੇਗਾ ਤੁਹਾਨੂੰ ਨਿਹੰਗ ਸਿੰਘਾਂ ਤੋਂ ਬਗੈਰ? ਇਹੀ ਦੇਣ ਹੈ ਨਿਹੰਗ ਸਿੰਘ ਫੌਜਾਂ ਦੀ ਅੱਜ ਵੀ ਕਿ ਉਹਨਾਂ ਨੇ ਪ੍ਰੈਕਟੀਕਲੀ ਸਾਖਸ਼ਾਤ ਗੁਰੂ ਕਲਗੀਧਰ ਪਾਤਸ਼ਾਹ ਦੇ ਵੇਲੇ ਜਿਵੇਂ ਫੌਜਾਂ ਰਹਿੰਦੀਆਂ ਵਿਚਰਦੀਆਂ ਸੀ, ਜਿਵੇਂ ਉਹ ਗੁਰੂ ਸਾਹਿਬ ਨੇ ਜਿਹੜੀ ਮਰਿਆਦਾ ਤੋਰੀ ਸੀ, ਅੱਜ ਤੱਕ ਕਈ ਵਿਘਨ ਪਾ ਦਿੱਤੇ। ਗੁਰਬਾਣੀ ਦੇ ਵਿੱਚ ਵੀ ਕੱਟ ਕਟੌਤੀਆਂ ਕਰਨ ਦੀਆਂ ਕੁਝੀਆਂ ਘਾਟਾਂ, ਪੰਥ ਦੀਆਂ ਸਰਮੌਰ ਸੰਸਥਾਵਾਂ ਅਖਵਾਉਣ ਵਾਲੀਆਂ। ਬੜੀ ਦੁੱਖ ਹੁੰਦਾ ਹੈ ਜਦੋਂ ਐਸੀਆਂ ਗੱਲਾਂ ਸਾਹਮਣੇ ਆਉਂਦੀਆਂ। 3 ਬਾਣੀਆਂ ਪੜ੍ਹ ਲਓ ਜੀ, ਜਪਜੀ ਸਾਹਿਬ, ਜਾਪ ਸਾਹਿਬ ਤੇ ਸਵਈਏ, 2 ਤਾਂ ਰਹਿ ਰਸ ਵਿੱਚ ਆ ਜਾ। ਪੜ੍ਹ ਕੇ ਵੇਖੀਏ ਨਿਹੰਗ ਸਿੰਘ ਫੌਜਾਂ ਦੇ ਗੁਟਕੇ ਸਾਹਿਬ ਅਜੇ ਵੀ ਪੰਥ ਦੇ ਕੋਲੇ ਮੌਜੂਦ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਗੁਟਕਾ ਸਾਹਿਬ, ਬਾਬਾ ਵੀਰ ਸਿੰਘ ਸਾਹਿਬ ਜੀ ਦਾ ਅਸੀਂ ਦਰਸ਼ਨ ਕੀਤੇ ਹਨ। ਕਿੰਨੀਆਂ ਕਿੰਨੀਆਂ ਬਾਣੀਆਂ ਇਹ ਨਿਹੰਗ ਸਿੰਘ ਫੌਜਾਂ ਸਿੱਖ ਰਾਜ ਦੇ ਵੇਲੇ ਦੇ ਜਰਨੈਲਾਂ ਦੇ ਗੁਟਕੇ ਸਾਹਿਬ ਅਜੇ ਤੱਕ ਪੰਥ ਨੇ ਸਾਂਭੇ ਹੋਏ ਆ। ਕਿੰਨੀਆਂ ਕਿੰਨੀਆਂ ਬਾਣੀਆਂ ਦਾ ਨਿਤਨੇਮ ਹੋਇਆ ਕਰਦਾ ਸੀ ਤੇ ਸਾਨੂੰ 5 ਬਾਣੀਆਂ ਪੜ੍ਹਨੀਆਂ ਵੀ ਕਠਿਨ ਲੱਗ ਪਈਆਂ। ਮਹਾਂਪੁਰਖਾਂ ਦੀ ਸੰਗਤ ਹੈ, ਗੁਰੂ ਦੀ ਹਾਜ਼ਰੀ ਹੈ, ਆਪਾਂ ਸਾਰੇ ਦਾਤ ਮੰਗੀਏ ਸੱਚੇ ਪਾਤਸ਼ਾਹ। ਇਹ ਬਾਣੀ ਦੀ ਸਿਮਰਨ ਦੀ ਨਿਤਨੇਮ ਦੀ ਦਾਤ ਸਾਨੂੰ ਬਖਸ਼ੋ। ਕੇਵਲ ਅਸੀਂ ਗੱਲਾਂ ਜੋਗੇ ਨਾ ਰਹਿ ਜਾਈਏ, ਕੱਟ ਕਟੌਤੀਆਂ ਤੇ ਤਰਕਾਂ ਜੋਗੇ ਨਾ ਰਹਿ ਜਾਈਏ। ਬਾਣੀ ਹੀ ਤਾਕਤ ਹੁੰਦੀ ਹੈ, ਬਾਣੀ ਹੀ ਸ਼ਕਤੀ ਹੁੰਦੀ ਹੈ। ਜਿਹੜੇ ਉਹਨੂੰ ਧਿਆਉਂਦੇ ਨੇ, ਜਿਨ੍ਹਾਂ ਤੋਂ ਇਹ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ। ਸਰਬ ਧਨ ਧਾਮ ਫਲ ਫੂਲ ਸੋ ਫਲ। ਫਲਾਂ ਤੇ ਫੁੱਲਾਂ ਦੇ ਨਾਲ, ਦੁਨੀਆ ਦੀਆਂ ਜਾਇਦਾਦਾਂ ਦੇ ਨਾਲ ਫਲੀ ਭੂਤ ਵੀ ਹੋਣਾ ਹੈ ਤੇ ਦੁਨੀਆ ਦੇ ਸੁੱਖ ਵੀ ਤੇ ਦਰਗਾਹੀ ਸੁੱਖ। ਜਥੇਦਾਰ ਬਾਬਾ ਸਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਪ੍ਰਾਤਨ ਨਿਹੰਗ ਸਿੰਘ ਫੌਜਾਂ, ਅਸੀਂ ਅਜੇ ਵੀ ਜਦੋਂ ਨਗਰਾਂ ਵਿੱਚ ਵਿਚਰਦੇ ਹਾਂ ਤੇ ਪੁਰਾਣੇ ਸਿੰਘ ਜਿਹੜੇ ਉਹਨਾਂ ਨੂੰ ਸੁਣਦੇ ਰਹੇ। ਬਾਬਾ ਰਾਮ ਸਿੰਘ ਜੀ ਪੌੜੀਆਂ ਦੇ ਨਾਲ ਤੁਰਦੇ ਸੀ। ਸਨਮਾਨਯੋਗ ਸੰਗਤ ਜੀ, ਬਹੁਤਾ ਸਮਾਂ ਉਹਨਾਂ ਦੀ ਸੰਗਤ ਦਰਸ਼ਨ ਤਾਂ ਕੀਤੇ ਪਰ ਉਹਨਾਂ ਨੂੰ ਸਰਵਨ ਤਾਂ ਨਹੀਂ ਅਸੀਂ ਕੀਤਾ, ਪਰ ਜਿਨ੍ਹਾਂ ਨੇ ਕੀਤਾ ਉਹ ਦੱਸਦੇ ਨੇ ਕਿ ਜਦੋਂ ਨਿਤਨੇਮ ਜੋ ਦਲ ਪੰਥ ਦੇ ਵਿੱਚ 1 ਵਜੇ ਤੋਂ ਹੀ ਨਿਤਨੇਮ ਆਰੰਭ ਹੋ ਜਾਂਦਾ ਹੈ। ਸਨਮਾਨਯੋਗ ਸੰਗਤ ਜੀ, ਇਹ ਮਰਿਆਦਾ ਹੈ ਗੁਰੂ ਕੇ ਖਾਲਸੇ ਦੀ ਜਿਹੜੀ ਨਿਹੰਗ ਸਿੰਘਾਂ ਨੇ ਸਾਂਭੀ ਹੈ। ਇੰਨੀ ਬਾਣੀ ਦਾ ਨਿਤਨੇਮ 1 ਵਜੇ ਤੋਂ ਹੀ। ਇੱਥੇ 5 ਬਾਣੀਆਂ ਵਿੱਚ ਵੀ ਕਟੌਤੀ ਕਰਨ ਦੀਆਂ ਘਾਟਾਂ ਘੜੀਆਂ ਜਾ ਰਹੀਆਂ। ਨਿਹੰਗ ਸਿੰਘਾਂ ਦੀ ਮਰਿਆਦਾ ਦਾ 1 ਵਜੇ ਤੋਂ ਜੋ ਬਾਣੀ ਪੜ੍ਹਨ ਲੱਗਦੇ ਨੇ ਸਿੰਘ, 4 ਵੱਜ ਜਾਂਦੇ ਨੇ ਨਿਤਨੇਮ ਦੀਆਂ ਬਾਣੀਆਂ, ਫਿਰ ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ, ਫਿਰ ਗੁਰਬਾਣੀ ਦੀ ਲੜੀਵਾਰ ਕਥਾ। ਤੋ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਸਭ ਕਿਰਪਾ ਹੈ। ਤੋ ਤਾਂ ਹੀ ਇਹ ਜਿਹੜੀ ਸ਼ਕਤੀ ਇਹ ਗੁਰੂ ਕੇ ਸਿੱਖਾਂ ਵਿੱਚ ਵਰਤਦੀ ਰਹੀ। ਬਾਬਾ ਬਿਧੀ ਚੰਦ ਸਾਹਿਬ ਜੀ ਨੇ 2 ਫਾੜ ਕਰ ਦਿੱਤਾ ਰਣ ਮੈਦਾਨ ਦੇ ਅੰਦਰ। ਸ਼ਮਸ਼ ਬੇਗ 2 ਫਾੜ ਹੋਇਆ ਹੈ। ਆਪਣੀ ਸੁਰਤੀ ਨੂੰ ਦੁਬਾਰਾ ਜੰਗ ਵਿੱਚ ਲੈ ਆਈਏ। 2 ਫਾੜ ਹੋਏ ਸ਼ਮਸ਼ ਬੇਗ ਨੂੰ ਵੇਖ ਕੇ ਤੇ ਸੀਨਾ ਪਾੜ ਗਿਆ ਕਾਸ਼ਮ ਬੇਗ ਦਾ। ਪਹਿਲਾਂ ਅੱਬੂ ਜਾਨ ਦਾ ਸੀਨਾ ਪਾੜਦਾ ਵੇਖਿਆ ਬਰਛੇ ਦੇ ਵਾਰ ਦੇ ਨਾਲ, ਤੇ ਹੁਣ ਅੰਮਾ ਜਾਏ ਭਾਈ ਨੂੰ ਗੁਰੂ ਕੇ ਸਿੱਖ ਨੇ 2 ਫਾੜ ਕਰ ਦਿੱਤਾ। ਦਿਲ ਛਾਨਣੀ ਹੋਇਆ ਕਾਸ਼ਮ ਬੇਗ ਦਾ। ਧਰਤੀ ਵੇਲ ਨਹੀਂ ਦਿੰਦੀ। ਇਹ ਕਹਿੰਦਾ ਮੈਂ ਰਣ ਮੈਦਾਨ ਦੇ ਵਿੱਚ ਜਾ ਕੇ ਅਣਹੋਣੀ ਕਰ ਦਿੰਦਾ। ਵੱਧ ਰਿਹਾ ਹੈ ਰਣ ਮੈਦਾਨ ਦੇ ਅੰਦਰ। ਕਹਿੰਦਾ ਹੈ ਪਹਿਲਾਂ ਬਾਬਾ ਬਿਧੀ ਚੰਦ ਨੂੰ 2 ਫਾੜ ਕਰਾਂਗਾ ਤੇ ਫਿਰ ਆਪਣੀ ਪਹੁੰਚ ਗੁਰੂ ਤੱਕ ਬਣਾਵਾਂਗਾ। ਭਾਈ ਜੇਠਾ ਜੀ ਇਹਦੇ ਮੂਹਰੇ ਹੋ ਗਏ, ਕਾਕਾ ਬੜੇ ਜ਼ੋਰ ਦੇ ਨਾਲ, ਬੜੀ ਅੱਤ ਚਾਈ ਜਾ ਰਿਹਾ, ਕਿੱਧਰ ਜਾ ਰਿਹਾ? ਇਹਨੇ ਆਖਿਆ ਬੁੱਢਿਆ ਮੇਰਾ ਰਸਤਾ ਛੱਡ ਦੇ, ਤੇਰੇ ਨਾਲ ਨਹੀਂ ਮੈਨੂੰ ਕੋਈ ਕੰਮ। ਮੇਰਾ ਨਿਸ਼ਾਨਾ ਬਿਧੀ ਚੰਦ ਹੈ ਜਿਹਨੇ ਮੇਰੇ ਭਾਈ ਜਾਨ ਨੂੰ 2 ਫਾੜ ਕੀਤਾ। ਬਿਧੀ ਚੰਦ ਨੂੰ 2 ਫਾੜ ਕਰਕੇ ਆਪਣੇ ਭਰਾ ਦਾ ਬਦਲਾ ਲੈ ਕੇ ਮੈਂ ਆਪਣੀ ਪਹੁੰਚ ਗੁਰੂ ਤੱਕ ਬਣਾਵਾਂ। ਭਾਈ ਜੇਠਾ ਜੀ ਨੇ ਬੜੀ ਧੀਰਜ ਦੇ ਨਾਲ ਆਖਿਆ, ਕਾਕਾ ਗੱਲਾਂ ਬੜੀਆਂ ਵੱਡੀਆਂ ਕਰਦਾ ਹੈ, ਅਜੇ ਉਮਰ ਤੇਰੀ ਅਣਜਾਣੀ ਹੈ ਤੇ ਤੇਰੀ ਇਹ ਮਰਨ ਦੀ ਉਮਰ ਨਹੀਂ ਹੈ। ਜਾਂ ਤੈਨੂੰ ਘਰੇ ਕੋਈ ਉਡੀਕਦਾ ਹੈ, ਜਾਂ ਅਜੇ ਮਾਂ ਦੀ ਗੋਦ ਦੇ ਵਿੱਚ ਲੋਰੀਆਂ ਲੈ ਜਵਾਨ ਹੋ ਕੇ ਮੈਦਾਨ ਦੇ ਵਿੱਚ ਆਵੀਂ। ਐਵੇਂ ਆਪਣੀ ਜਾਨ ਨਾ ਗਵਾ ਬੈਠੀ, ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ। ਦੁਬਾਰਾ ਕਹਿਣ ਲੱਗਾ, ਬੁੱਢਿਆ ਰਸਤਾ ਛੱਡ, ਮੈਂ ਤੈਨੂੰ ਕਹਿੰਦਾ ਰਾਹ ਛੱਡ ਦੇ ਤੇ ਤੂੰ ਬਾਰ-ਬਾਰ ਮੇਰੇ ਅੱਗੇ ਅੜਦਾ ਹੈ। ਕਿਉਂ ਲੱਗਦਾ ਹੈ ਕਿ ਤੇਰੀਆਂ ਇਹ ਬਜ਼ੁਰਗ ਗੱਡੀਆਂ ਮੇਰੇ ਹੱਥੋਂ ਟੁੱਟਣੀਆਂ ਲਿਖੀਆਂ। ਫਿਰ ਗੁਰੂ ਕੇ ਸਿੱਖ ਜਰਨੈਲ, ਬਜ਼ੁਰਗ ਜਰਨੈਲ ਸਿੱਧਵਾਂ ਦੇ ਰਹਿਣ ਵਾਲੇ ਭਾਈ ਜੇਠਾ ਜੀ ਵੀਰ ਰਸ ਦੇ ਵਿੱਚ ਆ ਗਏ। ਕਹਿਣ ਲੱਗੇ ਫਿਰ ਬਿਧੀ ਚੰਦ ਵਰਗੇ ਤਜਰਬੇਕਾਰ ਜਰਨੈਲਾਂ ਦੇ ਨਾਲ ਲੋਹਾ ਲੈਣਾ ਤੇਰੇ ਵਰਗੇ ਬੱਚਿਆਂ ਦਾ ਕੰਮ ਨਹੀਂ। ਜੇ ਨਹੀਂ ਜਵਾਨੀ ਤੇ ਮਾਣ ਹੈ ਤੇ ਪਹਿਲਾਂ ਇਸ ਜਵਾਨੀ ਨੂੰ ਇਸ ਬੁੱਢੇ ਜਰਨੈਲ ਤੇ ਪਰਖ ਲੈ।
ਜੇ ਮੈਨੂੰ ਮਾਰ ਲਵੇਂਗਾ ਤਾਂ ਫਿਰ ਵਿਧੀ ਚੰਦ ਵੱਲੇ ਹੋ ਜਾਵੀਂ। ਆਓ ਭਾਈ ਜੇਠਾ ਜੀ ਦੇ ਨਾਲ ਸ਼ਮਸ਼ ਬੇਗ ਦੇ ਛੋਟੇ ਭਾਈ ਮਾਰੇ ਜਾ ਚੁੱਕੇ ਕਮਰ ਬੇਗ ਦੇ ਛੋਟੇ ਪੁੱਤਰ ਤੇ ਲੱਲਾ ਬੇਗ ਦੇ ਛੋਟੇ ਭਤੀਜੇ ਦਾ ਟਾਕਰਾ ਬਿਆਨ। ਸ਼ਮਸ਼ ਬੇਗ ਦੇ ਦੇਖ ਲਏ ਕਾਸਮ ਨੇ ਫਾੜੇ, ਚੜਿਆ ਵਿੱਚ ਕਰੋਦ ਦੇ ਦਿਲ ਪੈਰੇ ਸਾੜੇ। ਰਾਣੀ ਅੰਦਰ ਲਲਕਾਰਿਆ ਜਦ ਮਾਰ ਖੰਗੂਰੇ, ਭਾਈ ਜੇਠਾ ਹੋ ਗਿਆ ਕਾਸ਼ਮ ਦੇ ਮੂਰੇ। ਓ ਸ਼ਮਸ਼ ਬੇਗ ਦੇ ਦੇਖ ਲਏ ਕਾਸਮ ਨੇ ਫਾੜੇ, ਚੜਿਆ ਵਿੱਚ ਕਰੋਦ ਦੇ ਦਿਲ ਪੈਰੇ ਸਾੜੇ। ਰਾਣੀ ਅੰਦਰ ਲਲਕਾਰਿਆ ਜਦ ਮਾਰ ਖੰਗੂਰੇ, ਭਾਈ ਜੇਠਾ ਹੋ ਗਿਆ ਕਾਸ਼ਮ ਦੇ ਮੂਰੇ। ਓ ਕਹਿੰਦਾ ਕਾਸ਼ਮ ਰੋਕ ਨਾ ਬੁੱਢਿਆ ਤੂੰ ਰਸਤਾ, ਤੇਰਾ ਬਿਰਧ ਸਰੀਰ ਹੈ ਜੋ ਹੋ ਗਿਆ ਖਸਤਾ। ਮੇਰਾ ਤੇਰਾ ਮੇਲ ਨਾ ਕਹਿ ਵਿੱਚ ਜ਼ਰੂਰੇ, ਭਾਈ ਜੇਠਾ ਹੋ ਗਿਆ ਕਾਸ਼ਮ ਦੇ ਮੂਰੇ। ਆ ਕਾਕਾ ਵਾਪਸ ਪਰਤ ਜਾ ਜੇਠੇ ਸਮਝਾਇਆ, ਕਾਕਾ ਵਾਪਸ ਪਰਤ ਜਾ ਜੇਠੇ ਸਮਝਾਇਆ, ਪਰ ਹੰਕਾਰਿਆ ਤੁਰਕ ਸੀ ਉਹ ਸਮਝ ਨਾ ਪਾਇਆ। ਵਿਧੀ ਚੰਦ ਵੱਲ ਵੇਖ ਕੇ ਕਹਿ ਜਾਊਂ ਅਧੂਰੇ, ਭਾਈ ਜੇਠਾ ਹੋ ਗਿਆ ਕਾਸ਼ਮ ਦੇ ਮੂਰੇ। ਓ ਜੇਠੇ ਮਰਦ ਨੇ ਆਖਿਆ ਪਹਿਲਾਂ ਮੈਨੂੰ ਮਾਰੀ, ਵਿਧੀ ਚੰਦ ਜਰਨੈਲ ਵੱਲ ਫਿਰ ਜਾਈ ਅੰਗਾਰੀ। ਵਿਧੀ ਚੰਦ ਨੂੰ ਜਿੱਤਣਾ ਵਸ ਤੋਂ ਗੱਲ ਦੂਰੇ, ਭਾਈ ਜੇਠਾ ਹੋ ਗਿਆ ਕਾਸ਼ਮ ਦੇ ਮੂਰੇ। ਆ ਪਹਿਲਾਂ ਕਾਸ਼ਮ ਬੇਗ ਨੇ ਕਈ ਵਾਰ ਚਲਾਏ, ਪਹਿਲਾਂ ਕਾਸ਼ਮ ਬੇਗ ਨੇ ਕਈ ਵਾਰ ਚਲਾਏ, ਢਾਲੇ ਉੱਪਰ ਸਿੱਖ ਨੇ ਸਭ ਵਾਰ ਬਚਾਏ। ਚਾਹੇ ਪਿੱਛੇ ਦੌੜਨਾ ਮਨ ਅੰਦਰ ਚੂਰੇ, ਭਾਈ ਜੇਠਾ ਹੋ ਗਿਆ ਕਾਸ਼ਮ ਦੇ ਮੂਰੇ। ਫਿਰ ਗਿਆ ਅੰਤ ਹੁਣ ਕਾਸ਼ਮ ਨਾਲ ਲੈ ਰੋਕ ਤੂੰ ਆਇਆ, ਸਿੱਧਵਾਂ ਦੇ ਜਰਨੈਲ ਨੇ ਕਾਸ਼ਮ ਨੂੰ ਕਾਇਆ। ਜਮ ਸ਼ਹਾਦਤ ਪੀ ਲਿਆ ਬੈਂਕਾ ਸਿੱਖ ਸੂਰੇ, ਭਾਈ ਜੇਠਾ ਹੋ ਗਿਆ ਕਾਸ਼ਮ ਦੇ ਮੂਰੇ। ਭਾਈ ਜੇਠਾ ਜੀ ਨੇ ਬਹੁਤ ਸਮਝਾਇਆ, ਪਰ ਹਕੂਮਤ ਦਾ ਤੇ ਜਵਾਨੀ ਦਾ ਨਸ਼ਾ ਸਿਰ ਤੇ ਚੜਿਆ ਹੋਇਆ ਸੀ, ਨਾ ਸਮਝਿਆ ਕਾਸ਼ਮ ਦੇ। ਭਾਈ ਜੇਠਾ ਜੀ ਨੇ ਆਖਿਆ ਫਿਰ ਜਰਾ ਜ਼ੋਰ ਦੇ ਨਾਲ ਤਾਣ ਲਾ ਕੇ ਵਾਰ ਕਰ, ਪਹਿਲੇ ਵਾਰ ਤੇਰੇ ਐਸੇ ਵਾਰ ਕੀਤੇ। ਭਾਈ ਜੇਠਾ ਜੀ ਨੇ ਬੜੀ ਸੂਝ-ਬੂਝ ਦੇ ਨਾਲ ਰੋਕ ਲਏ, ਇੱਕ ਤੇਗ ਦਾ ਵਾਰ ਕੀਤਾ, ਕਾਸ਼ਮ ਬੇਗ ਨੂੰ ਰਣ ਮੈਦਾਨ ਦੇ ਅੰਦਰ ਪਾਰ ਬੁਲਾ ਦਿੱਤਾ। ਘੇਰੇ ਦੇ ਵਿੱਚ ਲਿਆ ਤੁਰਕਾਂ ਦੀ ਫੌਜ ਨੇ, ਤੇ ਤੀਜੇ ਜੰਗ ਦੇ ਅੰਦਰ ਭਾਈ ਜੇਠਾ ਜੀ ਵੀ ਸ਼ਹਾਦਤ ਦਾ ਜਾਮ ਪਾਇਆ। ਭਾਈ ਜੇਠਾ ਜੀ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੱਡੀਆਂ ਰਹਿਮਤਾਂ ਬਖਸ਼ਿਸ਼ਾਂ ਦੇ ਕੇ ਨਵਾਜਿਆ। ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਲਈਆਂ ਭਾਈ ਜੇਠਾ ਜੀ ਨੇ। ਅੰਤਮ ਸਮੇਂ ਤੱਕ ਸਨਮਾਨਯੋਗ ਸੰਗਤ ਜੀ ਗੁਰੂ ਸਾਹਿਬ ਜੀ ਦੇ ਨਾਲ ਜਦੋਂ ਲਾਹੌਰ ਮਹਾਰਾਜ ਸ਼ਹਾਦਤ ਦੇਣ ਗਏ, ਵਿਧੀਆ ਜੇਠਾ ਲੰਘ ਪੁਰਾਣਾ, ਪੰਚਮ ਪੈੜਾ ਸੰਗ ਪਿਆਣਾ, ਇਹ ਸਾਰੇ ਸਿੱਖਾਂ ਦੇ ਵਿੱਚ ਭਾਈ ਜੇਠਾ ਜੀ ਦਾ ਨਾਮ ਵੀ ਆਉਂਦਾ ਹੈ। ਫਿਰ ਜਦੋਂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਅੰਦਰ ਗਏ ਗੁਰਦੇਵ, ਤੇ ਉਦੋਂ ਸ਼ੇਰ ਬਣ ਕੇ ਬਾਦਸ਼ਾਹ ਨੂੰ ਡਰਾਉਂਦੇ ਰਹੇ। ਭਾਈ ਜੇਠਾ ਜੀ ਗਵਾਲੀਅਰ ਦੇ ਕਿਲੇ ਦੇ ਅੰਦਰ ਵੀ ਜਦੋਂ ਮਹਾਰਾਜ ਦੀ ਰਿਹਾਈ ਹੋਈ ਤੇ ਗੁਰਦੇਵ ਦੇ ਨਾਲ ਹੀ ਫਿਰ ਇਹ ਅੰਮ੍ਰਿਤਸਰ ਸਾਹਿਬ ਨੂੰ ਆਏ, ਸ਼ਬਦ ਕੀਰਤਨ ਕਰਦੇ ਹੋਏ ਬਾਬਾ ਬਿਧੀ ਚੰਦ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ। ਦਰਸ਼ਨ ਨਹੀਂ ਸੀ ਮਹਾਰਾਜ ਦੇ ਕਰਵਾਉਂਦੀ ਸਮੇਂ ਦੀ ਹਕੂਮਤ। ਬਾਬਾ ਬਿਧੀ ਚੰਦ ਸਾਹਿਬ ਜੀ ਬੇਅੰਤ ਪਾਠ ਸ਼ਬਦ ਹਜ਼ਾਰੇ ਦੇ ਬੜੇ ਵਿਰਾਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਕਰਦੇ ਰਹਿੰਦੇ। ਬਾਬਾ ਬੁੱਢਾ ਸਾਹਿਬ, ਇਹ ਜਿਹੜੀ ਸ਼ਬਦ ਚੌਂਕੀ ਹੈ, ਜਥੇਦਾਰ ਹਰਨੰਦ ਸਿੰਘ ਜੀ ਸ਼ਬਦਈ ਸਿੰਘ ਸਜੇ ਹੋਏ ਨੇ, ਇਹ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਂ ਗੁਰੂ ਘਰ ਦੇ ਅੰਦਰ ਅੱਜ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਦਰਬਾਰ ਸਾਹਿਬ ਅੱਜ ਵੀ ਇਹ ਮਰਿਆਦਾ ਚੱਲਦੀ ਹੈ। ਗਵਾਲੀਅਰ ਤੱਕ ਉਹ ਚੌਂਕੀ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਜਾਂਦੇ ਰਹੇ। ਤੋ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਆਏ, ਉੱਥੋਂ ਸ਼ਬਦ ਕੀਰਤਨ ਕਰਦੇ ਹੋਏ ਖੁਸ਼ੀਆਂ ਹੋਈਆਂ ਜਦੋਂ ਮਹਾਰਾਜ ਅੰਮ੍ਰਿਤਸਰ ਸਾਹਿਬ ਪਹੁੰਚੇ। ਤੋ ਗੁਰਦੇਵ
ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਮੁੱਖ ਸਿੱਖ ਭਾਈ ਜੇਠਾ ਇਸ ਜੰਗ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਿਆ। 3 ਜਰਨੈਲ ਬੁਰਜਾਂ ਵਰਗੇ ਡਿੱਗ ਪਏ ਨੇ ਰਣ ਮੈਦਾਨ ਦੇ ਅੰਦਰ, ਤੇ 35,000 ਫੌਜਾਂ ਦੇ ਵਿੱਚੋਂ ਕੇਵਲ 14,000 ਗਿਣਤੀ ਰਹਿ ਗਈ ਹੈ ਫੌਜਾਂ ਦੀ। ਹੁਣ ਕੱਖੋਂ ਹੌਲਾ ਹੋ ਗਿਆ ਇਹ ਲੱਲਾ ਬੇਗ, ਜਿਹੜਾ ਸਿਪਾ ਸਲਾਰ ਬਣ ਕੇ ਗੁਰੂ ਨੂੰ ਬੰਦੀ ਬਣਾਉਣ ਵਾਸਤੇ ਆਇਆ ਹੈ। ਹੁਣ ਰਹਿ ਗਏ ਦੋਵੇਂ ਮਾਮਾ ਭਾਣਜਾਈ। ਪਹਿਲਾ ਇਹਦਾ ਭਰਾ ਕਮਰ ਬੇਗ ਭਾਈ ਰਾਏ ਜੋਧ ਨੇ ਬਰਸ਼ੇ ਦੇ ਵਾਰ ਨਾਲ ਮਾਰ ਦਿੱਤਾ। ਸ਼ਮਸ਼ ਬੇਗ ਬਾਬਾ ਬਿਧੀ ਚੰਦ ਸਾਹਿਬ ਨੇ 2 ਫਾੜ ਕਰ ਦਿੱਤਾ। ਕਾਸ਼ਮ ਬੇਗ ਭਾਈ ਜੇਠਾ ਜੀ ਨੇ ਝਟਕਾ ਦਿੱਤਾ। 5 ਵਿੱਚੋਂ 3 ਮਾਰੇ ਗਏ। 14,000 ਫੌਜ ਦੇ 2 ਜਰਨੈਲ ਰਹਿ ਗਏ, ਲੱਲਾ ਬੇਗ ਆਪ ਤੇ ਇਹਦਾ ਭਾਣਜਾ ਕਾਬਲੀ ਬੇਗ। ਹੁਣ ਇੱਕ ਦੂਜੇ ਦੇ ਨਾਲ ਮਤਾ ਕਰਨ ਦੀ ਵੀ ਫੁਰਸਤ ਨਹੀਂ ਇਹਨਾਂ ਦੇ ਕੋਲ। ਡਾਵਾਂ ਡੋਲ ਹੋਏ ਪਏ ਨੇ, ਕੰਬਣੀਆਂ ਛਿੜ ਰਹੀਆਂ ਨੇ ਤੇ ਕੁਝ ਔਰ ਦੀ ਸੋਝਦੀ ਨਹੀਂ ਹੈ। ਮੈਦਾਨ ਦੇ ਵਿੱਚ ਆ ਗਿਆ, ਹੋਸ਼ਿਆਂ ਦੇ ਵਾਂਗ ਲਲਕਾਰ ਦਿੱਤਾ ਸੱਚੀ ਸਰਕਾਰ ਨੂੰ। ਲੱਲਾ ਬੇਗ ਨੇ ਆਖਿਆ ਤੂੰ ਸੱਚਾ ਪਾਤਸ਼ਾਹ ਖਵਾਉਣਾ ਹੈ, ਬਗਾਨਿਆਂ ਪੁੱਤਾਂ ਨੂੰ ਕਿਉਂ ਭੇਜਦਾ ਹੈ? ਇਸ ਜੰਗ ਨੂੰ ਬਾਹਲਾ ਲੰਮਾ ਕੀ ਕਰਨਾ ਹੈ? ਤੁਸੀਂ ਵੀ ਜਰਨੈਲ ਹੋ ਤੇ ਇਧਰੋਂ ਮੈਨੂੰ ਬਾਦਸ਼ਾਹ ਨੇ ਜਰਨੈਲ ਬਣਾ ਕੇ ਭੇਜਿਆ ਹੈ। ਆਪਾਂ ਦੋਵੇਂ ਹੀ ਨਿਰਣਾ ਕਰ ਦਈਏ ਇਸ ਜੰਗ ਦਾ, ਆਪਾਂ ਦੋਵੇਂ ਹੀ ਮੁਕਾਬਲਾ ਕਰੀਏ। ਫਿਰ ਵੱਡ ਜੋਧੇ ਮਹਾਬਲੀ ਦਲ ਭੰਜਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹਦੀਆਂ ਗਿੱਦੜ ਭਵਕਾਂ ਤੋਂ ਕਦੋਂ ਡਰਦੇ? ਇਤਿਹਾਸ ਕਹਿੰਦਾ ਹੈ ਆਪ ਚੜੇ ਫਿਰ ਗੁਰੂ ਜੀ ਹਥਿਆਰ ਸਜਾ ਕੇ, ਆਪ ਚੜੇ ਫਿਰ ਗੁਰੂ ਜੀ ਹਥਿਆਰ ਸਜਾ ਕੇ, ਮੀਰੀ ਪੀਰੀ ਦੀਆਂ 2 ਗਲ ਤੇਗਾਂ ਪਾ ਕੇ, ਕਲਗੀ ਚਮਕੇ ਧਰੀ ਜੋ ਰੱਬ ਜੋਤ ਜਗਾ ਕੇ, ਸੂਰਜ ਫਿੱਕਾ ਪੈ ਜਾਏ ਸਾਵੇਂ ਸ਼ਰਮਾ ਕੇ, ਚਰਨ ਚੁੰਮਦੀਆਂ ਸ਼ਕਤੀਆਂ ਲੱਖ ਸ਼ਗਨ ਬਣਾ ਕੇ, ਸੱਚੀ ਸਰਕਾਰ ਮਾਰ ਕੇ ਛਾਲ ਰਣ ਮੈਦਾਨ ਦੇ ਵਿੱਚ ਆ ਗਏ। ਗੁਰਦੇਵ ਨੇ ਆਖਿਆ ਲੱਲਾ ਬੇਗ ਸਾਨੂੰ ਇਹ ਤੇਰੀ ਲਲਕਾਰ ਵੰਗਾਰ ਸਿਰ ਮੱਥੇ ਪ੍ਰਵਾਨ। ਆਓ ਵੇਖੀਏ ਸਨਮਾਨਯੋਗ ਸੰਗਤ ਜੀ ਇਸ ਜੰਗ ਦਾ ਸਾਰਾ ਹੀ ਨਤੀਜਾ। ਗਿਆਨੀ ਗੁਰਿੰਦਰਪਾਲ ਸਿੰਘ ਜੀ ਬੈਂਕਾ ਜੀ ਕਹਿੰਦੇ ਨੇ ਕਿ ਅਸੀਂ 15 ਮਿੰਟਾਂ ਦੇ ਵਿੱਚ ਤੁਹਾਡੇ ਕੋਲ ਆ ਜਾਂਦੇ ਹਾਂ। ਤਾਂ ਆਓ ਆਪਾਂ ਇੱਕੋ ਹੀ ਹੋਰ ਕਵਿਤਾ ਕਹਿਣੀ ਹੈ ਜਿਹਦੇ ਅੰਦਰ ਜਿਹੜਾ ਆਪਾਂ ਤੀਜੇ ਜੰਗ ਦਾ ਪ੍ਰਸੰਗ ਆਰੰਭਿਆ ਹੈ। ਜਿੰਨੇ ਜਰਨੈਲ ਆਏ ਉਹ ਸਾਰੇ ਗੱਡੀ ਚੜ ਜਾਣੇ, ਰਹਿ ਗਏ ਨੇ 2 ਤੇ ਗੁਰਦੇਵ ਸੱਚੇ ਪਾਤਸ਼ਾਹ ਦੇ ਨਾਲ ਇਹਨਾਂ ਦੋਵਾਂ ਦਾ ਜੰਗ ਹੋਇਆ, ਲੱਲਾ ਬੇਗ ਦਾ ਵੀ ਤੇ ਕਾਬਲੀ ਬੇਗ ਦਾ ਵੀ। ਗੁਰਦੇਵ ਨੇ ਦੋਵਾਂ ਨੂੰ ਬਾਰੋ ਵਾਰੀ ਗੱਡੀ ਕਿਵੇਂ ਚਾੜਿਆ, ਗੱਡੀ ਛੰਦ ਦੇ ਅੰਦਰ ਦਲ ਪੰਥ ਦਾ ਜਥਾ ਇੰਜ ਬਿਆਨ ਕਰਦਾ ਹੈ। ਫੌਜਾਂ ਤੱਕੀਆਂ ਮੈਦਾਨ ਵਿੱਚ ਡਿੱਗੀਆਂ ਭਾਈ ਤੇ ਭਤੀਜੇ ਮਾਰੇ ਗਏ ਲੱਲਾ ਬੇਗ ਦੇ। ਫੌਜਾਂ ਤੱਕੀਆਂ ਮੈਦਾਨ ਵਿੱਚ ਡਿੱਗੀਆਂ ਭਾਈ ਤੇ ਭਤੀਜੇ ਮਾਰੇ ਗਏ ਲੱਲਾ ਬੇਗ ਦੇ। ਬੇਗ ਦੇ ਨੈਣਾ ਅੰਗਿਆਰੇ ਬਣੇ ਕੋਲ ਵਿੱਚ ਆਣ ਕੇ ਘੋੜਾ ਛੇੜ ਕੇ ਮੈਦਾਨ ਵੱਲ ਵਧਿਆ ਗੁਰਾਂ ਤਾਈ ਹੈ ਵੰਗਾਰਦਾ ਕਹੇ ਆਣ ਕੇ ਮੈਦਾਨ ਵਿੱਚ ਜੋੜਿਆ ਵੇਖ ਤੂੰ ਨਜ਼ਾਰਾ ਜੰਗ ਦਾ। ਬੋਲਾ ਸੁਣਿਆ ਹੈ ਜਦੋਂ ਲੱਲਾ ਬੇਗ ਦਾ ਗੁਰੂ ਮੀਰੀ ਪੀਰੀ ਵਾਲੇ ਨੇ ਤੇਗ ਖਿੱਚ ਕੇ ਮਿਆਨ ਵਿੱਚੋਂ ਮੀਰੀ ਦੀ ਸੱਤ ਕਰਤਾਰ ਆਖਿਆ ਦਲ ਭੰਜਣ ਗੁਰੂ ਜੀ ਵੱਡ ਜੋਦੇ ਪਾਈ ਉਪਕਾਰੀ ਪਾਤਸ਼ਾਹ ਮੁਖੋਂ ਬੋਲਦੇ ਨੇ ਇੰਜ ਲੱਲਾ ਬੇਗ ਨੂੰ ਰਹਿ ਜਾਏ ਨਾ ਰੀਝ ਵਾਰ ਦੀ। ਪਹਿਲਾਂ ਕਰ ਲੈ ਤੂੰ ਵਾਰ ਤਾਣਾ ਲਾ ਕੇ ਫੇਰ ਕੀ ਅਸੀਂ ਕਰਾਂਗੇ। ਜਦੋਂ ਸੁਣਿਆ ਬਚਨ 7 ਗੁਰਾਂ ਦਾ 3 ਵਾਰ ਕੀਤੇ ਇਸਨੇ ਗੁਰਾਂ ਰੋਕ ਲਏ ਤਿੰਨੇ ਹੀ ਵਾਰ। ਇਸ ਦੇ ਵਾਰ ਤਾਈ ਕਰੀ ਜਾਂਦਾ ਏ ਵਾਂਗ ਹੋਸ਼ਿਆਂ ਦੇ ਤੇਗਾ ਪਿਆ ਮਾਰਦਾ ਅੰਤ ਗੁਰਾਂ ਤੇਗ ਸੂਤ ਲਈ ਵਾਰੀ ਅੰਜਣਾ ਕਰੀਦਾ ਸੁਣ ਹੀਰਿਆ। ਵਾਰੀ ਅੰਜਣਾ ਕਰੀਦਾ ਸੋਣਾ ਹੀਰਿਆ ਵਾਰ ਵੇਖੀ ਇੰਜ ਕਰੀਦਾ ਮੁਖੋਂ ਬੋਲ ਕੇ ਗੁਰਾਂ ਨੇ ਤੇਗਾ ਮਾਰੀ ਲੱਲਾ ਬੇਗ ਗਿਆ ਮਾਰਿਆ ਤੱਕੇ ਕਾਬਲੀ ਬੇਗ ਦਿਲ ਕੰਬਦਾ ਮਾਮਾ ਮੇਰਾ ਗਿਆ ਮਾਰਿਆ। ਜੇ ਮੈਂ ਨੱਠਿਆ ਮੈਦਾਨੋਂ ਪਿੱਠ ਦੇ ਗਏ ਤਨ ਵੱਜਣ
ਜਿਹਾ ਲੋੜਦਾ ਨਿਸ਼ਾਨੇਬਾਜ਼ ਹੈ ਤੀਰ ਛੱਡਦਾ ਹੈ ਤੰਬੀ ਉੱਤੇ ਚਾੜ ਕੇ ਲੈ ਲਿਆ ਨਿਸ਼ਾਨਾ ਗੁਰਾਂ ਦਾ ਤੀਰ ਛੱਡਿਆ ਅਲੀ ਦਾ ਨਾਰਾ ਮਾਰ ਕੇ ਸੇਧ ਸੀ ਮੱਥੇ ਦੀ ਜਾਨ ਦਾ ਗੁੱਲ ਬਾਗ ਨੇ ਸੀ ਪੌੜ ਦੋਵੇਂ ਚੁੱਕ ਕੇ ਮੱਥੇ ਉੱਤੇ ਤੀਰ ਖਾ ਲਿਆ ਰਣ ਡਿੱਗਿਆ ਸਹੇਲਾ ਕੋੜਾ ਗੁਰਾਂ ਦਾ ਰੋਬ ਵਿੱਚ ਆਏ ਪਾਤਸ਼ਾਹ ਤੀਰ ਚਾੜ ਕੇ ਕਮਾਣੀ ਉੱਤੇ ਛੱਡਿਆ ਘੋੜਾ ਕਾਬਲੀ ਦਾ ਮਾਰਿਆ ਹੋਏ ਪੈਦਲ ਮੈਦਾਨ ਵਿੱਚ ਜੋਧੇ ਵਾਰ ਹੋਏ ਆਮੋ ਸਾਹਮਣੇ ਵਾਰ ਰੋਕ ਕੇ ਗੁਰਾਂ ਨੇ ਖੰਡਾ ਧੂਲਿਆ ਇੱਕ ਵਾਰ ਕੀਤਾ ਸੂਤ ਕੇ ਗਿਆ ਮਾਰਿਆ ਮੈਦਾਨ ਵਿੱਚ ਕਾਬਲੀ ਬਚੀ ਫੌਜ ਪਿੱਛੇ ਨੱਠ ਗਈ ਜੰਗ ਜਿੱਤਿਆ ਗੁਰਾਂ ਨੇ ਤੀਸਰਾ ਅੰਤ ਸ਼ਾਹ ਜਹਾਨ ਬਾਦਸ਼ਾਹ ਹਾਰਿਆ ਸ਼ਾਦ ਗੋਰੇ ਜੰਟ ਸਿੰਘ ਨੇ ਹੈ ਉਚਾਰਿਆ। ਗੁਰਦੇਵ ਨੇ ਪੇਸ਼ਕਾਰੀ ਕੀਤੀ ਹੈ ਲੱਲਾ ਬੇਗ ਨੂੰ। ਇਸ ਜੰਗ ਦੇ ਵਿੱਚ ਨਹੀਂ ਸਾਰਿਆਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਗੱਲ ਇਹਨੂੰ ਕਹੀ। ਗੁਰਦੇਵ ਨੇ ਆਖਿਆ ਲੱਲਾ ਬੇਗ ਤੂੰ ਸ਼ਾਹਜਹਾਨ ਦਾ ਭੇਜਿਆ ਸਿਪਾਹ ਸਲਾਰ ਆਇਆ ਹੈ, ਨਾਲ ਵੱਡੇ ਵੱਡੇ ਜਰਨੈਲ ਲੈ ਕੇ ਆਇਆ ਸੀ ਤੇ ਫੌਜਾਂ। ਹੁਣ ਵਾਰ ਤੂੰ ਇੱਕ ਨਹੀਂ ਦੋ ਨਹੀਂ ਤਿੰਨ ਕਰੇਗਾ, ਸਾਡੇ ਕਰੇਗਾ ਵੀ ਪਹਿਲਾਂ। ਜੇ ਤੇਰੇ ਤਿੰਨਾਂ ਵਾਰਾਂ ਦੇ ਵਿੱਚੋਂ ਸਾਡੇ ਇੱਕ ਵਾਰ ਵੀ ਖਹਿ ਜਾਏ ਤੇ ਜਿੱਤ ਦਾ ਸਿਹਰਾ ਤੇਰੇ ਮੱਥੇ ਤੇ ਬੰਨ੍ਹ ਦੇਵਾਂਗੇ, ਤੇ ਤੇਰੇ ਤਿੰਨਾਂ ਦੇ ਉਪਰੰਤ ਤੇਰੇ ਤੇ ਅਸੀਂ ਤਿੰਨ ਨਹੀਂ ਕਰਾਂਗੇ। ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਇੱਕੋ ਹੀ ਵਾਰ ਕਰਾਂਗੇ, ਤੇ ਜੇ ਸਾਡਾ ਇੱਕ ਵਾਰ ਰੋਕ ਵੀ ਜਾਵੇਂ ਤੇ ਤਾਂ ਵੀ ਜਿੱਤ ਤੈਨੂੰ ਦਿੱਤੀ। ਐਸੇ ਪਰਉਪਕਾਰੀ, ਐਸੇ ਉਦਾਰ ਦਿਲ ਸਤਿਗੁਰੂ ਰਣ ਮੈਦਾਨ ਦੇ ਅੰਦਰ ਦੁਸ਼ਮਣ ਦੇ ਸਾਹਮਣੇ ਵੀ ਉਦਾਰ ਦਿਲੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਵਾਰ ਕੀਤਾ ਭਰਵਾਂ, ਖਾਲੀ ਲੰਘ ਗਿਆ। ਦੂਜਾ ਵਾਰ ਕੀਤਾ ਗੁਰਦੇਵ ਨੇ ਢਾਲੇ ਤੇ ਰੋਕਿਆ। ਤੀਜਾ ਵਾਰ ਕੀਤਾ ਕੂਦ ਗਏ ਸ਼੍ਰੀ ਸਤਿਗੁਰੂ, ਸ਼ੂਸ਼ਾ ਰਹਿ ਗਿਆ ਵਾਰ। ਫਿਰ ਹੋਸ਼ਿਆਂ ਦੇ ਵਾਂਗ ਵਾਰ ਕਰਨ ਲੱਗ ਪਿਆ। ਮਹਾਰਾਜ ਨੇ ਆਖਿਆ ਇਹ ਜੰਗ ਦਾ ਕੋਈ ਨਿਯਮ ਨਹੀਂ ਹੈ ਲੱਲਾ ਬੇਗ, ਤੈਨੂੰ ਵਾਰ ਕਰਨ ਦੀ ਅਜੇ ਕਿਸੇ ਨੇ ਜਾਂਚ ਹੀ ਨਹੀਂ ਸਿਖਾਈ। ਮਹਾਰਾਜ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਜਾਤੀ ਤੌਰ ਤੇ। ਗੁਰਦੇਵ ਤਾਂ ਮੈਦਾਨ ਦੇ ਵਿੱਚ ਵੀ ਪਰਉਪਕਾਰ ਕਰਦੇ ਨੇ, ਸਿੱਖਿਆ ਦਿੰਦੇ, ਤੈਨੂੰ ਜਾਂਚ ਨਹੀਂ ਅਸੀਂ ਸਿਖਾਉਂਦੇ ਆ। ਲੱਲਾ ਬੇਗ ਵਾਰ ਇੰਜ ਨਹੀਂ, ਵਾਰ ਇੰਜ ਕਰੀਦਾ। ਇੱਕ ਵਾਰ ਕੀਤਾ ਰਣ ਮੈਦਾਨ ਦੇ ਅੰਦਰ ਢਹਿ ਢੇਰੀ ਕੀਤਾ ਤੇ ਕਾਬਲੀ ਬੇਗ ਕਦੇ ਮਨ ਸੋਚਦਾ ਹੈ ਦੌੜ ਜਾਵਾਂ, ਪਹਿਲੇ ਚਾਰ ਨਹੀਂ ਅੜ ਸਕੇ ਮੈਂ ਕਿੱਥੋਂ ਅੜਨਾ ਹੈ। ਫਿਰ ਅੰਦਰੋਂ ਆਵਾਜ਼ ਆਉਂਦੀ ਹੈ ਜੇ ਮੁੜ ਗਿਆ ਸਮਾਜ ਨੇ ਤਾਨੇ ਦੇ ਕੇ ਮਾਰ ਦੇਣਾ ਹੈ। ਕਹਿੰਦੇ ਕਿ ਤੀਰ ਅੰਦਾਜ਼ ਬੜਾ ਸੀ ਇਹ ਕਾਬਲੀ ਬੇਗ, ਇਹਦਾ ਜਿਹੜਾ ਭਾਣਜਾ ਸੀ ਲੱਲਾ ਬੇਗ ਦਾ। ਇਹਨੇ ਆਖਿਆ ਤੀਰ ਪਰਖ ਲੈਨੇ, ਜੇ ਨਿਸ਼ਾਨੇ ਤੇ ਲੱਗ ਗਿਆ ਤੇ ਫਿਰ ਸਾਰਾ ਜਾਇਦਾਦਾਂ ਜਗੀਰਾਂ ਆਪਣੇ ਕੋਲ ਆ ਜਾਣੀਆਂ, ਤੇ ਨਹੀਂ ਤੇ ਫਿਰ ਜਿੱਥੇ ਬਾਕੀ ਗਏ ਆਪਾਂ ਵੀ ਚਲੇ ਜਾਵਾਂਗੇ, ਬੋਝ-ਦਿਲ ਤੇ ਕਹਿਰ ਤਾਂ ਨਹੀਂ ਬਣਾਂਗੇ। ਇਹਨੇ ਤੀਰ ਨੂੰ ਸਾਂਧਿਆ ਤੇ ਛੱਡਿਆ ਮਹਾਰਾਜ ਦੇ ਮਸਤਕ ਦਾ ਨਿਸ਼ਾਨਾ, ਸਿੱਧਾ ਜਾ ਰਿਹਾ ਸੀ ਮਹਾਰਾਜ ਦੇ ਮੱਥੇ ਨੂੰ। ਗੁਰਦੇਵ ਦੇ ਸੁਹੇਲੇ ਘੋੜੇ ਨੇ, ਯਾਦ ਰਹੇ ਜਦੋਂ ਬਾਬਾ ਬਿਧੀ ਚੰਦ ਸਾਹਿਬ ਜੀ ਦਿਲਬਾਗ ਤੇ ਗੁਲਬਾਗ ਘੋੜਾ ਗੁਰੂ ਘਰ ਦੇ ਵਿੱਚ ਲੈ ਕੇ ਗਏ, ਉਹਨਾਂ ਦੋਵਾਂ ਘੋੜਿਆਂ ਦੇ ਨਾਮ ਬਦਲੀ ਹੋ ਗਏ ਸੀ। ਇੱਕ ਦਾ ਨਾਮ ਜਾਨ ਭਾਈ ਰੱਖ ਦਿੱਤਾ ਤੇ ਇੱਕ ਦਾ ਸੁਹੇਲਾ। ਸੁਹੇਲੇ ਘੋੜੇ ਨੇ ਸੀਖ ਪੌੜ ਹੋ ਕੇ ਮਸਤਕ ਝੁਕਾਇਆ, ਮੱਥੇ ਵਿੱਚ ਤੀਰ ਖਾ ਲਿਆ। ਗੁਰੂ ਜੀ ਦਾ ਘੋੜਾ ਚਾਲੇ ਪਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਤੇ ਕਲਗੀਧਰ ਪਿਤਾ ਜੀ ਕਹਿੰਦੇ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ। ਜਦੋਂ ਬਾਣ ਲੱਗਦਾ ਹੈ ਤੇ ਰੋਸ ਜਾਗਦਾ ਹੈ। ਗੁਰਦੇਵ ਪੀਰ ਰਸ ਦੇ ਵਿੱਚ ਆ ਕੇ ਤਾਣ ਕੇ ਤੀਰ ਤੰਦੀ ਨੂੰ ਖਿੱਚ ਕੇ ਕੰਨਾਂ ਤੇ ਛੱਡਦੇ ਨੇ, ਇਹਦੇ ਘੋੜੇ ਦੇ ਆਣ ਵੱਜਦਾ ਹੈ। ਇਹ ਵੀ ਸਵਾਰੀ ਤੋਂ ਬਗੈਰ ਹੋ ਗਿਆ। ਫਿਰ ਪਹਿਲੇ ਵਾਰ ਕਰਨ ਦਾ ਮੌਕਾ ਇਹਨੂੰ ਵੀ ਦਿੱਤਾ ਗੁਰਦੇਵ ਨੇ। ਆਖਿਰ ਜਦੋਂ ਇਹਦੇ ਵੀ ਸਾਰੇ ਵਾਰ ਖਾਲੀ ਚਲੇ ਗਏ ਤੇ ਇੱਕ ਵਾਰ ਗੁਰਦੇਵ ਨੇ ਇਹਨੂੰ ਵੀ ਬਖਸ਼ ਦਿੱਤਾ। 5 ਦੇ 5 ਜਰਨੈਲ ਹੀ ਮਾਰੇ ਗਏ। 35,000 ਫੌਜ ਦੇ ਵਿੱਚੋਂ ਆਪ ਹੈਰਾਨ ਹੋ ਜਾਓਗੇ, ਕੇਵਲ 100 ਸੈਨਿਕ ਦੱਸਿਆ ਹੈ ਕਵੀ ਸੰਤੋਖ ਸਿੰਘ ਜੀ ਨੇ, ਕੇਵਲ 100 ਸੈਨਿਕ ਬਚਿਆ। ਉਹ ਵੀ ਜਿਹੜੇ ਅੱਗੇ ਆਏ ਨਹੀਂ ਰਣ ਮੈਦਾਨ ਦੇ, ਰਾਤ ਰੁੱਤ ਪਕੜ ਕੇ ਪਿੱਛੇ ਜਿਹੜੇ ਖੜੇ ਰਹੇ ਉਹ ਬਚ ਗਏ। ਤੇ ਗੁਰਦੇਵ ਨੇ ਹਸਨ ਖਾਨ ਨੂੰ ਥਾਪੀ ਦੇ ਕੇ ਆਖਿਆ ਜਾ ਹਸਨ ਖਾਨਾ ਤੈਨੂੰ ਸੂਬੇਦਾਰੀ ਦੇ ਦਿੱਤੀ। ਪਸ਼ਾਵਰ ਦਾ ਸੂਬੇਦਾਰ ਸੀ ਪਹਿਲਾਂ ਲੱਲਾ ਬੇਗ, ਇਹਦੀ ਜਗ੍ਹਾ ਤੇ ਜਦੋਂ 100 ਸੈਨਿਕ ਲੈ ਕੇ ਗਿਆ ਬਾਦਸ਼ਾਹ ਨੇ, ਫਿਰ ਹਸਨ ਖਾਨ ਨੂੰ ਉਥੇ ਉਹ ਰਾਜ ਦੇ ਦਿੱਤਾ, ਸੂਬੇਦਾਰੀ ਦੇ ਦਿੱਤੀ। ਇਸ ਪ੍ਰਕਾਰ ਸਨਮਾਨਯੋਗ ਸੰਗਤ ਜੀ, ਜਿਹੜੇ ਨਿਵਕੇ ਆਉਂਦੇ ਨੇ ਉਹ ਬਰਕਤਾਂ ਰਹਿਮਤਾਂ ਪ੍ਰਾਪਤ ਕਰਕੇ ਜਾਂਦੇ ਨੇ, ਤੇ ਜਿਹੜੇ ਆਕੜ ਕੇ ਆਉਂਦੇ ਨੇ, ਜਿਹੜੇ ਅੜਦੇ ਨੇ ਉਹ ਝੜ ਜਾਂਦੇ ਆ।
ਅੱਜ ਵੀ ਉਹੀ ਗੁਰੂ ਘਰ ਹੈ, ਉਹੀ ਜੋਤ ਹੈ ਗੁਰੂ ਗ੍ਰੰਥ ਤੇ ਪੰਥ ਅੰਦਰ, ਉਹੀ ਜੋਤ ਵਰਤ ਰਹੀ ਹੈ ਛੇਵੇਂ ਪਾਤਸ਼ਾਹ ਦੀ, ਗੁਰੂ ਨਾਨਕ ਸਾਹਿਬ ਜੀ ਦੀ। ਤੋ ਮਹਾਰਾਜ ਕਿਰਪਾ ਕਰਨ, ਸਾਡੇ ਸੀਸ ਸਦਾ ਹੀ ਨਿਰਮਾਨਤਾ ਨਾਲ ਇਸ ਘਰ ਨੂੰ ਝੁਕੇ ਰਹਿਣ। ਤੋ ਮਹਾਰਾਜ ਕਿਰਪਾ ਕਰਨ, ਅਸੀਂ ਬਰਕਤਾਂ ਪ੍ਰਾਪਤ ਕਰਦੇ ਰਹੀਏ। ਜਿਹੜਾ ਮਜਮੂਨ ਆਰੰਭਿਆ ਸੀ ਉਹ ਸਮਾਪਤ ਹੁੰਦਾ ਹੈ। ਇਤਿਹਾਸ ਦਾ ਸਤਿਕਾਰ ਕਰਦਿਆਂ ਹੋਇਆਂ ਸਾਰੀਆਂ ਹੀ ਨਗਰ ਨਿਵਾਸੀ ਸੰਗਤਾਂ ਵੱਲੋਂ ਜਿੰਨੇ ਕੁ ਨਾਮ ਮੈਂ ਲਿਖ ਸਕਿਆ ਉਹਨੇ ਲਿਖਿਆ। ਮੇਰੇ ਤੋਂ ਉਹਨੇ ਨਾਮ ਨਹੀਂ ਲਿਖ ਹੋਏ ਜਿੰਨੀ ਮਾਇਆ ਤੁਸੀਂ ਦਿੱਤੀ ਹੈ। ਜਿੰਨੇ ਕੁ ਨਾਮ ਆਏ ਮੈਂ ਹੱਲੇ ਦੇ ਨਾਲ ਹੀ ਅਰਦਾਸੇ ਕਰਕੇ ਫਿਰ ਫਤਿਹ ਬੁਲਾਵਾਂ, ਕਿਉਂਕਿ ਅੱਜ ਮੀਟਿੰਗ ਤੇ ਸੀ ਜਥਾ ਸ਼੍ਰੋਮਣੀ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਦੀ ਕੋਈ ਮੀਟਿੰਗ ਸੀ। ਗਿਆਨੀ ਗੁਰਨਾਮ ਸਿੰਘ ਜੀ ਮਨਿਹਾਲਾ ਸਾਹਿਬ ਇਹਨਾਂ ਦੇ ਸਾਥੀ ਵੀ ਮੀਟਿੰਗ ਵਿੱਚ ਸੀ, ਤੇ ਗਿਆਨੀ ਗੁਰਿੰਦਰਪਾਲ ਸਿੰਘ ਜੀ ਵੀ। ਮਨਿਹਾਲਾ ਸਾਹਿਬ ਦਾ ਜਥਾ ਸਾਥੀ ਸਿੰਘ ਪਹੁੰਚ ਗਏ ਨੇ ਔਰ ਹੁਣ ਕੁਝ ਹੀ ਮਿੰਟਾਂ ਵਿੱਚ ਆਪ ਜੀ ਦੇ ਰੂਬਰੂ ਹੋਣਗੇ। ਆਓ ਆਪਾਂ ਸਰਵਣ ਕਰੀਏ। ਸਰਪੰਚ ਸਾਹਿਬ ਸਰਦਾਰ ਸੰਤ ਸਿੰਘ ਜੀ, ਉਹਨਾਂ ਵੱਲੋਂ ਬੇਅੰਤ ਪਿਆਰ ਪਹੁੰਚਿਆ ਹੈ। ਜਥੇਦਾਰ ਕਾਬਲ ਸਿੰਘ ਜੀ, ਵੱਡੀ ਸੇਵਾ ਮਹਾਂਪੁਰਖਾਂ ਦੀ ਆਗਿਆ ਨਾਲ ਨਿਭਾਈ, ਉਹਨਾਂ ਵੱਲੋਂ ਪਿਆਰ ਪਹੁੰਚਿਆ ਹੈ। ਜਥੇਦਾਰ ਕਾਲਾ ਸਿੰਘ ਜੀ, ਜਥੇਦਾਰ ਰਣ ਸਿੰਘ ਜੀ, ਉਹਨਾਂ ਦੇ ਪੋਤਰੇ ਵੀਰ ਸੁਮਿੱਤਰ ਸਿੰਘ ਜੀ ਔਰ ਲਵਪ੍ਰੀਤ ਸਿੰਘ ਜੀ ਜਿਹੜੇ ਵਿਦੇਸ਼ ਵਿੱਚ ਨੇ, NRI ਵੀਰਾਂ ਵੱਲੋਂ ਬੇਅੰਤ ਪਿਆਰ ਇਹਨਾਂ ਜੋੜ ਮੇਲਿਆਂ ਦੇ ਵਿੱਚ ਹਿੱਸੇ ਵੀ ਪਾਏ ਗਏ ਨੇ। ਧੰਨਵਾਦ ਕਰਦਾ ਹਾਂ। ਬਾਬਾ ਫੌਜਾ ਸਿੰਘ ਸਾਹਿਬ ਜੀ, ਜਿਨ੍ਹਾਂ ਬਹੁਤ ਵੱਡੀ ਸੇਵਾ ਕੀਤੀ, ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਵਿੱਚ ਮਾਇਆ ਹੈ। ਸਰਦਾਰ ਮਲਕੀਤ ਸਿੰਘ ਜੀ ਪਿਆਰ ਭੇਜਦੇ ਹਨ। ਸਰਦਾਰ ਗੁਰਨਾਮ ਸਿੰਘ ਜੀ ਪਿਆਰ ਭੇਜਦੇ ਹਨ। ਸਰਦਾਰ ਬਲਜੀਤ ਸਿੰਘ ਜੀ ਫੌਜੀ ਸਾਹਿਬ ਪਿਆਰ ਭੇਜਦੇ ਹਨ। ਸਰਗਵਾਸੀ ਜਥੇਦਾਰ ਮੁਖਤਾਰ ਸਿੰਘ ਜੀ, ਉਹਨਾਂ ਦੇ ਪਰਿਵਾਰ ਵੱਲੋਂ ਵੀਰ ਹਰਪਾਲ ਸਿੰਘ ਜੀ, ਗੁਰਪਾਲ ਸਿੰਘ ਜੀ, ਸੂਬੇਦਾਰ ਚਰਨ ਸਿੰਘ ਜੀ ਪਿਆਰ ਭੇਜਦੇ ਹਨ। ਜਥੇਦਾਰ ਧੀਰਾ ਸਿੰਘ ਜੀ ਪਿਆਰ ਭੇਜਦੇ ਹਨ। ਸਰਦਾਰ ਕਾਲਾ ਸਿੰਘ ਜੀ ਪਿਆਰ ਭੇਜਦੇ ਹਨ। ਨਰਵੈਲ ਸਿੰਘ ਜੀ ਫੌਜੀ ਸਾਹਿਬ ਪਿਆਰ ਭੇਜਦੇ ਹਨ। ਜਥੇਦਾਰ ਬਾਪੂ ਸਲਵਿੰਦਰ ਸਿੰਘ ਜੀ, ਜਿਹੜੇ ਨਗਰ ਦੇ ਬਜ਼ੁਰਗ ਨੇ ਔਰ ਬੜੇ ਪਿਆਰ ਦੇ ਨਾਲ ਸਨਮਾਨਯੋਗ ਸੰਗਤ ਜੀ, ਸੱਚਖੰਡ ਵਾਸੀ ਮਹਾਂਪੁਰਖਾਂ ਤੋਂ ਹੀ ਉਹਨਾਂ ਦਾ ਦਲ ਪੰਥ ਦੇ ਨਾਲ, ਮਹਾਂਪੁਰਖਾਂ ਦੇ ਨਾਲ ਵੱਡਾ ਪਿਆਰ ਹੈ, ਉਹਨਾਂ ਵੱਲੋਂ ਅਸੀਸ ਪਹੁੰਚੀ ਹੈ। ਸਰਦਾਰ ਗੁਰਮੁਖ ਸਿੰਘ ਜੀ ਫੌਜੀ ਸਾਹਿਬ ਪਿਆਰ ਭੇਜਦੇ ਹਨ, ਬਹੁਤ ਸਨੇਹ ਰੱਖਦੇ ਨੇ। ਸਰਦਾਰ ਅਵਤਾਰ ਸਿੰਘ ਜੀ, ਜਿਹੜੇ ਨਾਲ ਜੋੜ ਮੇਲੇ ਦੇ ਵਿੱਚ ਵੀ ਬਹੁਤ ਸਹਿਯੋਗ ਦੇ ਰਹੇ ਨੇ ਜਿੱਦਣ ਤੋਂ ਹੀ ਇਹ ਉਦਮ ਕੀਤਾ ਗਿਆ ਹੈ। ਸਰਦਾਰ ਅਮਰੀਕ ਸਿੰਘ ਜੀ ਸੂਬੇਦਾਰ ਸਾਹਿਬ ਪਿਆਰ ਭੇਜਦੇ ਹਨ। ਰਣਜੀਤ ਸਿੰਘ ਜੀ ਪਿਆਰ ਭੇਜਦੇ ਹਨ। ਸਵਰਗਵਾਸੀ ਵੀਰ ਰਣਜੀਤ ਸਿੰਘ ਜੀ ਕੁਝ ਸਮਾਂ ਪਹਿਲਾਂ ਵਿਛੋੜਾ ਦੇ ਗਏ, ਉਹਨਾਂ ਦੇ ਪਿਤਾ ਜੀ ਉਹਨਾਂ ਦੀ ਯਾਦ ਵਿੱਚ ਪਿਆਰ ਭੇਜਦੇ ਹਨ। ਗੁਰਨਾਮ ਸਿੰਘ ਜੀ ਪਿਆਰ ਭੇਜਦੇ ਹਨ। ਜਗਜੀਤ ਸਿੰਘ ਜੀ ਪਿਆਰ ਭੇਜਦੇ ਹਨ। ਨਰਵੈਲ ਸਿੰਘ ਜੀ, ਬਲਕਾਰ ਸਿੰਘ ਜੀ ਪਿਆਰ ਭੇਜਦੇ ਹਨ। ਸਰਦਾਰ ਵੇਲ ਸਿੰਘ ਜੀ ਪਿਆਰ ਭੇਜਦੇ ਹਨ। ਹੋਰ ਜਿਹੜੇ ਨਾਮ ਰਹਿ ਗਏ ਮੈਂ ਖਿਮਾ ਦਾ ਜਾਚਕ ਹਾਂ। ਗੁਰਨਾਮ ਸਿੰਘ ਜੀ, ਕਾਲਾ ਸਿੰਘ ਜੀ ਔਰ ਗੁਰੂ ਕੀਆਂ ਹਜ਼ੂਰੀ ਫੌਜਾਂ ਬਾਬਾ ਜੀ ਦੇ ਨਾਲ ਆਈਆਂ ਹਨ। ਮਹਾਂਪੁਰਖਾਂ ਵੱਲੋਂ ਵੱਡੀਆਂ ਅਸੀਸਾਂ ਜਥੇਦਾਰ ਬਾਬਾ ਜੋਧ ਸਿੰਘ ਜੀ, ਜਿਨ੍ਹਾਂ ਦੇ ਅਸੀਂ ਸਦਾ ਹੀ ਰਿਣੀ ਰਹਾਂਗੇ, ਜਿਨ੍ਹਾਂ ਨੇ ਇਸ ਗੁਰਮਤਿ ਦੀ ਲੈਣ ਦੇ ਵਿੱਚ ਜੋੜਿਆ ਔਰ ਬਹੁਤ ਸਾਰੇ ਵਿਦਿਆਰਥੀਆਂ ਨੂੰ ਚੰਗੇ ਗ੍ਰੰਥੀ ਗੁਰਬਾਣੀ ਦੇ ਬਣਾਇਆ। ਹੁਣ ਵੀਰ ਜਗਜੀਤ ਸਿੰਘ ਜੀ, ਉਹਨਾਂ ਦੇ ਸੁਪੁੱਤਰ, ਉਹ ਮਹਾਂਪੁਰਖਾਂ ਦੀ ਅਸੀਸ ਦੇ ਨਾਲ ਵਿਦੇਸ਼ ਦੀ ਧਰਤੀ ਤੇ ਕੁਝ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਔਰ ਉਹਨਾਂ ਵੱਲੋਂ ਵੀ ਸਹਿਯੋਗ ਜੋੜ ਮੇਲੇ ਦੇ ਅੰਦਰ ਜਗਜੀਤ ਸਿੰਘ ਹੋਰਾਂ ਵੱਲੋਂ ਵੀ ਭੇਜਿਆ ਗਿਆ ਔਰ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਜਥੇਦਾਰ ਬਾਬਾ ਜੋਧਾ ਸਿੰਘ ਜੀ ਦੀ ਯਾਦ ਦੇ ਵਿੱਚ ਪਿਆਰ ਪਹੁੰਚਿਆ ਹੈ। ਗੁਰਲਾਲ ਸਿੰਘ ਜੀ ਵੀਰ ਸਰੰਗੀ ਵਾਦਕ ਬੈਂਕੇ ਵਾਲੇ, ਉਹਨਾਂ ਵੱਲੋਂ ਪਿਆਰ ਪਹੁੰਚਿਆ ਹੈ। ਮਹਾਂਪੁਰਖਾਂ ਵੱਲੋਂ ਸਦਾ ਹੀ ਅਸੀਸਾਂ ਗੁਰਨਾਮ ਸਿੰਘ ਜੀ ਮਨਿਹਾਲਾ ਔਰ ਗੁਰਚਰਨ ਸਿੰਘ ਜੀ ਚੰਨ, ਸਾਰਿਆਂ ਵੱਲੋਂ ਸਮੁੱਚੇ ਤੌਰ ਤੇ ਅਰਦਾਸ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।